ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਅੱਜ ਅਸੀਂ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਕੁਝ ਸ਼ਖਸੀਅਤਾਂ ਤੋਂ ਬਹੁਤ ਸਾਰੀਆਂ ਗੱਲਾਂ ਜਾਣਨ ਦੇ ਲਈ। ਅੱਜ ਇਸ ਵੇਲੇ ਸਾਡਾ ਮੁੱਖ ਮੁੱਦਾ ਜਿਹੜਾ ਹੈ ਤੇ ਹੋਣਾ ਵੀ ਚਾਹੀਦਾ, ਕੋਵਿਡ-19 ਆ। ਕੋਵਿਡ-19 ਪਿਛਲੇ ਸਮੇਂ ਦੇ ਵਿੱਚ ਵੱਧ ਰਿਹਾ ਹੈ, ਅਸੀਂ ਸਾਰੇ ਜਾਣਦੇ ਹਾਂ। ਇਹਨੂੰ ਕੈਨੇਡਾ ਦੇ ਵਿੱਚ ਸੈਕੰਡ ਵੇਵ ਕਿਹਾ ਜਾ ਰਿਹਾ, ਔਰ ਕੈਨੇਡਾ ਦੇ ਵਿੱਚ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਹੀ ਵਧਿਆ, ਓਵਰਆਲ ਕੈਨੇਡਾ ਦੇ ਵਿੱਚ ਹੀ ਵਧਿਆ, ਪਰ BC ਦੇ ਵਿੱਚ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਵੱਧ ਰਿਹਾ। ਲਗਾਤਾਰ 8 ਦਿਨ ਤੋਂ 200 ਤੋਂ ਜ਼ਿਆਦਾ ਕੇਸ ਆ ਰਹੇ ਆ। ਅੱਜ 287 ਕੇਸ ਆਇਆ, ਕੱਲ੍ਹ 217 ਸੀ, ਪਰਸੋਂ 207 ਸੀ, ਵੀਕਐਂਡ ਦੇ ਉੱਤੇ 817 ਕੇਸ ਜਿਹੜੇ ਟੋਟਲ ਆਏ ਸੀ। ਇਹਦੇ ਵਿੱਚੋਂ ਚਿੰਤਾ ਵਾਲੀ ਇੱਕ ਹੋਰ ਗੱਲ ਜਿਹੜੀ ਦੱਸੀ ਜਾ ਰਹੀ ਹੈ, ਸਿੱਧੇ ਜਾਂ ਸਿੱਧੇ ਰੂਪ ਵਿੱਚ ਪਤਾ ਲੱਗ ਰਹੀ ਆ ਕਿ ਜਿੱਥੇ ਅਸੀਂ ਰਹਿੰਦੇ ਹਾਂ ਸਰੀ ਜਾਂ ਇਹ ਜਿਹੜਾ ਏਰੀਆ, ਇਹਦੇ ਵਿੱਚ ਜ਼ਿਆਦਾ ਨੇ। ਫਰੇਜ਼ਰ ਹੈਲਥ ਵਾਲੇ ਰੀਜਨ ਦੇ ਵਿੱਚ 75% ਤੋਂ ਜ਼ਿਆਦਾ BC ਦੇ ਕੇਸ ਕੋਵਿਡ ਦੇ ਇਸ ਵੇਲੇ ਹੈਗੇ ਆ। ਇਹ ਇੱਕ ਬਹੁਤ ਵੱਡੀ ਚਿੰਤਾ ਦੀ ਗੱਲ ਆ। ਉਹਦੇ ਵਿੱਚ ਜਿਹੜੀ ਡਾਕਟਰ ਬੋਨੀ ਹੈਨਰੀ ਹੁਣੇ ਗੱਲ ਕਹੀ ਆ ਕਿ ਜਿਹੜੀਆਂ ਘਰਾਂ ਦੀਆਂ ਗੈਦਰਿੰਗਸ ਆ, ਚਾਹੇ ਉਹ ਵਿਆਹ ਆ, ਚਾਹੇ ਬਰਥਡੇ ਪਾਰਟੀਜ਼ ਆ ਜਾਂ ਹੋਰ ਪਾਰਟੀਜ਼ ਆ, ਉਹ ਇਹਦੇ ਲਈ ਜ਼ਿੰਮੇਵਾਰ ਆ। ਉਹਨਾਂ ਨੇ ਸਿੱਧਾ ਕਿਸੇ ਦਾ ਨਾਂ ਤਾਂ ਨਹੀਂ ਲਿਆ, ਨਾ ਕਿਸੇ ਕਮਿਊਨਿਟੀ ਨੂੰ ਇਸ ਤਰ੍ਹਾਂ ਕਿਹਾ ਨਾ ਕਿਹਾ ਜਾ ਸਕਦਾ, ਪਰ ਉਹਦੇ ਵਿੱਚੋਂ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਇਹ ਝਲਕ ਆਪਣੇ ਆਪ ਦੇ ਵਿੱਚ ਮਿਲਦੀ ਆ। ਚੈਨਲ ਪੰਜਾਬੀ ਇਹਨੂੰ ਸਾਰੇ ਇਸ ਵੇਲੇ ਜਿਹੜੇ ਅਸੀਂ ਪੰਜਾਬੀ ਕਮਿਊਨਿਟੀ ਦੇ ਲੋਕ ਦੇਖ ਰਹੇ ਹਾਂ, ਇਹ ਸਾਡੇ ਲਈ ਇੱਕ ਅਲਾਰਮਿੰਗ ਸਥਿਤੀ ਹੈ। ਸਰੀ ਬੋਰਡ ਆਫ ਟ੍ਰੇਡ ਨੇ ਵੀ ਇਹ ਗੱਲਬਾਤ ਕੀਤੀ ਹੈ ਕਿ ਜੇਕਰ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਨਾ ਲਿਆ ਗਿਆ ਤਾਂ ਸਾਰੇ ਛੋਟੇ ਬਿਜ਼ਨਸ ਜਿਹੜੇ ਉਹ ਬੰਦ ਹੋ ਸਕਦੇ। ਔਰ ਕੁਦਰਤੀ ਆ, ਜਿਵੇਂ ਰਿਸਟ੍ਰਿਕਸ਼ਨਸ ਲੱਗ ਗਈਆਂ ਨੇ ਕਿ 6 ਬੰਦੇ ਤੋਂ ਵੱਧ ਤੁਸੀਂ ਨਾ ਉਸ ਬਬਲ ਦੇ ਵਿੱਚ ਆਓ। ਸੇਫ 6 ਦਾ ਕਨਸੈਪਟ ਜਿਹੜਾ ਡਾਕਟਰ ਬੋਨੀ ਹੈਨਰੀ ਨੇ ਦਿੱਤਾ ਆ, ਅਸੀਂ ਪਿਛਲੇ ਸਮੇਂ ਦੇ ਵਿੱਚ BC ਇਸ ਗੱਲੋਂ ਬਹੁਤ ਕਿਸਮਤ ਵਾਲਾ ਜਾਂ ਸੀਗਾ ਜਾਂ ਲੱਕੀ ਸੀ ਕਿ ਇਹਦੇ ਵਿੱਚ ਕੇਸਿਸ ਕਾਬੂ ਦੇ ਵਿੱਚ ਰਹੇ ਆ। ਜਿਸ ਤਰ੍ਹਾਂ ਇਹਨੂੰ ਮੈਨੇਜ ਕੀਤਾ ਗਿਆ ਕੋਵਿਡ ਨੂੰ, ਇੱਥੇ ਹੁਣ ਉਹ ਚੀਜ਼ ਜਿਹੜੀ ਟੁੱਟ ਰਹੀ ਆ। ਲਗਾਤਾਰ ਕੇਸਾਂ ਦੇ ਵਿੱਚ ਵਾਧਾ ਜਾਰੀ ਆ, ਔਰ ਉਹਨਾਂ ਵਾਧੇ ਦੇ ਵਿੱਚੋਂ ਇਸ ਵੇਲੇ ਫਰੇਜ਼ਰ ਹੈਲਥ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਆ ਰਹੇ ਨੇ। ਸਾਡੀ ਅੱਜ ਇਹ ਚਿੰਤਾ, ਸਾਡਾ ਅੱਜ ਮਸਲਾ, ਸਾਡੇ ਭਾਈਚਾਰੇ ਦੇ ਵਿੱਚ ਇਹਨਾਂ ਕੇਸਿਸ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ। ਕੀ ਅਸੀਂ ਸਾਰੇ ਇਸ ਗੱਲ ਦਾ ਖਿਆਲ ਰੱਖਦੇ ਹਾਂ ਕਿ ਫਿਜ਼ੀਕਲ ਡਿਸਟੈਂਸ ਰੱਖੀਏ? ਕੀ ਅਸੀਂ ਸਾਰੇ ਮਾਸਕ ਪਾਉਣ ਨੂੰ ਤਰਜੀਹ ਦਿੰਦੇ ਹਾਂ? ਬਾਹਰ ਬਿਨਾਂ ਲੋੜ ਤੋਂ ਜਾਂਦੇ ਹਾਂ? ਜਿਹੜਾ ਲੌਂਗ ਵੀਕਐਂਡ ਦੇ ਉੱਤੇ ਇਕੱਠ ਹੋਇਆ ਸੀ, ਉਹਦੇ ਕੇਸਿਸ ਵੀ ਬਹੁਤ ਦੇਰ ਬਾਅਦ ਸਾਹਮਣੇ ਆਏ। ਹੁਣ ਵੀ ਜਿਹੜੇ ਇਕੱਠ ਹੋਏ ਆ, ਉਹੀ ਕੇਸਿਸ ਸਾਡੇ ਸਾਹਮਣੇ ਆ ਰਹੇ ਆ। ਅੱਜ ਦਾ ਪ੍ਰੋਗਰਾਮ ਕਰਨ ਦਾ ਮਕਸਦ, ਅਸੀਂ ਕੁਝ ਸ਼ਖਸੀਅਤਾਂ ਨੂੰ ਆਪਣੇ ਸਟੂਡੀਓਜ਼ ਦੇ ਵਿੱਚ ਬੇਨਤੀ ਕੀਤੀ ਆ, ਉਹ ਇਹੀ ਆ ਕਿ ਘੱਟੋ ਘੱਟ ਅਵੇਅਰਨੈਸ ਦਿੱਤੀ ਜਾ ਸਕੇ। ਸਾਨੂੰ ਸਾਰਿਆਂ ਨੂੰ ਉਹ ਸਾਰੀਆਂ ਗੱਲਾਂ ਹੀ ਪਤਾ ਜਿਹੜੀਆਂ ਅਸੀਂ ਬਾਰ-ਬਾਰ ਕਰੀ ਜਾਂਦੇ ਹਾਂ, ਪਰ ਫਿਰ ਵੀ ਇੱਕ ਦੂਜੇ ਨੂੰ ਯਾਦ ਕਰਵਾਉਣ ਦੇ ਲਈ, ਇੱਕ ਦੂਜੇ ਨੂੰ ਦੱਸਣ ਦੇ ਲਈ ਕਿ ਬਹੁਤ ਖਤਰਨਾਕ ਸਮਾਂ ਆ ਰਿਹਾ। ਸਿਰਫ ਸਾਡੇ ਨਹੀਂ, ਪੂਰੇ ਦੁਨੀਆ ਦੇ ਵਿੱਚ, ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ ਪਹਿਲਾਂ ਇੰਨੇ ਕਦੇ ਕੇਸਿਸ ਨਹੀਂ ਆਏ ਜਿਹੜੇ ਹੁਣ ਸਾਹਮਣੇ ਆ ਰਹੇ ਆ। ਔਰ ਇਹਦੇ ਬਾਰੇ ਬੜੀਆਂ ਡਰਾਉਣੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਕੋਵਿਡ-19 ਬਾਰੇ, ਕਿ ਜਿਹੜੀ ਇਮਿਊਨਿਟੀ ਕਹਿੰਦੇ ਜਿਹਨੂੰ ਇੱਕ ਵਾਰੀ ਹੋ ਗਿਆ ਉਹਨੂੰ ਦੁਬਾਰਾ ਨਹੀਂ ਹੁੰਦਾ, ਉਹ ਗੱਲ ਵੀ ਨਹੀਂ ਹੈ ਬਾਕੀ ਵਾਇਰਸਿਸ ਵਾਂਗੂ। ਇਹ ਥੋੜੇ ਮਹੀਨਿਆਂ ਬਾਅਦ ਜਾਂ ਥੋੜੇ ਹਫ਼ਤਿਆਂ ਬਾਅਦ ਉਹਦੀ ਬੋਡੀ ਦੇ ਵਿੱਚੋਂ ਐਂਟੀਬੋਡੀਜ਼ ਲੱਭਦੀਆਂ ਨਹੀਂ, ਇਹ ਦੁਬਾਰਾ ਵੀ ਹੋ ਸਕਦਾ। ਸੋ ਅਜੇ ਇਹਦੇ ਬਾਰੇ ਪਤਾ ਹੀ ਕੁਛ ਨਹੀਂ। ਇੱਕੋ ਹੀ ਇੱਕ ਗੱਲ ਸਾਨੂੰ ਪਤਾ ਆ ਕਿ ਇਹਦੇ ਤੋਂ ਬਚਾਅ ਰੱਖਿਆ ਜਾ ਸਕਦਾ। ਅਸੀਂ ਇਕੋਨਮੀ ਨੂੰ, ਬਿਜ਼ਨਸਿਸ ਨੂੰ ਨਾ ਬੰਦ ਹੋਣ ਦਈਏ, ਥੋੜ੍ਹਾ ਜਿਹਾ ਸਾਰੇ ਖਿਆਲ ਰੱਖ ਲਈਏ। ਇਹਦੇ ਬਾਰੇ ਅਸੀਂ ਅੱਜ ਸਟੂਡੀਓਜ਼ ਦੇ ਵਿੱਚ ਬੇਨਤੀ ਕੀਤੀ ਹੈ ਕੁਝ ਸਾਡੀ ਸਰਕਾਰ ਦੇ ਨੁਮਾਇੰਦਿਆਂ ਨੂੰ, ਹੈਰੀ ਬੈਂਸ ਹੋਣਾ ਨੂੰ, BC ਸਰਕਾਰ ਤੋਂ ਰਣਦੀਪ ਸਰਾਏ ਹੋਣਾ ਨੂੰ, ਫੈਡਰਲ ਗਵਰਨਮੈਂਟ ਤੋਂ ਮੈਂਬਰ ਪਾਰਲੀਮੈਂਟ ਉਹ ਸਾਡੇ ਵਿੱਚ ਨੇ। ਅਸੀਂ ਫਾਰਮਾਸਿਸਟ ਅਮਰੀਕ ਸਿੰਘ ਹੋਣਾ ਨੂੰ ਬੇਨਤੀ ਕੀਤੀ ਹੈ, ਸਰਜਿੰਦਰ ਸਿੰਘ ਦੂੜਾ ਇੱਥੇ ਸਾਡੇ ਨਾਗਰਿਕ ਨੇ, ਉਹਨਾਂ ਦੇ ਵਿਚਾਰ, ਤੇ ਬਲਜਿੰਦਰ ਕੌਰ ਜੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਮਕਸਦ ਇੱਕੋ ਹੀ ਆ। ਅਸੀਂ ਇਹ ਨਹੀਂ ਕਹਿ ਰਹੇ ਕਿ ਪੰਜਾਬੀਆਂ ਨੇ ਜਾਂ ਸਰੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਜ਼ਿਆਦਾ ਕੋਵਿਡ-19 ਫੈਲਾ ਦਿੱਤਾ, ਪਰ ਅਸੀਂ ਵਿਚਾਰ ਰੱਖ ਸਕਦੇ ਹਾਂ। ਇਹ ਸੰਕੇਤ ਆ ਰਹੇ ਆ ਕਿ ਇੱਥੇ ਆਲੇ ਦੁਆਲੇ ਇਸ ਵੇਲੇ ਭਰਿਆ ਪਿਆ ਕੋਵਿਡ, ਮਤਲਬ ਪੈਰ ਪੈਰ 'ਤੇ ਹੈਗਾ। ਜਿੱਥੇ ਤੁਸੀਂ ਬਚ ਸਕਦੇ ਆ ਉੱਥੋਂ ਬਚ ਲਓ। ਇਹ ਗੱਲ ਕਹਿਣੀ ਕੋਈ ਅੱਤ ਕਥਨੀ ਜਾਂ ਗਲਤ ਨਹੀਂ ਹੈ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਜੀ ਆਇਆਂ ਨੂੰ। ਬੈਂਸ ਸਾਹਿਬ, ਤੁਹਾਡੇ ਤੋਂ ਅਸੀਂ ਸ਼ੁਰੂਆਤ ਕਰਦੇ ਹਾਂ। ਪਹਿਲੇ ਵੇਲੇ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਇਹਨੂੰ ਹੈਂਡਲ ਕੀਤਾ, ਪਹਿਲੀ ਵੇਵ ਨੂੰ, ਔਰ ਪੂਰੇ ਕੈਨੇਡਾ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦੀ ਸਿਫਤ ਹੋ ਰਹੀ ਆ। ਹੁਣ ਕੀ ਕੀਤਾ ਜਾ ਸਕਦਾ ਜਾਂ ਕੀ ਕੀਤਾ ਜਾ ਰਿਹਾ ਜੀ ਇਹਦੇ ਲਈ? ਪਹਿਲੀ ਤਾਂ ਗੱਲ ਹੈ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਕੇਸ ਵੱਧ ਰਹੇ ਆ ਉਸ ਸੂਬੇ ਦੇ ਵਿੱਚ, ਜਿਹੜਾ ਕਿ ਮੈਂ ਕਹੂੰਗਾ ਵੀ ਦੁਨੀਆ ਦੀਆਂ ਸਾਰੀ ਜੂਰਿਸਡਿਕਸ਼ਨ 'ਚੋਂ 2% ਜਿਹੜੇ ਸੇਫੈਸਟ ਹੈਗੇ ਉਹਨਾਂ ਵਿੱਚ ਅਸੀਂ ਆਉਂਦੇ ਸੀ। ਹੁਣ ਵੀ ਹੈਗੇ ਹਾਂ ਅਸੀਂ। ਕੇਸ ਭਾਵੇਂ ਵੱਧ ਵੀ ਰਹੇ ਆ, ਪਰ ਫਿਰ ਵੀ ਅਸੀਂ ਬਾਕੀ ਸਾਰੀ ਜੂਰਿਸਡਿਕਸ਼ਨ ਨਾਲ ਕੰਪੇਅਰ ਕਰੀਏ ਤਾਂ ਕਾਫੀ ਸੇਫ ਹੈਗੇ ਹਾਂ। ਪਰ ਵੱਡੀ ਗੱਲ ਚਿੰਤਾ ਵਾਲੀ ਇਹ ਹੈਗੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਜੀ, ਕਿ ਫਰੇਜ਼ਰ ਹੈਲਥ ਦੇ ਜਿਹੜਾ ਰੀਜਨ ਹੈਗਾ, ਉਹ ਵੀ ਸਾਊਥ ਦਾ ਫਰੇਜ਼ਰ ਰੀਜਨ ਦਾ ਜਿਹੜਾ ਹੈਗਾ, ਜਿਹਦੇ ਵਿੱਚ ਆਪਣੀ ਸਰੀ ਅਤੇ ਵਾਈਟ ਰੌਕ, ਲੈਂਗਲੀ ਆ ਜਾਂਦੀ ਆ, ਉਹਦੇ ਵਿੱਚ ਕੇਸ ਬਹੁਤ ਆ ਰਹੇ ਪਿਛਲੇ ਰੀਸੈਂਟਲੀ। ਔਰ ਉਹ ਆ ਵੀ ਕਿੱਥੋਂ ਰਹੇ ਆ, ਡਾਕਟਰ ਬੋਨੀ ਹੈਨਰੀ ਦੱਸਦੇ ਆ ਕਿ
ਉਹ ਵੈਡਿੰਗਸ ਤੇ ਜਾਂ ਫਿਊਨਰਲ ਤੇ ਜਾਂ ਜਿਹੜੀਆਂ ਸੈਲੀਬ੍ਰੇਸ਼ਨ ਆਫ ਲਾਈਫ ਦੀਆਂ ਹੈਗੀਆਂ ਜਾਂ ਪ੍ਰਾਈਵੇਟ ਪਾਰਟੀਆਂ ਹੈਗੀਆਂ ਉਹਨਾਂ ਤੋਂ ਆ ਰਹੇ ਆ। ਸੋ ਆਈ ਥਿੰਕ ਆਪਾਂ ਜੇ ਆਪਣੇ ਨੇੜੇ ਦੇੜੇ ਅਤੇ ਆਪਣੇ ਰਿਸ਼ਤੇਦਾਰਾਂ 'ਚ ਨਿਗਾਹ ਮਾਰ ਕੇ ਤੇ ਜਿੱਥੇ ਕਿਤੇ ਵਿਆਹ ਸ਼ਾਦੀ ਹੋਈ ਆ ਜੀ, ਆਪਾਂ ਨੂੰ ਜ਼ਰੂਰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਇਹ ਕੇਸ ਹੋਇਆ ਉੱਥੇ, ਤਾਂ ਫਿਰ ਬਾਕੀਆਂ ਨੂੰ ਹੋਇਆ ਤਾਂ ਫਿਰ ਉਹ ਟੈਸਟ ਕਰਾਉਣ ਗਏ ਆ ਜੀ। ਮੈਨੂੰ ਪਤਾ ਵੀ ਸਾਡੇ ਇਦਾਰੇ ਦੇ ਵਿੱਚ ਕੁਝ ਵਿਆਹ ਹੋਏ ਆ ਜਿਨ੍ਹਾਂ ਦੇ ਸਾਨੂੰ ਫਿਰ ਬਾਅਦ 'ਚ ਪਤਾ ਲੱਗਾ ਕਿ ਉਹਨਾਂ ਦੇ ਕੋਈ ਬੰਦਾ ਆਇਆ ਜਿਹਨੂੰ ਉਹ ਪੋਜ਼ੀਟਿਵ ਹੋਇਆ, ਅਤੇ ਫਿਰ ਬਾਕੀ ਦੇ ਸਾਰਿਆਂ ਨੂੰ ਟੈਸਟ ਕਰਵਾਉਣੇ ਪਏ। ਸੋ ਆਈ ਥਿੰਕ ਇਹਦੇ ਨਾਲ ਬਹੁਤ ਜ਼ਿਆਦਾ ਵਾਧਾ ਹੋ ਰਿਹਾ। ਇਹਦੇ ਮਤਲਬ ਇਹਦਾ ਕੀ ਆ ਸਾਰੇ ਦਾ ਜੀ, ਬਿਮਾਰੀ ਬਹੁਤ ਭੈੜੀ ਆ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ, ਅਤੇ ਇਹ ਲੱਗਦੀ ਫੈਲਦੀ ਬਹੁਤ ਜਲਦੀ ਹੈਗੀ ਆ, ਅਤੇ ਇਹ ਰੋਕ ਤਾਂ ਹੀ ਸਕਦੇ ਹਾਂ ਜੇ ਅਸੀਂ ਆਪਣਾ ਫਿਜ਼ੀਕਲ ਡਿਸਟੈਂਸ ਰੱਖੀਏ ਅਤੇ ਆਪਣੇ ਹੱਥ, ਜਿੱਦਾਂ ਡਾਕਟਰ ਬੋਨੀ ਹੋਣੀ ਬਾਰ-ਬਾਰ ਆਪਾਂ ਨੂੰ ਯਾਦ ਕਰਵਾਉਂਦੇ ਵੀ ਜਦੋਂ ਵੀ ਕਿਸੇ ਸਰਫੇਸ ਨੂੰ ਟੱਚ ਕਰਦੇ ਹੋ ਜਿੱਥੇ ਬਾਕੀ ਟੱਚ ਕਰਦੇ ਹੋ ਉਹਨੂੰ ਜ਼ਰੂਰ ਤੁਸੀਂ ਹੱਥ ਧੋਵੋ, ਉਹਨੂੰ ਵਾਈਪ ਕਰੋ, ਅਤੇ ਤੁਸੀਂ ਜਦੋਂ ਘਰ ਦੇ ਵਿੱਚ ਆਪਣੀ ਫੈਮਿਲੀ ਦੇ ਬਬਲ ਵਿੱਚ ਰਹੋ, ਤੁਸੀਂ ਬਾਹਰੋਂ ਇਨਵਾਈਟ ਨਾ ਕਰੋ ਤੁਸੀਂ ਕਿਸੇ ਨੂੰ। ਵਿਆਹ ਸ਼ਾਦੀਆਂ ਜੇ ਰੁਕ ਸਕਦੀਆਂ ਤਾਂ ਰੋਕੋ, ਅਤੇ ਜੇ ਕਰਨੀਆਂ ਪੈਣੀਆਂ ਤਾਂ ਫਿਰ ਉਹ ਜਿਹੜੀ ਤੁਹਾਡੀ ਫੈਮਿਲੀ ਹੈਗੀ ਆ, ਬਿਲਕੁਲ ਫੈਮਿਲੀ ਹੈਗੀ, ਉਹੀ ਉੱਥੇ ਇਕੱਠੀ ਹੋਵੇ, ਕਿਉਂਕਿ ਸਾਰੇ ਅੰਡਰਸਟੈਂਡ ਕਰਦੇ ਆ ਜੀ। ਮੈਂ ਜਿਨ੍ਹਾਂ ਨੂੰ ਗੱਲ ਕਰਕੇ ਦੇਖੀ ਉਹ ਸਾਰੇ ਕਹਿੰਦੇ ਅਸੀਂ ਤਾਂ ਅੰਡਰਸਟੈਂਡ ਕਰਦੇ ਹਾਂ ਵੀ ਜੇ ਅਸੀਂ ਨਹੀਂ ਸਾਨੂੰ ਕੋਈ ਬੁਲਾਉਂਦਾ ਤਾਂ ਅਸੀਂ ਉਹਨੂੰ ਅੰਡਰਸਟੈਂਡ ਕਰਦੇ ਹਾਂ। ਪਰ ਇਹ ਆ ਵੀ ਉੱਥੇ ਵਿੱਚ ਥੋੜ੍ਹੀ ਵਾਲੀ ਕਈ ਵਾਰੀ ਘਰ ਵਾਲੇ ਤਾਂ ਦੂਸਰਿਆਂ ਨੂੰ ਜੇ ਮਾੜਾ ਜਿਹਾ ਰੋਲ ਮਾਡਲ ਬਣਨ ਦੀ ਲੋੜ ਪੈਂਦੀ ਆ, ਉਹ ਦੱਸਣਾ ਪੈਂਦਾ ਕਿ ਨਹੀਂ ਮੈਂ ਤਾਂ ਆਪਣਾ ਜਿਹੜਾ ਹੈਗਾ ਮੈਨੇਜ ਆਪਣਾ ਬਬਲ ਨੂੰ ਕਰ ਰਿਹਾ, ਅਤੇ ਕੀ ਤੁਹਾਡੇ ਜੇ ਇੱਥੇ ਤੁਸੀਂ ਆਪਣਾ ਪ੍ਰੋਗਰਾਮ ਕਰ ਰਹੇ ਹੋ ਤਾਂ ਕੀ ਤੁਹਾਡੇ ਸੇਫਟੀ ਮੈਜਰਸ ਕੀ ਹੈਗੇ ਆ। ਸੋ ਉਹੋ ਜਿਹੀਆਂ ਗੱਲਾਂ ਪੁੱਛ ਲੈਣੀਆਂ ਚਾਹੀਦੀਆਂ, ਤਾਂ ਫਿਰ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਕਿ ਬਈ ਅਸੀਂ ਨਹੀਂ ਆਉਂਦੇ, ਕਿਉਂਕਿ ਆਉਣ ਦੇ ਨਾਲ ਅਸੀਂ ਬਬਲ ਵੱਡਾ ਹੋ ਜਾਂਦਾ ਅਤੇ ਤੁਹਾਨੂੰ ਸਾਰਿਆਂ ਨੂੰ ਖਤਰਾ ਪੈ ਸਕਦਾ, ਸਾਨੂੰ ਖਤਰਾ ਹੋ ਸਕਦਾ। ਅਖੀਰ ਨੂੰ ਗੱਲ ਇਹ ਆ ਜਾਂਦੀ ਆ, ਇਹ ਇੱਕ ਸਾਡੇ ਸੈਲਫ ਇੰਟਰਸਟ ਵਾਲੀ ਗੱਲ ਆ ਜੀ। ਕਮਿਊਨਿਟੀ ਦੀ ਗੱਲ ਨੂੰ ਜੇ ਛੱਡ ਵੀ ਲਈਏ ਨਾ, ਸੈਲਫ ਇੰਟਰਸਟ ਵਾਲੀ, ਇਹਦੇ ਵਿੱਚ ਸਾਡੇ ਚਾਹੁਣ ਵਾਲੇ, ਸਾਡੇ ਰਿਸ਼ਤੇਦਾਰ, ਸਾਡੇ ਬੱਚੇ, ਸਾਡੇ ਬਜ਼ੁਰਗ, ਉਹ ਸਾਰੇ ਆਉਂਦੇ, ਸਾਰਿਆਂ ਨੂੰ ਆਪਾਂ ਖਤਰੇ 'ਚ ਪਾਉਂਦੇ ਹਾਂ ਜੇ ਅਸੀਂ ਅਣਗਹਿਲੀ ਕਰ ਲਈਏ। ਸੋ ਆਈ ਥਿੰਕ ਜੇ ਆਪਾਂ ਬਿਲਕੁਲ ਜਿਸ ਤਰ੍ਹਾਂ ਡਾਕਟਰ ਬੋਨੀ ਹੈਨਰੀ ਨੇ ਦੱਸ ਰਿਹਾ, ਜਿੱਦਾਂ ਅਸੀਂ ਪਹਿਲਾਂ ਕੰਟਰੋਲ ਕੀਤਾ, ਇਹ ਜੂਰਿਸਡਿਕਸ਼ਨ ਨੂੰ ਬਹੁਤ ਸੇਫਸ ਬਣਾ ਕੇ ਰੱਖਿਆ, ਉਸੇ ਤਰ੍ਹਾਂ ਅਸੀਂ ਡਿਸਿਪਲਿਨ 'ਚ ਰਹਿ ਕੇ ਉਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰੀਏ ਹਮੇਸ਼ਾ, ਅਤੇ ਆਪਾਂ ਇਹ 'ਤੇ ਕਾਬੂ ਫੇਰ ਵੀ ਪਾ ਸਕਦੇ ਹਾਂ। ਸੋ ਇਸ ਕਰਕੇ ਬਾਰ-ਬਾਰ ਤੁਸੀਂ ਦੇਖਿਓ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਬਹੁਤ ਹੀ ਵੱਡੀ ਅਵੇਅਰਨੈਸ ਦੀ ਮੁਹਿੰਮ ਚੱਲੇਗੀ ਆਪਣੀ ਕਮਿਊਨਿਟੀ ਦੇ ਵਿੱਚ। ਅੱਛਾ ਜੀ, ਇਹ ਇਸ ਚੀਜ਼ ਦੇ ਉੱਤੇ ਖਾਸ ਤੌਰ 'ਤੇ ਚਿੰਤਤ ਹੈਗੀ ਸਰਕਾਰ ਕਿ ਅਸੀਂ ਭਾਵੇਂ ਕਿ ਕਦੀ ਨਹੀਂ ਇਹ ਪੁਆਇੰਟ ਆਊਟ ਕੀਤਾ ਵੀ ਕਿਹੜੀ ਕਮਿਊਨਿਟੀ ਵਿੱਚ ਆ ਰਹੇ ਆ, ਪਰ ਆਪਣੀ ਕਮਿਊਨਿਟੀ ਤਾਂ ਦੂਜੀਆਂ ਕਮਿਊਨਿਟੀਆਂ ਵਿੱਚ ਜਿੱਥੋਂ ਕੇਸ ਵੱਧਦੇ ਦਿਸਦੇ ਆ ਉੱਥੇ ਉਹ ਫਿਰ ਅਵੇਅਰਨੈਸ ਦਿੰਦੇ ਆ, ਤਾਂ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਇਨਫੋਰਮੇਸ਼ਨ ਮਿਲ ਸਕੇ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ, ਦੂਜਿਆਂ ਨੂੰ ਪ੍ਰੋਟੈਕਟ ਕਰ ਸਕਦੇ। ਸੋ ਆਈ ਥਿੰਕ ਪੂਰੀ, ਕਿਉਂਕਿ ਹੈਲਥ ਐਂਡ ਸੇਫਟੀ ਜਿਹੜੀ ਇਸ ਵੇਲੇ ਵੀ ਭਾਵੇਂ ਸਰਕਾਰ ਹਾਲੇ ਪੂਰੀ ਓਫੀਸ਼ੀਅਲੀ ਨਹੀਂ ਬਣੀ, ਪਰ ਹੈਲਥ ਐਂਡ ਸੇਫਟੀ ਬਾਰੇ ਹਾਲੇ ਤੱਕ ਵੀ ਉਹ ਕੰਮ ਚੱਲ ਰਿਹਾ, ਉਹ ਬਿਲਕੁਲ ਪਿੱਛੇ ਨਹੀਂ ਪਈ। ਡਾਕਟਰ ਬੋਨੀ ਹੈਨਰੀ ਨੂੰ ਅਸੀਂ ਪੂਰੀ ਸਪੋਰਟ ਦੇ ਰਹੇ ਹਾਂ। ਸੋ ਆਈ ਥਿੰਕ ਵੱਡੀ ਗੱਲ ਸਾਡੇ ਆਪਣੇ 'ਤੇ ਹੈਗਾ, ਡਾਕਟਰ ਬੋਨੀ ਹੈਨਰੀ ਸੋ ਮੱਚ ਹੀ ਕਰ ਸਕਦੇ ਆ। ਉਹ ਰੂਲ ਬਣਾ ਦੇਣਗੇ, ਕੱਲ੍ਹ ਨੂੰ ਫਿਰ ਸਾਰੇ ਬਿਜ਼ਨਸ ਬੰਦ ਹੋ ਜਾਣਗੇ, ਸਾਡੀਆਂ ਜੌਬਸ ਫੇਰ ਜਾਂਦੀਆਂ ਲੱਗਣਗੀਆਂ, ਇਕੋਨਮੀ ਫੇਰ ਥੱਲੇ ਬਿਲਕੁਲ ਬਹਿ ਜਾਏਗੀ। ਆਈ ਥਿੰਕ ਉਹ ਸਾਰਿਆਂ ਵਾਸਤੇ ਸਹੀ ਨਹੀਂ ਗੱਲ ਹੈਗੀ, ਪਲੱਸ ਸਾਡੇ ਬੰਦੇ ਬਿਮਾਰ ਹੋਣਗੇ ਆਪਣੇ। ਸੋ ਆਈ ਥਿੰਕ ਜੇ ਵਿਨ ਵਿਨ ਸਿਚੁਏਸ਼ਨ ਤਾਂ ਇਹੀ ਹੈਗੀ, ਜੇ ਆਪਾਂ ਪ੍ਰੀਵੈਂਟ ਕਰ ਲਈਏ, ਇਕੋਨਮੀ ਵੀ ਚੱਲਦੀ ਰਹੇ, ਲੋਕਾਂ ਦੀ ਜੌਬਸ ਚੱਲਦੀਆਂ ਰਹਿਣ, ਘਰ ਦੇ ਵਿੱਚ ਇਨਕਮ ਆਏਗੀ, ਅਤੇ ਬਾਕੀ ਦਾ ਆਪਣੇ ਜਿਹੜੇ ਹੈਗੇ ਲਵਡ ਵਨ ਉਹ ਵੀ ਸਾਰੇ ਸੇਫ ਹੋਣਗੇ। ਸੋ ਆਈ ਥਿੰਕ ਇਹ ਸਭ ਤੋਂ ਬੈਸਟ ਤਰੀਕਾ ਹੈਗਾ। ਸਰਾਜ ਸਾਹਿਬ, ਕੀ ਸਿਚੁਏਸ਼ਨ ਲੱਗਦੀ ਹੈ ਇਸ ਵੇਲੇ ਜੀ? ਪੂਰੇ ਕੈਨੇਡਾ ਦੇ ਵਿੱਚ ਹੀ ਕੇਸਿਸ ਵੱਧ ਰਹੇ ਆ, ਔਰ ਕੀ ਫੈਡਰਲ ਸਰਕਾਰ ਤਿਆਰ ਆ ਹੁਣ ਅੱਗੇ ਜੋ ਕੁਛ ਹੋਣਾ, ਅਤੇ ਜੇ ਰੱਬ ਨਾ ਕਰੇ ਜਿੱਦਾਂ ਲੱਗ ਰਿਹਾ ਵੀ ਬਿਜ਼ਨਸਿਸ ਬੰਦ ਹੋਣਗੇ, ਇਕੋਨਮੀ ਫਿਰ ਪਿੱਛੇ ਜਾਊਗੀ, ਪਹਿਲਾਂ ਹੀ ਬਹੁਤ ਬੁਰੀ ਹਾਲਤ ਆ, ਕੀ ਪਲਾਨ ਆ ਇਸ ਵੇਲੇ ਔਰ ਕੀ ਲੱਗ ਰਿਹਾ, ਕੀ ਸਿਚੁਏਸ਼ਨ ਆ ਜੀ? ਦੇਖੋ, ਐਜ਼ ਏ ਫੈਡਰਲ ਸਰਕਾਰ ਅਸੀਂ ਜਿਹੜੀ ਕਿਹੜੇ ਬਿਜ਼ਨਸ ਖੁੱਲ੍ਹਣੇ, ਕਿਹੜੇ ਬੰਦ ਹੋਣੇ, ਕਿੰਨੇ ਵਿਅਕਤੀ ਉਹਨਾਂ ਦੇ ਵਿੱਚ ਜਾ ਸਕਦੇ, ਉਹ ਸੂਬਿਆਂ ਦੀ ਜ਼ਿੰਮੇਵਾਰੀ ਦਿੱਤੀ, ਔਰ ਸੂਬੇ ਆਪਣੇ ਅਨੁਸਾਰ ਪ੍ਰੈਰੀਜ਼ ਤੋਂ ਇਲਾਵਾ BC ਵੈਸਟ ਕੋਸਟ ਜਾਂ ontario quebec ਹਰ ਇੱਕ ਦੇ ਮਸਲੇ ਆਪਣੇ ਆਪ ਦੇ ਜੁਦੇ ਹੈਗੇ ਆ, ਔਰ ਈਵਨ ਵਿਦਇਨ ਪ੍ਰੋਵਿੰਸਿਸ ਜਿੱਦਾਂ ਦੱਸਦਾ ਕਈ ਵਾਰੀ ਰੂਰਲ ਏਰੀਆ 'ਚ ਹੋਰ ਮਸਲੇ ਆ ਅਤੇ ਸ਼ਹਿਰੀ ਇਲਾਕੇ ਦੇ ਵਿੱਚ ਹੋਰ ਮਸਲੇ ਆ, ਉਹ ਹੱਲ ਕਰ ਰਹੇ ਆ। ਸੋ ਅਸੀਂ ਓਵਰਵਿਊ ਨੈਸ਼ਨਲੀ ਇੰਟਰਨੈਸ਼ਨਲ ਟਰੈਵਲ ਨੂੰ ਬਹੁਤ ਰਿਸਟ੍ਰਿਕਟ ਕੀਤਾ, ਜਿਹਦੇ ਨਾਲ ਅਸੀਂ ਓਨਲੀ ਹੁਣ 10% ਤਕਰੀਬਨ ਜਿਹੜੇ ਕੋਵਿਡ ਕੇਸਿਸ ਆ ਉਹ ਟਰੈਵਲਰਾਂ ਦੇ ਰਾਹੀਂ ਆ ਰਹੇ ਆ। ਸੋ ਉਸ ਪੱਖੋਂ ਅਸੀਂ ਇਹੀ ਬੇਨਤੀ ਕਰਦੇ, ਤੁਸੀਂ ਕੱਲ੍ਹ ਵੀ ਪ੍ਰਾਈਮ ਮਿਨਿਸਟਰ ਨੂੰ ਦੇਖਿਆ ਹੋਊਗਾ, ਉਹਨੇ ਕਿਹਾ ਲੋਕ ਕੋਵਿਡ ਸੱਕਸ, ਕੋਈ ਵੀ ਚਾਹੁੰਦਾ ਨਹੀਂ ਇਹ ਆਪਣੀ ਥੈਂਕਸਗਿਵਿੰਗ ਚਾਹੇ ਹੋਵੇ, ਚਾਹੇ ਕ੍ਰਿਸਮਸ ਹੋਣੀ ਆ, ਚਾਹੇ ਆਪਣੀ ਦੀਵਾਲੀ ਸੈਲੀਬ੍ਰੇਸ਼ਨ ਹੋਣੀ ਆ, ਹਰ ਇੱਕ ਮੰਗਦਾ ਕਿ ਅਸੀਂ ਰੌਣਕ ਮੇਲੇ 'ਚ ਕਰੀਏ। ਪਰ ਅਨਫੋਰਚੂਨੇਟਲੀ ਇਸ ਸਾਲ ਆਪਾਂ ਨੂੰ ਬੜਾ ਤਰੀਕੇ ਦੇ ਨਾਲ, ਸੰਭਾਲ ਦੇ ਨਾਲ ਸਾਨੂੰ ਮਨਾਉਣਾ ਚਾਹੀਦਾ। ਇਸੇ ਕਾਰਨ, ਕਿਉਂਕਿ ਜਦੋਂ ਆਪਾਂ ਸਟੋਰ ਨੂੰ ਜਾਂਦੇ ਜਾਂ ਕੈਸ਼ੀਅਰ ਦੇ ਕੋਲ ਜਾਂਦੇ ਆਪਾਂ 1-2 ਮਿੰਟ ਲਈ ਜਾਂਦੇ
ਜਾਂਦੇ ਆ। ਇਹ ਬਿਮਾਰੀ ਦਾ ਸੋ ਫਾਰ ਦੱਸਦੇ ਕਿ ਜਿੰਨਾ ਤੁਸੀਂ 10-15 ਮਿੰਟ ਤੁਸੀਂ ਬਾਹਰ ਰੱਖਦੇ ਆ ਉਹਦੇ ਸਪਰੈਡ ਹੋਣ ਦਾ ਤੁਹਾਡਾ ਚਾਂਸ ਜ਼ਿਆਦਾ। ਉਹ ਕਿੱਥੇ ਹੁੰਦਾ? ਉਹ ਜ਼ਿਆਦਾ ਹੁੰਦਾ ਵਿਆਹ ਸ਼ਾਦੀਆਂ ਤੇ ਤੁਸੀਂ ਘੰਟਾ ਤੁਸੀਂ ਸੇਮ ਵਿਅਕਤੀਆਂ ਦੇ ਨਾਲ ਉਹ ਰੂਮ ਦੇ ਵਿੱਚ ਰਹਿਣਾ। ਤੁਸੀਂ ਫਿਊਨਰਲ ਦੇ ਵਿੱਚ ਜਾਂਦੇ ਆ, ਤੁਸੀਂ ਲਾਰਜ ਜੇ ਹੋ ਗਿਆ ਕਰਾਊਡ ਜਾਂ ਉਹਨਾਂ ਦਾ ਭੋਗ ਤੇ। ਆਪਣੇ ਗੁਰੂ ਘਰਾਂ ਨੇ ਕਾਫੀ ਵਧੀਆ ਕੀਤਾ ਤਰੀਕਾ, ਰਾਤੀ ਇਵਨ CBC ਨੇ ਵੀ ਦਿਖਾ ਲਿਆ ਵੀ ਉਹਨੇ ਅਰੇਂਜਮੈਂਟ ਵਧੀਆ ਕੀਤੇ, ਸ਼ੀਲਡਾਂ ਲਾਈਆਂ, ਮਾਰਕਰ ਲਾਏ ਆ ਬੈਠਣ ਵਾਸਤੇ ਤਾਂ ਕਿ ਕੋਈ ਕਦੇ ਵੱਧ ਨਾ ਹੋਵੇ। ਪਰ ਜਦੋਂ ਘਰਾਂ ਦੇ ਵਿੱਚ ਆ ਅਸੀਂ ਸੋਚਦੇ ਕਰਾਂ ਉੱਥੇ ਰੂਲਸ ਨਹੀਂ ਅਪਲਾਈ ਕਰਦੇ ਵੀ ਸਾਡੀ ਪ੍ਰਾਈਵੇਟ ਪ੍ਰਾਪਰਟੀ। ਬਟ ਜਦੋਂ ਕੋਈ ਵਿਅਕਤੀ, ਔਰ ਆਪਾਂ ਇਹ ਨਹੀਂ ਸੋਚਦੇ ਕਿ ਉਹਦਾ ਜਿਹੜਾ ਇੰਪਲੀਕੇਸ਼ਨ ਆ ਉਹ ਬਹੁਤ ਸਨੋਬਾਲ ਇਫੈਕਟ ਬਹੁਤ ਵੱਡਾ। ਇੱਕ ਐਗਜ਼ਾਮਪਲ ਲੈ ਲਓ, 50 ਬੰਦਿਆਂ ਦਾ ਵੀ ਹੋਵੇ, ਉਹ 'ਚ ਕੋਵਿਡ ਫੈਲ ਗਿਆ ਇੱਕ ਵਿਅਕਤੀ ਤੋਂ, ਉਹ 50 ਜਣਿਆਂ ਨੂੰ ਆਪਣੇ ਟੱਬਰ ਤੇ ਕੰਮ ਵਾਲਿਆਂ ਨਾਲ ਜਿਨ੍ਹਾਂ ਨਾਲ ਉਹ ਕੰਮ ਕਰਦੇ ਤਕਰੀਬਨ 1000 ਵਿਅਕਤੀ ਨੂੰ 14 ਦਿਨ ਕੁਆਰੰਟੀਨ ਕਰਨਾ ਪੈਣਾ ਉਸ ਤੋਂ ਬਾਅਦ। ਸੋ ਉਹਦੇ ਨਾਲ ਜਿਹੜਾ ਬਹੁਤ ਵੱਡਾ ਹੋ ਜਾਂਦਾ। ਜੇ ਅਸੀਂ ਉਹਦੇ ਵਿੱਚ ਕੰਟਰੋਲ ਕਰ ਲਈਏ ਤਾਂ ਸਾਰੀ ਕੰਟਰੀ ਦਾ ਫਾਇਦਾ। ਉਹਨਾਂ ਕੋ ਇਕਨੋਮਿਕਲੀ ਵੀ ਅਸੀਂ ਜਿਵੇਂ BC ਨੇ ਸੋਹਣਾ ਤਰੀਕੇ ਨਾਲ ਦਿਖਾ ਲਿਆ ਕਿ ਤੁਸੀਂ ਬਿਜ਼ਨਸ ਵੀ ਆਪਣੇ ਚਲਾ ਸਕਦੇ, ਰੈਸਟੋਰੈਂਟ ਵੀ ਖੁੱਲ੍ਹ ਰਹੇ ਆ, ਸਾਡੇ ਟੇਕ ਆਊਟ ਵੀ ਚੱਲਦਾ, ਲਿਮਿਟਿਡ ਸੀਟਿੰਗ ਵੀ ਚੱਲਦੀ ਆ, ਕੰਸਟਰਕਸ਼ਨ ਵੀ ਚੱਲ ਰਿਹਾ, ਆਫਿਸਿਸ ਵੀ ਲਿਮਿਟਿਡ ਕੈਪੈਸਿਟੀ 'ਤੇ ਚੱਲ ਰਿਹਾ ਅਜੇ ਬੜਾ ਵਧੀਆ ਨਹੀਂ ਚੱਲ ਰਿਹਾ ਕਿਉਂਕਿ ਅਜੇ ਕੋਵਿਡ ਪ੍ਰੀਕਾਸ਼ਨ। ਪਰ ਅਸੀਂ ਫੇਅਰਲੀ, ਪਰ ਜੇ ਅਸੀਂ ਜ਼ਿਆਦਾ ਅਣਗਹਿਲੀਆਂ ਕਰਾਂਗੇ ਤਾਂ ਬਹੁਤ ਜਲਦੀ ਉਹ ਸ਼ਟ ਡਾਊਨ ਹੋ ਜਾਊਗਾ, ਜਿਹੜਾ ਕਿ ਕੋਈ ਵੀ ਨਹੀਂ ਚਾਹੁੰਦਾ। ਹੁਣ ਲੋਕ ਗਵਰਨਮੈਂਟ ਸਰਵਿਸਿਜ਼ ਵੀ ਚਾਹੁੰਦੇ ਆ, ਸਾਰੇ ਮੰਗਦੇ ਕਿ ਸੇਫ ਆ ਸਰਵਿਸ ਕੈਨੇਡਾ 'ਚ ਆਉਣ, ਮੁੜ ਕੇ IRCC ਦੇ ਵਿੱਚ ਆਉਣ। ਪਰ ਉਹ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੇ ਆਪ ਦੀ ਜ਼ਿੰਮੇਵਾਰੀ ਵੀ ਸੰਭਾਲੀਏ। ਸੁਰਿੰਦਰ ਤੂੜਾ ਜੀ, ਕੀ ਲੱਗਦਾ ਇਸ ਵੇਲੇ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਹੈਗੀ ਹੈ? ਪਤਾ ਸਾਨੂੰ ਸਾਰਿਆਂ ਨੂੰ, ਤੁਹਾਡੀ ਕੀ ਆਬਜ਼ਰਵੇਸ਼ਨ ਆ ਇੱਕ ਆਮ ਨਾਗਰਿਕ ਵਜੋਂ ਕਿ ਇਹ ਸਾਰਾ ਖਿਆਲ ਆਪਾਂ ਰੱਖਦੇ ਹਾਂ? ਕਿੰਨਾ ਕੁ ਰੱਖਦੇ ਹਾਂ? ਜੇ ਨਹੀਂ ਰੱਖਦੇ, ਸਾਨੂੰ ਪਤਾ ਖਤਰਾ ਬਹੁਤ ਆ, ਰੱਖਦੇ ਕਿਉਂ ਨਹੀਂ? ਪਤਾ ਹੈਗਾ ਜੀ ਸਾਰਿਆਂ ਨੂੰ ਇਸ ਵੇਲੇ, ਬੱਚੇ ਨੂੰ ਪਤਾ ਆ ਔਰ ਬਜ਼ੁਰਗਾਂ ਨੂੰ ਵੀ ਪਤਾ ਆ, ਸਾਨੂੰ ਵੀ, ਸਾਡੀ ਉਮਰ ਵਾਲਿਆਂ ਨੂੰ ਵੀ, ਸਾਰਿਆਂ ਨੂੰ ਪਤਾ, ਭੈਣਾਂ ਭਰਾਵਾਂ ਨੂੰ। ਪਰ ਚੱਕਰ ਇਹ ਆ ਕਿ ਮੈਂ ਇਹ ਚਾਹੁੰਦਾ, ਜਾਣੀ ਕਿ ਇੱਕ ਆਮ ਨਾਗਰਿਕ ਦੇ ਵੱਲੋਂ ਮੈਂ ਦੱਸ ਰਿਹਾ, ਮੈਂ ਇਹ ਚਾਹੁੰਦਾ ਕਿ ਮੈਂ ਜਦੋਂ ਇਕੱਠ ਦੇ ਵਿੱਚ ਜਾਂਦਾ ਮੈਂ ਮਾਸਕ ਨਾ ਪਾਵਾਂ, ਮਾਸਕ ਮੇਰੇ ਨਾਲ ਦਾ ਪਾਵੇ। ਮੈਨੂੰ ਖਤਰਾ ਉਹਦੇ ਤੋਂ ਆ ਨਾ ਕਿ ਮੈਂ ਪਤਾ ਨਹੀਂ ਕਿੰਨਿਆਂ ਨੂੰ ਹੋਰ ਬਿਮਾਰ ਕਰਨਾ, ਮੈਨੂੰ ਕੋਈ ਨਹੀਂ ਫਰਕ। ਇਹ ਜਿਹੜੀ ਸਾਡੇ ਆਪਣੇ ਆ ਨਾ ਸੋਚ ਬਣੀ ਆ, ਇਹ ਕੰਮ ਖਰਾਬ ਬਹੁਤ ਜ਼ਿਆਦਾ ਕਰ ਰਹੀ ਹੈ ਅੱਗੇ ਤੋਂ ਅੱਗੇ। ਕਿਉਂਕਿ ਜੇ ਹੁਣ ਮਾਸਕ ਪਾਉਣੇ ਆ ਤਾਂ ਜਿੱਥੇ ਜਿਹੜਾ ਪਾ ਸਕਦਾ, ਜਿਹੜਾ ਬਿਮਾਰ ਆ ਉਹ ਨਹੀਂ ਪਾਉਂਦਾ, ਪਰ ਤੇ ਉਹਨੂੰ ਜੇ ਪਾਉਣਾ ਉਹ ਸਾਰਿਆਂ ਨੂੰ ਪਾਉਣਾ ਚਾਹੀਦਾ। ਪਰ ਮੈਂ ਜਦੋਂ ਉਸ ਥਾਂ ਤੇ ਜਾ ਕੇ ਖੜਾ ਹੁੰਦਾ, ਮੈਂ ਇਹ ਚਾਹੁੰਦਾ ਕਿ ਯਾਰ ਮੈਂ ਕਾਹਤੇ ਪਾਵਾਂ? ਉਹਦੇ ਨਾਲ ਹੁਣ ਮੈਨੂੰ ਕੀ ਪਤਾ ਵੀ, ਲੱਗਦਾ ਤੇ ਇਹੋ ਹੀ ਆ ਵੀ ਮੈਨੂੰ ਥੋੜਾ ਬਿਮਾਰੀ ਆ, ਅਗਲੇ ਨੂੰ ਮੋਹਰਲੇ ਨੂੰ ਹੀ ਆ ਖਰੇ। ਇਹ ਕੀ ਪਤਾ ਵੀ ਮੈਨੂੰ ਕਦੋਂ ਮਿਲ ਜਾਣੀ ਆ। ਅਵੇਅਰਨੈਸ ਹੈਗੀ ਆ ਪਰ ਅਣਗਹਿਲੀਆਂ ਬਹੁਤ ਆ। ਅਣਗਹਿਲੀਆਂ ਦਾ ਕੀ ਕਾਰਨ ਆ ਜੀ? ਬਸ ਉਹ ਥੋੜਾ ਜਿਹਾ ਜੀ ਅੱਜ ਤੋਂ ਜਿੱਦਾਂ ਆਪਣੇ ਲਾ ਲਓ ਇੰਡੀਆ ਦੇ ਵਿੱਚ ਸੀਗਾ, ਆਪਣੇ ਪੰਜਾਬ ਦੇ ਵਿੱਚ ਖਾੜਕੂਬਾਦ ਦਾ ਜਦੋਂ ਦੌਰ ਸੀਗਾ, ਉਦੋਂ ਇੱਕ ਵਾਰੀ ਗੋਲੀ ਚੱਲਦੀ ਸੀਗੀ ਤਾਂ ਪਹਿਲਾਂ ਸਾਰੇ ਡਰਦੇ ਸੀਗੇ, ਫੇਰ ਹੌਲੀ ਰੋਜ਼ ਮਰਾਈਆ ਚੱਲ ਪਿਆ, ਫਿਰ ਰੋਜ਼ ਅਖਬਾਰਾਂ ਭਰਨ ਲੱਗ ਪਈਆਂ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਆ, ਤਾਂ ਬਾਹਰਲੇ ਡਰਦੇ ਹੁੰਦੇ ਸੀ। ਉਹ ਗੱਲ ਹੁਣ ਸਾਡੇ ਨਾਲ ਹੋਈ ਉਹ ਆ ਇੱਥੇ। ਜਿੱਦਣ ਤਾਂ ਕੋਵਿਡ ਦਾ ਸ਼ੁਰੂ ਹੋਇਆ ਉਦੋਂ ਸਾਰੇ ਡਰੇ ਆ। ਉਹ ਡਰਨ ਤੋਂ ਬਾਅਦ ਜਦੋਂ ਦੁਬਾਰਾ ਹੌਲੀ ਸਰਕਾਰਾਂ ਨੇ ਖੋਲ੍ਹਣਾ ਸ਼ੁਰੂ ਕੀਤਾ ਵੀ ਬਿਜ਼ਨਸ ਨਹੀਂ ਤਾਂ ਬੰਦ ਹੋ ਜਾਣੇ ਆ, ਉਹ ਤੋਂ ਬਾਅਦ ਫਿਰ ਉਹ ਇੰਨਾ ਕੁ ਨਿਡਰ ਹੋ ਗਿਆ, ਮੁੜ ਕੇ ਤਾਂ ਉਹ ਜੇ ਕਿਸੇ ਪਾਸੇ ਮੌਲ ਸੀਗੇ ਮੌਲ ਭਰ ਦਿੱਤੇ, ਜੇ ਆਪਣੇ ਰੋਡਾਂ ਸੀਗੀਆਂ ਰੋਡਾਂ ਤੇ ਜਾ ਬੜੇ। ਮਤਲਬ ਕਹਿਣ ਦਾ ਮਤਲਬ ਇੰਨਾ ਕੁ ਜਿਹੜੀ ਅਣਗਹਿਲੀ ਫਿਰ ਹੋਣੀ ਸ਼ੁਰੂ ਹੋ ਗਈ ਵੀ ਕੁਛ ਨਹੀਂ ਹੁੰਦਾ ਯਾਰ, ਇਹ ਮੈਨੂੰ ਤਾਂ ਹੋਇਆ ਨਹੀਂ, ਖਰੇ ਹੋਣਾ ਵੀ ਨਹੀਂ। ਬਲਜਿੰਦਰ ਜੀ, ਤੁਹਾਨੂੰ ਕੀ ਲੱਗਦਾ ਜੀ, ਕੀ ਕਾਰਨ ਆ ਇਹਦਾ, ਜਾਂ ਤੁਹਾਡੀ ਕੀ ਆਬਜ਼ਰਵੇਸ਼ਨ ਆ? ਲੋਕ ਖਿਆਲ ਰੱਖਦੇ ਆ ਜਾਂ ਨਹੀਂ? ਆਈ ਥਿੰਕ ਮਿਕਸਡ ਹੈਗਾ। ਬਹੁਤ ਸਾਰੇ ਲੋਕ ਰੱਖਦੇ ਵੀ ਨੇ ਤੇ ਬਹੁਤ ਸਾਰੇ ਲੋਕ ਨਹੀਂ ਵੀ ਰੱਖਦੇ। ਮੈਂ ਪਰਸਨਲੀ ਥੋੜ੍ਹੇ ਜਿਹੇ ਸਮਾਲ ਬਿਜ਼ਨਸਿਸ ਦੇਖੇ ਨੇ, ਇਸ ਸਿਟੀ 'ਚ ਵੀ ਦੇਖੇ ਨੇ ਜਿੱਥੇ ਭਾਵੇਂ ਮੈਂਡੇਟਰੀ ਆ ਮਾਸਕਸ ਪਾਉਣੇ, ਪਰ ਨਾ ਉਹਨਾਂ ਦੇ ਸਟੋਰ ਦੇ ਵਿੱਚ ਕਿਸੇ ਨੇ ਪਾਏ ਹੋਏ ਸੀ ਤੇ ਨਾ ਮੈਨੇਜਮੈਂਟ ਨੇ ਪਾਏ ਹੋਏ ਸੀ। 2-3 ਵਾਰ ਮੇਰੀ ਇਹ ਆਬਜ਼ਰਵੇਸ਼ਨ ਹੋ ਚੁੱਕੀ ਹੈ। ਜਦੋਂ ਕਿ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਟੋਰ ਦੇ ਵਿੱਚ ਜਾਂਦੇ ਹਾਂ ਤਾਂ ਅਸੀਂ ਮਾਸਕ ਪਾ ਕੇ ਜਾਈਏ, ਅਸੀਂ ਆਪਣੇ ਹੱਥ ਬਾਰ-ਬਾਰ ਸੈਨੀਟਾਈਜ਼ ਕਰੀਏ, ਜੇ ਧੋ ਸਕਦੇ ਹਾਂ ਹੱਥ ਤਾਂ ਧੋਈਏ। ਇਹ ਮੇਰੀ ਇੱਕ ਆਬਜ਼ਰਵੇਸ਼ਨ ਆ। ਦੂਜੀ ਆਬਜ਼ਰਵੇਸ਼ਨ ਇਹ ਹੈ ਕਿ ਕੋਲਡ ਦਾ ਸੀਜ਼ਨ ਆ, ਫਲੂ ਦਾ ਸੀਜ਼ਨ ਆ। ਬਹੁਤ ਲੋਕ ਜਿਹੜੇ ਨੇ ਉਹ ਓਨੈਸਟ ਨਹੀਂ ਆਪਣੇ ਆਪ ਦੇ ਨਾਲ। ਜੇ ਤੁਹਾਨੂੰ ਫਲੂ ਜਾਂ ਕੋਲਡ ਹੁੰਦਾ ਤਾਂ ਤੁਹਾਨੂੰ ਜਾਣਾ ਹੀ ਨਹੀਂ ਚਾਹੀਦਾ, ਨਾ ਕਿਸੇ ਦੇ ਘਰ ਜਾਣਾ ਚਾਹੀਦਾ, ਨਾ ਕਿਸੇ ਬਿਜ਼ਨਸ ਵਿੱਚ ਜਾਣਾ ਚਾਹੀਦਾ, ਤੁਹਾਨੂੰ ਅਵੋਇਡ ਕਰਨਾ ਚਾਹੀਦਾ ਐਂਡ ਓਨੈਸਟ ਰਹਿਣਾ ਚਾਹੀਦਾ ਕਿ ਦੱਸ ਦਿਓ ਤੁਸੀਂ ਉਹਨਾਂ ਨੂੰ ਕਿ ਅਸੀਂ ਨਹੀਂ ਆ ਸਕਦੇ, ਸਾਨੂੰ ਫਲੂ ਆ ਜਾਂ ਕੋਲਡ ਆ, ਅੰਟਿਲ ਕਿ ਤੁਸੀਂ ਸ਼ੋਰ ਨਹੀਂ ਹੁੰਦੇ
ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਕਿਉਂਕਿ ਸਰਦੀਆਂ ਨੇ, ਸਰਦੀਆਂ ਦੇ ਵਿੱਚ ਮੌਸਮ ਚੇਂਜ ਹੁੰਦਾ, ਚੇਂਜ ਹੋਣ ਦੇ ਨਾਲ ਫਲੂ ਤੇ ਕੋਲਡ ਤਕਰੀਬਨ ਬੱਚਿਆਂ ਨੂੰ ਵੀ ਹੁੰਦਾ, ਬਜ਼ੁਰਗਾਂ ਨੂੰ ਵੀ ਹੁੰਦਾ, ਹਰ ਵਰਗ ਦੇ ਲੋਕਾਂ ਨੂੰ ਹੁੰਦਾ, ਤੇ ਉਹ ਇਹਦੇ ਨਾਲ ਵੀ ਇਹਨੂੰ ਕਰ ਲੈਂਦੇ ਨੇ ਕਿ ਇਹ ਕੋਵਿਡ ਨਹੀਂ ਹੈਗਾ, ਫਲੂ ਤੇ ਕੋਲਡ ਹੀ ਹੈ, ਸਾਡੇ ਤੋਂ ਕਿਸੇ ਨੂੰ ਹੋਣਾ ਨਹੀਂ। ਪਰ ਜਦੋਂ ਤੱਕ ਤੁਸੀਂ ਟੈਸਟਿੰਗ ਨਹੀਂ ਕਰਾਉਂਦੇ ਤੁਹਾਨੂੰ ਪਤਾ ਨਹੀਂ, ਇਟਸ ਅ ਮਿਕਸਚਰ। ਤੀਜੀ ਗੱਲ ਮੈਨੂੰ ਲੱਗਦਾ ਕਿ ਬਿਕਾਜ਼ ਲੋਕੀ ਥੱਕ ਚੁੱਕੇ ਨੇ ਘਰਾਂ 'ਚ ਰਹਿ ਕੇ, ਲੋਕਾਂ ਨੂੰ ਲੱਗਦਾ ਕਿ ਹਾਂ ਸਾਡੇ ਰਿਸ਼ਤੇਦਾਰ, ਸਾਡਾ ਆਲਾ ਦੁਆਲਾ, ਖਾਸ ਕਰਕੇ ਬਜ਼ੁਰਗ ਜਿਹੜੇ ਨੇ ਆਪਣੇ ਆਪ ਨੂੰ ਆਈਸੋਲੇਸ਼ਨ 'ਚ ਫੀਲ ਕਰਦੇ ਨੇ, ਉਹਦੇ ਨਾਲ ਵੀ ਲੋਕਾਂ ਨੂੰ ਲੱਗਦਾ ਕਿ ਅਸੀਂ ਬਾਹਰ ਜਾ ਸਕਦੇ ਹਾਂ, ਬਾਹਰ ਜਾ ਕੇ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ, ਅਸੀਂ ਇੱਕ ਦੂਜੇ ਨੂੰ ਮਿਲ ਵਰਤ ਸਕਦੇ ਹਾਂ। ਪਰ ਇੱਕੋ ਹੀ ਚੀਜ਼ ਆ, ਤੁਸੀਂ ਜਿਹਨੂੰ ਮਰਜ਼ੀ ਮਿਲੋ, ਤੁਸੀਂ ਜੋ ਮਰਜ਼ੀ ਕਰੋ, ਈਵਨ ਵੈਡਿੰਗਸ ਵੀ ਤੁਸੀਂ ਜੇ ਕਰਦੇ ਹੋ ਪ੍ਰੀਕਾਸ਼ਨ 'ਚ ਰਹਿ ਕੇ ਕਰੋ। ਜੇ ਤੁਹਾਡੇ ਘਰ ਵੀ ਕੋਈ ਆਉਂਦਾ ਉਹ ਪ੍ਰੀਕਾਸ਼ਨ 'ਚ ਰਹਿ ਕੇ ਕਰੋ। ਅਸੀਂ ਪਰਸਨਲੀ ਇੱਕ ਵੈਡਿੰਗ ਕੀਤੀ ਸੀ, ਅਸੀਂ ਮਾਸਕ ਵੀ ਰੱਖੇ ਸੀ, ਸੈਨੀਟਾਈਜ਼ਰਸ ਟੇਬਲ ਤੇ ਵੀ ਰੱਖੇ ਸੀ, ਘਰ ਆਉਂਦਿਆਂ ਲਈ ਵੀ ਸੈਨੀਟਾਈਜ਼ਰ ਰੱਖੇ ਸੀ, ਡਿਸਟੈਂਸ ਵੀ ਮੇਨਟੇਨ ਕੀਤਾ ਸੀ। ਐਂਡ ਜਿਵੇਂ ਰਣਦੀਪ ਹੁਣਾਂ ਨੇ ਕਿਹਾ ਕਿ ਗੁਰੂ ਘਰਾਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਸੀ। ਉਹਨਾਂ ਦੀ ਜਿਹੜੀ ਸੈਟਿੰਗ ਸੀ, ਜਦੋਂ ਅਸੀਂ ਉੱਥੇ ਪਹੁੰਚੇ ਆ ਤਾਂ ਇੱਕ ਟੇਬਲ ਦੇ ਉੱਤੇ ਉਹਨਾਂ ਨੇ 2-2 ਚੇਅਰਸ ਰੱਖੀਆਂ ਸੀ, ਉਹ ਵੀ 6 ਫੀਟ ਦੇ ਡਿਸਟੈਂਸ ਦੇ ਨਾਲ ਰੱਖੀਆਂ ਹੋਈਆਂ ਸੀ। ਸੋ ਆਈ ਵਾਸ ਵੈਰੀ ਪ੍ਰਾਊਡ ਆਫ ਐਕਚੁਅਲੀ ਲੁਕਿੰਗ ਐਟ ਦੈਟ। ਉਹਨਾਂ ਨੇ ਮਾਰਕਰਸ ਉੱਪਰ ਵੀ ਲਾਏ ਹੋਏ ਸੀ, ਸਾਰੇ ਜਣੇ ਆਪਣੇ ਆਪਣੇ ਡਿਸਟੈਂਸ ਤੇ ਬੈਠੇ ਸੀ। ਸੋ ਜੇ ਅਸੀਂ ਪ੍ਰੀਕਾਸ਼ਨ ਸਾਰੀਆਂ ਜਿਵੇਂ ਉਹਨਾਂ ਨੇ ਗੁਰੂ ਘਰਾਂ ਨੇ ਵਰਤੀਆਂ ਨੇ, ਅਸੀਂ ਆਪਣੇ ਘਰਾਂ ਦੇ ਵਿੱਚ ਵੀ ਵਰਤਦੇ ਹਾਂ, ਆਲੇ ਦੁਆਲੇ 'ਚ ਵੀ ਵਰਤਦੇ ਹਾਂ। ਬਿਕਾਜ਼ ਹੁਣ ਜਿਨ੍ਹਾਂ ਨੇ ਟ੍ਰਾਂਜ਼ਿਟ ਲੈਣੀ ਉਹਨਾਂ ਨੂੰ ਟ੍ਰਾਂਜ਼ਿਟ ਵੀ ਲੈਣੀ ਪੈਣੀ ਆ, ਜਿਹੜੇ ਕੰਮ ਤੁਸੀਂ ਕਰਨੇ ਨੇ ਉਹ ਕਰਨੇ ਹੀ ਨੇ। ਪਰ ਜੇ ਤੁਸੀਂ ਪ੍ਰੀਕਾਸ਼ਨ ਰੱਖ ਕੇ ਕਰੋ, ਲੋਕੀ ਕੰਮਾਂ 'ਤੇ ਵੀ ਜਾਂਦੇ ਨੇ, ਤੁਸੀਂ ਆਪਣੇ ਹੈਂਡਸ ਵਾਸ਼ ਕਰਦੇ ਹੋ, ਬਾਹਰੋਂ ਆ ਕੇ ਤੁਸੀਂ ਕਿਸੇ ਨਾਲ ਸਿੱਧਾ ਸੰਪਰਕ ਨਹੀਂ ਕਰਦੇ, ਤੇ ਮੈਨੂੰ ਲੱਗਦਾ ਇਹਦੇ ਤੋਂ ਬਚਿਆ ਜਾ ਸਕਦਾ। ਅਮਰੀਕ ਸਿੰਘ ਜੀ, ਤੁਸੀਂ ਫਾਰਮਾਸਿਸਟ ਹੋ, ਤੁਹਾਡੀ ਕੀ ਆਬਜ਼ਰਵੇਸ਼ਨ ਆ ਜਾਂ ਕੀ ਲੱਗਦਾ ਵੀ ਹੁਣ ਫਲੂ ਸ਼ਾਟਸ ਲੋਕ ਜ਼ਿਆਦਾ ਲਵਾ ਰਹੇ ਆ, ਨਹੀਂ ਲਵਾ ਰਹੇ, ਜਾਂ ਲੋਕ ਕੀ ਸੋਚਦੇ, ਤੁਸੀਂ ਕੀ ਆਬਜ਼ਰਵ ਕਰਦੇ ਹੋ ਜੀ? ਨਹੀਂ ਜੀ, ਇਸ ਸਾਲ ਤਾਂ ਐਵੇਂ ਆ ਕਿ ਫਲੂ ਸ਼ਾਟ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖਿਆ, ਉਹਦੇ ਨਾਲੋਂ ਜਿਹੜੇ ਪਾਪੂਲੇਸ਼ਨ ਦੀ ਗਿਣਤੀ ਆ ਜਿਨ੍ਹਾਂ ਨੇ ਲਵਾਏ ਨੇ ਇਸ ਸਾਲ ਆਲਰੇਡੀ, ਉਹ ਕਈ ਗੁਣਾ ਜ਼ਿਆਦਾ ਆ। ਅੱਛਾ ਜੀ। ਬਿਕੋਜ਼ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਆ ਕਿ ਸਾਨੂੰ, ਜੇ ਕਈਆਂ ਨੂੰ ਤਾਂ ਇਹ ਡਰ ਆ ਕਿ ਸਾਨੂੰ ਜੇ ਈਵਨ ਫਲੂ ਹੋ ਗਿਆ ਤੇ ਉਹਨਾਂ ਨੂੰ 14 ਦਿਨ ਕੁਆਰੰਟਾਈਨ ਕਰਨਾ ਪੈਣਾ, ਰਾਈਟ? ਬਿਕੋਜ਼ ਸਿੰਪਟਮਸ ਜਿਹੜੇ ਨੇ ਸ਼ੁਰੂ ਦੇ ਵਿੱਚ ਓਵਰਲੈਪ ਕਰਦੇ ਨੇ ਫਲੂ ਦੇ, ਕੋਵਿਡ-19 ਦੇ। ਸੋ ਪਲੱਸ ਇਸ ਵਾਰੀ ਸਰਕਾਰ ਨੇ ਵੀ ਮੈਸੇਜ ਕਾਫੀ ਵਧੀਆ ਦਿੱਤਾ ਹੈ ਕਿ ਤੁਸੀਂ ਸਾਰੇ ਜਣੇ ਫਲੂ ਸ਼ਾਟ ਲਗਾਓ। ਸੋ ਉਹ ਕੈਂਪੇਨ ਦੇ ਕਰਕੇ ਬਹੁਤ ਜ਼ਿਆਦਾ ਪੋਪੂਲੇਸ਼ਨ ਜਿਹੜੀ ਹੈ ਇਸ ਵਾਰੀ ਵੈਕਸੀਨੇਸ਼ਨਸ ਲੈ ਰਹੀ ਹੈ, ਅਤੇ ਲੈਣੀਆਂ ਵੀ ਚਾਹੀਦੀਆਂ ਨੇ, ਰਾਈਟ? ਬਿਕੋਜ਼ ਜਿਹੜੀ ਇਹਦੇ ਵਿੱਚ ਸਪੈਸ਼ਲੀ ਜਿਹੜੀ ਹਾਈ ਰਿਸਕ ਪਾਪੂਲੇਸ਼ਨ ਆ, ਜਿਹੜੇ 65 ਤੋਂ ਉੱਤੇ ਨੇ, ਜਾਂ ਜਿਨ੍ਹਾਂ ਨੂੰ ਕੋਈ ਕੰਪਲੀਕੇਸ਼ਨ ਆ ਜਿੱਦਾਂ ਡਾਇਬਟੀਜ਼ ਜਾਂ ਵਗੈਰਾ, ਉਹਨਾਂ ਦੇ ਵਿੱਚ ਕੋਵਿਡ ਦੇ ਕਰਕੇ ਨਮੋਨੀਆ ਦੇ ਚਾਂਸਸ ਬਹੁਤ ਜ਼ਿਆਦਾ ਨੇ। ਸੋ ਉਹਦੀ ਵੈਕਸੀਨੇਸ਼ਨ ਆਉਂਦੀ ਹੈ, ਰਾਈਟ? ਉਹ ਵੈਕਸੀਨੇਸ਼ਨ ਤੁਹਾਨੂੰ ਲੈ ਲੈਣੀ ਚਾਹੀਦੀ ਹੈ। ਸੋ ਐਟਲੀਸਟ ਇੱਕ ਕੰਪਲੀਕੇਸ਼ਨ ਤੋਂ ਤੁਸੀਂ ਬਚ ਸਕਦੇ ਹੋ। ਸੋ ਫਾਰ ਜੀ ਟ੍ਰੈਂਡ ਇਹੀ ਹੈ ਕਿ ਬਹੁਤ ਜ਼ਿਆਦਾ ਲੋਕ ਆ ਰਹੇ ਨੇ ਫਲੂ ਸ਼ਾਟਸ ਦੇ ਲਈ, ਬਟ ਅਗੇਨ ਗੌਰਮੈਂਟ ਦੇ ਵੱਲੋਂ ਜਿਹੜੀ ਸਪਲਾਈ ਆ ਉਹ ਵੀ ਸੋ ਫਾਰ ਲਿਮਟਿਡ ਸੀ। ਅਜੇ ਡਿਸਟਰੀਬਿਊਸ਼ਨ ਦੇ ਵਿੱਚ ਬਹੁਤ ਜ਼ਿਆਦੀਆਂ ਆਬਸਟੈਕਲਸ ਨੇ। ਸੋ ਦੇ ਆਰ ਟਰਾਈਂਗ ਦੇਅਰ ਬੈਸਟ, ਬਟ ਅਗੇਨ ਜਿਹੜੀ ਡਿਮਾਂਡ ਇੰਨੀ ਜ਼ਿਆਦਾ ਹੋਣ ਕਰਕੇ ਸਪਲਾਈ ਸੋ ਫਾਰ ਅਜੇ ਉਨੀ ਜ਼ਿਆਦਾ ਨਹੀਂ ਹੋਈ। ਇਹਦੇ ਤੋਂ ਕਿਹੜੀ ਚੀਜ਼ ਤੋਂ ਬਚਾਅ ਹੋ ਜਾਂਦਾ ਵੀ ਜੇ ਜਿਹੜੀ ਵੈਕਸੀਨ ਲਵਾ ਲਓ, ਜਾਂ ਇਹਦਾ ਕਈ ਲੋਕ ਡਰਦੇ ਆ ਵੀ ਇਹਦੇ ਨਾਲ ਬੰਦਾ ਬਿਮਾਰ ਹੋ, ਬਾਂਹ ਦਰਦ ਕਰਦੀ ਰਹਿੰਦੀ ਕੁਛ ਦਿਨ, ਇਹ ਕੀ ਹੁੰਦਾ ਜੀ? ਸੋ ਜੀ ਓਬਵੀਅਸਲੀ ਜਿਸ ਸਾਈਡ 'ਤੇ ਤੁਸੀਂ ਇੰਜੈਕਟ ਕਰਦੇ ਹੋ ਉੱਥੇ ਕੁਛ ਦਰਦ ਤਾਂ ਹੋ ਸਕਦਾ, ਰਾਈਟ? ਉੱਥੇ ਦਰਦ ਹੋਵੇਗਾ, ਬਿਕੋਜ਼ ਤੁਸੀਂ ਜਿਵੇਂ ਯੂ ਕੈਨ ਪੁੱਟ ਅ ਨੀਡਲ ਇਨ, ਤੁਹਾਡੇ ਦਰਦ ਹੋਊਗਾ ਥੋੜ੍ਹੇ ਦਿਨ, 1 ਦਿਨ ਹੋ ਸਕਦਾ, 2 ਦਿਨ ਹੋ ਸਕਦਾ। ਬਟ ਕਈਆਂ ਦੇ ਜਿੱਦਾਂ ਹੁਣ ਕਾਮਨ ਕੋਲਡ ਆ, ਉਹ ਇੱਕ ਡਿਫਰੈਂਟ ਵਾਇਰਸ ਕਰਕੇ ਹੁੰਦਾ, ਉਹਦੇ ਸਿੰਪਟਮ ਜਿਹੜੇ ਸਾਰੇ ਸੇਮ ਨੇ। ਤੁਹਾਨੂੰ ਸਟ੍ਰੈਪ ਥਰੋਟ ਹੋ ਗਿਆ, ਉਹਦੇ ਸਿੰਪਟਮ ਜਿਹੜੇ ਨੇ ਉਹ ਵੀ ਥੋੜ੍ਹੇ ਓਵਰਲੈਪ ਕਰਦੇ ਨੇ। ਸੋ ਜਿਹੜਾ ਫਲੂ ਆ, ਲਾਈਕ ਸਾਡੇ ਮੇ ਬੀ ਇਹ ਪਰਸੈਪਸ਼ਨ ਹੈ ਜੀ, ਜੇ ਕਿਸੇ ਨੂੰ ਉਹਦੇ ਵਾਟਰੀ ਨੋਜ਼ ਆ ਜਾਂ ਵਾਟਰੀ ਆਈਜ਼ ਆ, ਜਾਂ ਕਿਸੇ ਦਾ ਗਲਾ ਦੁਖਦਾ ਆ, ਤਾਂ ਉਹਨੂੰ ਫਲੂ ਹੀ ਮੰਨ ਲੈਂਦੇ ਆ, ਬਿਲਕੁਲ ਉਹਨੂੰ ਫਲੂ ਹੀ ਹੋਇਆ। ਬਟ ਉਹ ਫਲੂ ਜਿਹੜਾ ਅਸਲ ਦੇ ਵਿੱਚ ਉਹ ਕਿਸੇ ਹੋਰ ਵਾਇਰਸ ਕਰਕੇ ਕਾਮਨ ਕੋਲਡ ਵੀ ਹੋ ਸਕਦਾ, ਉਹ ਕਿਸੇ ਬੈਕਟੀਰੀਆ ਕਰਕੇ ਸਟ੍ਰੈਪ ਥਰੋਟ ਵੀ ਹੋ ਸਕਦਾ। ਸੋ ਉਹ ਜਿਹੜੇ ਲੱਛਣ ਨੇ ਉਹ ਓਵਰਲੈਪ ਕਰਦੇ ਨੇ। ਸੋ ਜਿਹੜਾ ਫਲੂ ਆ ਉਹ ਤੁਹਾਨੂੰ ਸਿਰਫ ਫਲੂ ਦੇ ਵਾਇਰਸ ਤੋਂ, ਜਿਹੜੇ ਫਲੂ ਦੇ ਇੰਜੈਕਸ਼ਨ ਨੇ ਫਲੂ ਦੇ ਵਾਇਰਸ ਤੋਂ ਹੀ ਬਚਾਉਣਗੇ, ਰਾਈਟ? ਸੋ ਦੇਰੇ ਫਲੂ ਦੇ ਕਈ ਤਰ੍ਹਾਂ ਦੇ ਇਨਫਲੂਐਂਜ਼ਾ ਏ ਤੇ ਵੀ ਕਈ ਤਰ੍ਹਾਂ ਵਾਇਰਸ ਨੇ ਜਿਹੜਾ ਫਲੂ ਕਰਦੇ ਨੇ। ਸੋ ਸਿਰਫ ਉਹਦੇ ਤੋਂ ਹੀ ਬਚਾ ਸਕਦੇ ਆ। ਬਟ ਦੈਨ ਅਗੇਨ ਯੂ ਹੈਵ ਵਨ ਲੈਸ ਥਿੰਗ ਟੂ ਵਰੀ ਅਬਾਊਟ, ਕਿ ਤੁਸੀਂ ਜੇ ਫਲੂ ਸ਼ਾਟ ਲੈ ਲਿਆ ਤੇ ਐਟਲੀਸਟ ਤੁਸੀਂ ਉਸ ਚੀਜ਼ ਤੋਂ ਤਾਂ ਇਮਿਊਨ ਹੋ ਸਕਦੇ ਆ, ਤੁਹਾਡੇ ਸਰੀਰ ਦੇ ਵਿੱਚ ਉਹਦੇ ਲਈ ਇਮਿਊਨਿਟੀ ਬਣ ਸਕਦੀ ਆ।
ਬਟ ਅਗੇਨ ਫੀਵਰ, ਜੇ ਕਿਸੇ ਨੂੰ ਫੀਵਰ ਹੋ ਜਾਂਦਾ ਜਾਂ ਕਿਸੇ ਨੂੰ ਲੱਗਦਾ ਹੈ ਕਿ ਉਹਨੂੰ ਫਲੂ ਦੇ ਲੱਛਣ ਮੁੜ ਕੇ ਆਉਣੇ ਸ਼ੁਰੂ ਹੋ ਗਏ ਇੰਜੈਕਸ਼ਨ ਲੈਣ ਤੋਂ ਬਾਅਦ, ਸੋ ਹੋ ਸਕਦਾ ਕਿ ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੂੰ ਕੋਈ ਹੋਰ ਉਹਨਾਂ ਨੇ ਵਾਇਰਸ ਕੰਟਰੈਕਟ ਕਰ ਲਿਆ ਹੋਵੇ ਜਿੱਦਾਂ ਕਾਮਨ ਕੋਲਡ ਦਾ, ਅਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਫਲੂ ਸ਼ਾਟ ਲਿਆ ਉਹਨਾਂ ਨੂੰ ਉਸ ਵੇਲੇ ਉਹਦੇ ਜਿਹੜੇ ਸਿੰਪਟਮਸ ਨਹੀਂ ਸੀਗੇ, ਬਟ ਉਸ ਤੋਂ ਫਲੂ ਸ਼ਾਟ ਲੈਣ ਤੋਂ ਬਾਅਦ ਉਹਨਾਂ ਨੂੰ ਸਿੰਪਟਮ ਸ਼ੁਰੂ ਹੋ ਗਏ। ਸੋ ਕਈਆਂ ਦੇ ਮਨਾਂ ਦੇ ਵਿੱਚ ਇਹ ਪਰਸੈਪਸ਼ਨ ਹੈਗੀ ਹੈ ਜੀ ਕਿ ਸਾਨੂੰ ਫਲੂ ਸ਼ਾਟ ਲੈਣ ਤੋਂ ਬਾਅਦ ਜੀ ਸਾਨੂੰ ਫਲੂ ਹੋ ਜਾਂਦਾ, ਵਿਚ ਇਜ਼ ਨਾਟ ਅ ਐਕੂਰੇਟ ਅਜ਼ੰਪਸ਼ਨ। ਇੱਦਾਂ ਨਹੀਂ ਹੁੰਦਾ ਮੋਸਟ ਕੇਸਿਸ 'ਚ। ਤੁਹਾਨੂੰ ਹੋ ਸਕਦਾ ਸਾਈਟ 'ਤੇ ਜਿੱਥੇ ਇੰਜੈਕਟ ਕਰਦੇ ਉੱਥੇ ਦਰਦ ਹੋਵੇ, ਬਟ ਉਹ ਇੱਕ ਅੱਧੇ ਦਿਨ ਦੇ ਵਿੱਚ ਠੀਕ ਹੋ ਜਾਂਦੀ ਹੈ। ਤੇ ਕਈਆਂ ਨੂੰ ਲੱਗਦਾ ਬੁਖਾਰ ਪੱਕਾ ਹੀ ਹੁੰਦਾ ਜੇ ਫਲੂ ਸ਼ਾਟ ਲਵਾ ਲਓ, ਵੀ ਉਹ ਕਹਿੰਦੇ ਫਲੂ ਤਾਂ ਹੋਣਾ ਹੀ ਆ, ਬੁਖਾਰ ਹੋਣਾ ਹੀ ਆ, ਫਿਰ ਲਵਾ ਕੇ ਜ਼ਰੂਰ ਕਰਨਾ, ਜੇ ਵੈਸੇ ਹੀ ਹੋ ਜਾਊਗਾ ਦੇਖਾਂਗੇ, ਹੋ ਸਕਦਾ ਬਚ ਵੀ ਜਾਈਏ। ਮੈਨੂੰ ਲਵਾਏ ਨੂੰ ਜੀ ਫਲੂ ਸ਼ਾਟ ਆਲਮੋਸਟ 3 ਵੀਕ ਹੋ ਗਏ, ਮੈਨੂੰ ਤਾਂ ਹੋਇਆ ਨਹੀਂ, ਰਾਈਟ। ਸੋ ਅਗੇਨ ਇਟਸ ਐਵਰੀ ਡਿਫਰੈਂਟ ਜੀਨੋਟਾਈਪ ਆ। ਜੇ ਕਿਸੇ ਨੂੰ ਹੋ ਵੀ ਜਾਂਦਾ ਉਹ ਲਗਾਏ ਤੋਂ ਬਾਅਦ, ਉਹ ਇਹ ਹੋ ਸਕਦਾ ਜੀ ਕਿਸੇ ਦੀ ਇਮਿਊਨਿਟੀ ਜਿਹੜੀ ਆ ਉਹ ਕੰਮ ਕਰ ਰਹੀ ਆ, ਜਦੋਂ ਆਪਾਂ ਇੰਜੈਕਟ ਕਰਦੇ ਆ ਉਹ ਐਡਜੂਵੈਂਟ, ਸੋ ਜਿਹੜਿਆਂ ਦੀ ਇਮਿਊਨਿਟੀ ਆ ਉਹਦੇ ਅਗੇਂਸਟ ਕੰਮ ਕਰ ਰਹੀ ਆ ਕਿ ਐਂਟੀਬੋਡੀਜ਼ ਬਣ ਰਹੀਆਂ ਨੇ। ਸੋ ਦੇयर ਇਜ਼ ਅ ਪੋਸੀਬਿਲਿਟੀ ਕਿ ਹੋ ਜਾਵੇ, ਬਟ ਅਗੇਨ ਇਹਦਾ ਇਹ ਨਹੀਂ ਗਾ ਕਿ ਜਿਹੜਾ ਇਨਫਲੂਐਂਜ਼ਾ ਉਹ ਡੈਡਲੀ ਆ ਜੀ। ਜਿਹਨੂੰ ਫਲੂ ਹੋ ਜਾਂਦਾ ਆ, ਜਿਹੜਾ ਹਾਈ ਰਿਸਕ ਪਾਪੂਲੇਸ਼ਨ ਨੂੰ ਕਈ ਮੌਤਾਂ ਹੁੰਦੀਆਂ ਉਹਦੇ ਨਾਲ ਹਰੇਕ ਸਾਲ ਦਾ, ਤੁਸੀਂ ਜੇ ਡਾਟਾ ਕੱਢ ਕੇ ਦੇਖੋਗੇ। ਸੋ ਮੇਰੇ ਹਿਸਾਬ ਨਾਲ ਤਾਂ ਜੀ ਫਲੂ ਸ਼ਾਟ ਲੈਣਾ ਇਟਸ ਰਿਕਮੈਂਡਡ, ਸਪੈਸ਼ਲੀ ਇਨ ਦਿਸ ਸੀਜ਼ਨ, ਸੋ ਦੈਟ ਕਿ ਤੁਸੀਂ ਇੱਕ ਕੰਪਲੀਕੇਸ਼ਨ ਤੋਂ ਤਾਂ ਬਚ ਸਕੋ। ਪਲੱਸ ਨਮੋਨੀਆ ਸ਼ਾਟ ਜਿਹਨਾਂ ਨੂੰ ਕੋਈ ਕੰਪਲੀਕੇਸ਼ਨਸ ਹੋਰ ਨੇ, ਡਾਇਬਟੀਜ਼ ਆ ਜਾਂ ਕੋਈ ਹੋਰ ਕਰੋਨਿਕ ਇਲਨੈਸ ਆ, ਉਹਨਾਂ ਨੂੰ ਜਿਹੜਾ ਨਮੋਨੀਆ ਦੇ ਸ਼ਾਟ ਵੀ ਲੈ ਲੈਣਾ ਚਾਹੀਦਾ, ਬਿਕੋਜ਼ ਕੋਵਿਡ ਦੇ ਕਰਕੇ ਜਿਹੜਾ ਉਹ ਲੰਗਸ ਦੇ ਉੱਤੇ ਇਫੈਕਟ ਹੁੰਦਾ, ਅਤੇ ਲੰਗਸ ਦੇ ਇਫੈਕਟ ਦੇ ਕਰਕੇ ਫਿਰ ਨਮੋਨੀਆ ਇਜ਼ ਵਨ ਆਫ ਦਾ ਕੰਪਲੀਕੇਸ਼ਨ ਜਿਹਦੇ ਕਰਕੇ ਕਈ ਡੈਥਸ ਹੋਈਆਂ ਨੇ। ਸਰਜਿੰਦਰ ਤੂੜਾ ਜੀ, ਲੋਕਾਂ ਨੂੰ ਤੁਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਪਤਾ ਹੈਗਾ, ਕੀ ਸਰਕਾਰ ਨੂੰ ਹੁਣ ਸਖਤੀ ਕਰਨੀ ਚਾਹੀਦੀ ਹੈ? ਕਈ ਲੋਕ ਕਹਿੰਦੇ ਇੱਕਦਮ ਬੰਦ ਕਰ ਦਿਓ ਸਾਰਾ ਕੁਝ, ਵੀ ਇਹ ਤੋਂ ਪਹਿਲਾਂ ਕਿ ਸਾਰੀ ਬਰਬਾਦੀ ਹੋਣ ਤੋਂ ਬਾਅਦ ਬੰਦ ਕੀਤਾ ਜਾਵੇ, ਹੁਣ ਹੀ ਕਰ ਦਿਓ, ਜਾਂ ਜੇ ਲੋਕਾਂ ਨੂੰ ਪਤਾ ਹੈਗਾ ਤਾਂ ਆਪਾਂ ਸਾਰੇ ਲੋਕਾਂ 'ਚ ਆਪਾਂ ਵੀ ਹਾਂ, ਅਣਗਹਿਲੀ ਫੇਰ ਵੀ ਵਰਤ ਹੋ ਜਾਂਦੀ ਹੈ। ਜਦੋਂ ਸਰਕਾਰ ਨੇ ਸਖਤੀ ਕਰਤੀ ਫਿਰ ਸਾਰਾ ਕੁਝ ਟਿਕਟਕਾ ਹੋ ਜਾਊਗਾ, ਕੀ ਲੱਗਦਾ? ਇਹ ਜਦੋਂ ਹੁਣ ਜਿੱਦਾਂ ਸਰੀ ਦਾ ਹੁਣ 2-3 ਦਿਨ ਤੋਂ ਜ਼ਿਆਦਾ ਰੌਲਾ ਪੈ ਰਿਹਾ, ਹਾਂਜੀ ਹੈ ਵੀ ਕੇਸ ਜ਼ਿਆਦਾ, ਹਾਂਜੀ ਕੇਸ ਵੀ ਜ਼ਿਆਦਾ ਆ, ਉਹਦੇ ਵਿੱਚ ਇੱਕ ਗੱਲ ਮੈਂ ਕਰਨੀ ਚਾਹੁੰਦਾ ਵੀ ਜਿੱਦਾਂ ਉਹ ਹੁਣ ਇੱਕੋ ਹੀ ਗੱਲ ਨੂੰ ਲੈ ਕੇ ਉਹ ਰਗੜਿਆ ਫਿਰਿਆ ਜਾ ਰਿਹਾ ਵੀ ਉਹ 4-4 ਜੀ ਘਰਾਂ ਦੀਆਂ ਫੈਂਸਾਂ ਚੱਕ ਕੇ ਤਾਂ ਉੱਥੇ ਆਪਾਂ ਆਹ ਕੁਛ ਕੀਤਾ, ਕਿਸੇ ਇੱਕ ਨੇ ਕੀਤਾ ਹੋਊਗਾ, ਉਹਦੇ ਨਾਲ ਇਹ ਤਾਂ ਨਹੀਂ ਵੀ ਸਾਰੇ ਪੰਜਾਬੀ, ਨਹੀਂ ਪੰਜਾਬੀ ਤਾਂ ਉਹਨੇ ਕਿਹਾ ਹੀ ਨਹੀਂ ਜੀ। ਨਹੀਂ ਪੰਜਾਬੀ ਤਾਂ ਨਹੀਂ ਕਿਹਾ, ਪਰ ਆਪਾਂ ਤਾਂ ਹੁਣ ਜਿਹੜਾ 2-3 ਦਿਨ ਤੋਂ ਰੌਲਾ ਆਪਣੇ ਰੇਡੀਓ ਸਟੇਸ਼ਨਾਂ ਤੇ ਪੈ ਰਿਹਾ, ਉਹ ਤਾਂ ਸਿਰਫ ਪੰਜਾਬੀਆਂ ਨੂੰ ਮੁੱਖ ਰੱਖ ਕੇ ਪੈ ਰਿਹਾ ਨਾ, ਕਿਉਂਕਿ ਉਹਨਾਂ ਨੂੰ ਸੁਣਦਾ ਹੀ ਪੰਜਾਬੀ ਆ, ਮੈਨੂੰ ਲੱਗਦਾ ਉਹੀ ਗੱਲ। ਪਰ ਉਹਦੇ ਨਾਲ ਇਹ ਭਈ ਕੀ ਪਤਾ ਉਹ ਕਿਹੜੀ ਕਮਿਊਨਿਟੀ ਵਾਲੇ ਹੋਣਗੇ, ਹੋ ਸਕਦਾ ਕਿਤੇ 4 ਰਿਸ਼ਤੇਦਾਰਾਂ ਦੇ ਘਰ ਲਾਗੇ ਹੋਣਗੇ, ਉਹ ਨਹੀਂ ਕਰ ਲਿਆ। ਉੱਦਾਂ ਤਾਂ ਕੋਈ ਆਪਾਂ ਨੂੰ ਨਾਲ ਦਾ ਨੇਬਰ ਹੱਥ ਵੀ ਨਹੀਂ ਲਾਉਣ ਦਿੰਦਾ ਫੈਂਸ ਨੂੰ, ਉਹ ਠੀਕ ਹੈ ਵੀ ਉਹ ਚਲੋ ਇੱਕ ਦੀ ਗਲਤੀ ਆ, ਉਹਨੂੰ ਇੰਨਾ ਵੀ ਨਹੀਂ ਭੰਡਣਾ ਚਾਹੀਦਾ। ਪਰ ਦੂਜਾ ਪੱਖ ਇਹ ਵੀ ਆ ਕਿ ਹੁਣ ਜਿਹੜੇ ਵਿਆਹ ਆ, ਵਿਆਹਾਂ ਨੂੰ ਤਕਰੀਬਨ ਜੇ ਰੋਕ ਸਕਦੇ ਤਾਂ ਉਹ ਭੈਣ ਜੀ ਦੇ ਕਹਿਣ ਵਾਂਗ ਉਹ ਰੋਕ ਲੈਣਾ ਚਾਹੀਦਾ, ਅੱਗੇ ਪਾ ਲੈਣਾ ਚਾਹੀਦਾ। ਜਿਹੜਾ ਫਿਊਨਲ ਆ, ਉਹ ਫਿਊਨਲ ਤਾਂ ਤੁਸੀਂ ਰੋਕ ਨਹੀਂ ਸਕਦੇ, ਉਹ ਤਾਂ 5 ਨਹੀਂ 7 ਦਿਨ ਇੱਧਰ ਉੱਧਰ ਕਰਕੇ ਉਹ ਤਾਂ ਕਰਨਾ ਪੈਣਾ। ਉਹਦੇ ਵਿੱਚ ਜਿਹੜਾ ਇਕੱਠ ਆ, ਉਸ ਇਕੱਠ ਨੂੰ ਜਦੋਂ ਆਪਣੇ ਜਿੰਨੇ ਵੀ ਨੇੜੇ ਦੇ ਲੋਕੀ ਹੁੰਦੇ ਆ, ਉਹ ਜਦੋਂ ਰੋਂਦੇ ਆ ਜਾਂ ਇੱਕ ਦੂਏ ਦੇ ਜੱਫੀਆਂ, ਆਪਾਂ ਨੂੰ ਆਦਤ ਆ ਆਪਾਂ ਲੋਕਾਂ ਨੂੰ, ਤੇ ਆਪਾਂ ਆਉਣ ਲੱਗਿਆਂ ਨੇ ਵੀ ਜ਼ਰੂਰ ਦਿਖਾਲੀ ਦੇਣੀ ਆ ਤੇ ਉਹ ਜੱਫੀ ਪਾਉਣੀ ਆ ਅਗਲੇ ਨੂੰ, ਹਰੇਕ ਨੂੰ, ਅਗਲੇ ਦੇ ਘਰ ਦੇ ਨੂੰ, ਜਿਹੜਾ ਵੀ ਨੇੜੇ ਦਾ ਆ। ਉਹੋ ਜਿਹੀਆਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਆ, ਜਿਹੜੀਆਂ ਬਿਲਕੁਲ ਵੀ ਉਹ ਦੂਰੋਂ ਵੀ ਤੁਹਾਡਾ ਸਰਦਾ ਆ। ਜਿਹੜੇ 2-4 ਘਰ ਦੇ ਹੋਣਗੇ ਉਹਨਾਂ ਦਾ ਪਤਾ ਵੀ ਉਹਨਾਂ ਦਾ ਬੱਸ ਨਹੀਂ ਹੁੰਦਾ ਉਸ ਵੇਲੇ, ਸਖਤੀ ਕਰ ਲੈਣੀ ਚਾਹੀਦੀ ਸਖਤੀ। ਹਾਂ, ਇਸ ਹਿਸਾਬ ਨਾਲ ਹੁਣ ਜੇ ਲੱਗਦਾ ਆ ਵੀ ਜੇ ਨਹੀਂ ਹੁਣ ਗੇਮ ਇਹ ਹੱਥ 'ਚ ਆਉਂਦੀ ਤਾਂ ਹੁਣ ਸਖਤੀ ਹੋਣੀ ਆ, ਔਰ ਹੋ ਵੀ ਰਹੀ ਆ। ਜਿੱਥੇ ਤੱਕ ਮੈਂ ਸੁਣਿਆ ਵੀ ਉਹਦੇ ਹਿਸਾਬ ਨਾਲ ਵੀ ਹੁਣ ਪੁਲਿਸ ਵੀ ਜਦੋਂ ਕੋਈ ਕੰਪਲੇਂਟ ਕਰਦਾ ਤੇ ਉਹ ਜਾ ਕੇ ਉਹਨਾਂ ਨੂੰ ਟਿਕਟਾਂ ਵਗੈਰਾ ਦਊਗੀ। ਬੈਂਸ ਸਾਹਿਬ ਕੀ ਲੱਗਦਾ ਜੀ, ਸਰਕਾਰ ਕੀ ਕਦਮ ਚੁੱਕੂਗੀ, ਜਾਂ ਪਹਿਲਾਂ ਜਿਹੜੇ ਕਦਮ ਚੁੱਕੇ ਸੀ ਸਖਤੀ ਤੋਂ ਬਾਅਦ ਇਹ ਕਾਬੂ 'ਚ ਆਇਆ ਸੀ, ਅਵੇਅਰਨੈਸ ਦੇਣੀ ਚਾਹੀਦੀ ਲੋਕਾਂ ਨੂੰ, ਕਿਹੜੀ ਸਟ੍ਰੈਟਜੀ ਹੋਊਗੀ ਜੀ? ਦੇਖੋ, ਆਈ ਥਿੰਕ ਜਿਹੜੀ ਅਵੇਅਰਨੈਸ ਆ ਨਾ, ਐਜੂਕੇਸ਼ਨ ਆ, ਸਭ ਤੋਂ ਬੈਸਟ ਪ੍ਰੀਵੈਂਸ਼ਨ ਇਹ ਹੈਗੀ ਆ। ਤੁਸੀਂ ਦੂਜੇ ਪਾਸੇ ਇੱਕ ਜੇ ਦੇਖਿਆ ਜਾਵੇ ਟੂ ਪੁੱਟ ਥਿੰਗਸ ਇਨ ਪਰਸਪੈਕਟਿਵ, ਕਿ ਜੀ ਸਾਡੀ ਜੇ ਦੇਖਿਆ ਜਾਵੇ ਸਾਡੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਹੈਗੀ ਆ, ਉਹ ਡਿਸਪ੍ਰੋਪੋਰਸ਼ਨਲੀ ਅਸੈਂਸ਼ੀਅਲਸ ਵਰਕਰ ਦੇ ਲੈਵਲ ਨਾਲ ਜ਼ਿਆਦਾ ਗਿਣਤੀ ਆ ਸਾਡੀ ਜੀ। ਉੱਥੋਂ ਵੀ ਕੇਸ ਆ ਰਹੇ ਆ, ਕਿਉਂਕਿ ਉਹ ਗਰੋਸਰੀ ਸਟੋਰਾਂ 'ਚ ਕੰਮ ਕਰਦੇ ਆ, ਉਹ ਹੈਲਥ ਕੇਅਰ 'ਚ ਕੰਮ ਕਰਦੇ ਆ। ਸੋ ਹੋਰ ਵੀ ਇਹੋ ਜਿਹੇ ਬਹੁਤ ਕੰਮ ਹੈ ਜਿੱਥੇ ਅਸੈਂਸ਼ੀਅਲ ਵਰਕਰਸ ਹੈਗੇ ਆ, ਉਹ ਕੰਮ 'ਤੇ ਜਾਂਦੇ ਆ ਜੀ। ਉਹਨਾਂ ਨੂੰ ਉੱਥੇ ਜਾਣਾ ਪੈਂਦਾ, ਕਿਉਂਕਿ ਉਹ ਜ਼ਰੂਰੀ ਹੈਗਾ ਉਹ ਕੰਮ ਚਲਾਉਣੇ।
ਸੋ ਇਸ ਕਰਕੇ ਉਹ ਕਾਫੀ ਹੈਗੇ ਆ ਉਹ ਇਸ ਨੂੰ ਸਬਜੈਕਟਡ ਹੋ ਜਾਂਦੇ ਆ ਟਰਾਂਸਮਿਸ਼ਨ ਦੇ। ਕੋਈ ਬੰਦਾ ਆ ਕੇ ਅਣਗਹਿਲੀ ਕਰ ਗਿਆ ਤਾਂ ਉਹਨਾਂ ਨੂੰ ਉੱਥੇ ਟਰਾਂਸਮਿਟ ਕਰਕੇ ਜਾ ਸਕਦਾ। ਦੂਜੇ ਪਾਸੇ ਇਕੱਲੀ ਆਪਣੀ ਕਮਿਊਨਿਟੀ ਨਹੀਂ, ਬਾਕੀ ਕਮਿਊਨਿਟੀ ਸਾਰੀਆਂ ਦੇ ਵਿੱਚ ਗੱਲ ਆਉਂਦੀ ਹੈ ਕਿ ਜਿਹੜੇ ਵੈਡਿੰਗ ਜਾਂ ਜਿਹੜੀਆਂ ਹੋਰ ਸੈਲੀਬ੍ਰੇਸ਼ਨ ਹੁੰਦੀਆਂ ਘਰਾਂ ਦੇ ਵਿੱਚ ਖਾਸ ਤੌਰ 'ਤੇ ਉੱਥੇ ਕਾਫੀ ਚਾਂਸਸ ਵੱਧ ਜਾਂਦੇ ਆ, ਕਿਉਂਕਿ ਜਿਸ ਤਰ੍ਹਾਂ ਇਹ ਦੱਸਦੇ ਆ ਕਿ ਬਹੁਤੇ ਲੋਕ ਆਪਣੇ ਆਪ ਨੂੰ ਡਿਸਪਲਿਨ 'ਚ ਨਹੀਂ ਰਹਿੰਦੇ। ਜੇ ਮਾਸਕ ਪਾਉਣ ਦੀ ਲੋੜ ਆ ਤਾਂ ਨਹੀਂ ਪਾਉਂਦੇ, ਹੱਥ ਨਹੀਂ ਧੋਂਦੇ ਜਾਂ ਸੈਨੀਟਾਈਜ਼ ਪ੍ਰੋਪਰਲੀ ਨਹੀਂ ਕਰਦੇ, ਜਾਂ ਫਿਰ ਜਿਸ ਤਰ੍ਹਾਂ ਗੱਲ ਕਰਦੇ ਵੀ ਆਪਾਂ ਨੂੰ ਆਦਤ ਹੈ ਜੱਫੀ ਪਾਉਣ ਦੀ, ਜੱਫੀਆਂ ਪਾਉਂਦੇ ਆ, ਹੱਥ ਮਿਲਾਉਂਦੇ ਆ। ਆਈ ਥਿੰਕ ਇਹਨਾਂ ਚੀਜ਼ਾਂ ਤੋਂ ਜੇ ਆਪਾਂ ਪਰਹੇਜ਼ ਕਰ ਲਈਏ, ਜੇ ਗਏ ਵੀ ਆ ਤੁਸੀਂ ਤਾਂ ਫਿਰ ਇਹੋ ਜਿਹਾ ਪਰਹੇਜ਼ ਕਰ ਲੈਣਾ ਚਾਹੀਦਾ। ਅੱਵਲ ਤਾਂ ਵੱਡੀ ਗੱਲ ਤਾਂ ਇਹ ਹੈਗੀ ਹੈ ਕਿ ਜੇ ਅਸੀਂ ਨਾ ਜਾਈਏ ਤਾਂ ਫੈਮਿਲੀ ਜੇ ਆਪਣੀ ਉਸ ਬਬਲ ਨੂੰ ਆਪਣੇ ਨੂੰ ਕਾਇਮ ਰੱਖੇ, ਅਤੇ ਜਿਸ ਤਰ੍ਹਾਂ ਬੋਨੀ ਹੈਨਰੀ ਕਹਿੰਦੇ ਵੀ ਆਪਣੀ ਫੈਮਿਲੀ ਤੁਹਾਡੀ ਕਲੋਜ਼ ਹੋਣ ਪਲੱਸ 6 ਬੰਦੇ ਹੋਰ ਲੈ ਲਓ, ਫਿਰ ਤੁਸੀਂ ਉਹ ਪ੍ਰੀਕਾਸ਼ਨਸ ਰੱਖੋ, ਤਾਂ ਫਿਰ ਉਹਦੇ ਨਾਲ ਤੁਸੀਂ ਕਾਫੀ ਹੱਦ ਤੱਕ ਇਹਦੇ ਕਾਬੂ ਪਾ ਸਕਦੇ ਆ। ਸੋ ਆਈ ਥਿੰਕ ਅਵੇਅਰਨੈਸ ਦੀ ਲੋੜ ਹੈਗੀ ਆ ਬਹੁਤ ਜ਼ਿਆਦਾ। ਅੱਗੇ ਬਹੁਤ ਲੋਕਾਂ ਨੇ ਇਹਦਾ ਆਪਣਾ ਆਪ ਸਾਥ ਦਿੱਤਾ, ਆਪਣੇ ਆਪ ਨੂੰ ਡਿਸਪਲਿਨ 'ਚ ਰੱਖਿਆ ਅਤੇ ਆਪਣਾ ਬਿਹੇਵੀਅਰ ਚੇਂਜ ਕਰ ਲਿਆ ਐਵਰੀ ਡੇ ਦਾ, ਘਰਾਂ ਦੇ ਵਿੱਚ ਵੀ, ਬਾਹਰ ਕੰਮ ਦੇ ਉੱਤੇ ਵੀ। ਸੋ ਆਈ ਥਿੰਕ ਬੈਟਰ ਇਹ ਹੈਗਾ ਕਿ ਸਖਤ ਜਿਹੜੇ ਕਾਨੂੰਨ ਨਾ ਬਣਾਉਣੇ ਪੈਣ, ਕਿਉਂਕਿ ਇਕੋਨਮੀ ਵੀ ਚੱਲਣੀ ਚਾਹੀਦੀ ਆ। ਲੋਕਾਂ ਦੀ ਜੇਬ 'ਚ ਪੈਸੇ ਹੋਣਗੇ ਤਾਂ ਬਿਜ਼ਨਸ ਚੱਲਣਗੇ, ਅਤੇ ਬਿਜ਼ਨਸ ਤਾਂ ਹੀ ਚੱਲਣਗੇ ਜੇ ਲੋਕੀ ਉੱਥੇ ਆਉਣਗੇ, ਅਤੇ ਤਾਂ ਲੋਕੀ ਆਉਣਗੇ ਤਾਂ ਉੱਥੇ ਕਸਟਮਰ ਤਾਂ ਹੀ ਆਉਂਦਾ ਜਦੋਂ ਉਹਨਾਂ ਨੂੰ ਕਾਨਫੀਡੈਂਸ ਹੋਏ ਕਿ ਇਹ ਜਿਹੜਾ ਬਿਜ਼ਨਸ ਆ ਇੱਥੇ ਮੇਰੀ ਹੈਲਥ ਐਂਡ ਸੇਫਟੀ ਦੀ ਪ੍ਰੋਟੈਕਸ਼ਨ ਹੈਗੀ ਆ, ਇੱਥੇ ਜਿਹੜੇ ਕੰਮ ਕਰਨ ਵਾਲੇ ਆ ਇਹਨਾਂ ਦੀ ਹੈਲਥ ਐਂਡ ਸੇਫਟੀ ਦੀ ਪ੍ਰੋਟੈਕਸ਼ਨ ਹੈਗੀ ਆ। ਸੋ ਆਈ ਥਿੰਕ ਜਿਹੜਾ ਕੋਈ ਸ਼ਾਰਟਕਟ ਕਰਦਾ ਉਹਦੀ ਸ਼ਿਕਾਇਤ ਕਰਨੀ ਚਾਹੀਦੀ ਆ, ਦੱਸਣਾ ਚਾਹੀਦਾ ਹੈਗਾ, ਅਤੇ ਅਥਾਰਟੀ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ। ਵੈਸੇ ਤੁਹਾਨੂੰ ਇਹ ਦੱਸਣਾ ਕਿ ਕਾਫੀ ਜ਼ਿਆਦਾ ਇਨਫੋਰਸਮੈਂਟ ਚੱਲ ਰਹੀ ਆ, ਬਹੁਤ ਵੱਡੇ ਫਾਈਨ ਵੀ ਹੋ ਚੁੱਕੇ ਆ ਜੀ। ਵਰਕ ਸੇਫ ਵੱਲੋਂ ਤੁਹਾਨੂੰ ਦੱਸਣਾ ਜਦੋਂ ਇਕਾਨਮੀ ਚਲਾਈ ਸੀਗੀ ਪਿਛਲੇ ਸਾਰੇ ਸਾਲ ਦੇ ਵਿੱਚ ਜਿਹੜੇ ਵਰਕ ਸੇਫ ਦੀਆਂ ਜਿਹੜੀਆਂ ਇਨਸਪੈਕਸ਼ਨਸ ਹੁੰਦੀਆਂ ਉਹ 15,000 ਦੀ ਸੀਗੀਆਂ ਸਾਰੀਆਂ। ਅੱਛਾ ਜੀ। ਐਤਕੀ ਪਹਿਲੇ ਜੂਨ ਤੱਕ 6 ਮਹੀਨਿਆਂ ਵਿੱਚ 15,000 ਇਨਸਪੈਕਸ਼ਨ ਹੋ ਗਈ ਸੀ। ਸੋ ਉਹ ਜਗ੍ਹਾ ਜਗ੍ਹਾ 'ਤੇ ਜਾਂਦੇ ਆ। ਫਿਰ ਜਿਹੜੇ ਜਿਹੜੇ ਆਪਣੇ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਉਹ ਵੀ ਨਾਲ ਉਹਨਾਂ ਦੇ ਜਾਂਦੇ ਆ, ਪੁਲਿਸ ਵਾਲੇ ਵੀ ਨਾਲ ਕਈ ਵਾਰ ਹੁੰਦੇ ਆ, ਲੋਕਲ ਲਾ ਇਨਫੋਰਸਮੈਂਟ ਵਾਲਿਆਂ ਨੇ ਅਥਾਰਟੀ ਦਿੱਤੀ ਹੋਈ ਉਹ ਵੀ ਜਾਂਦੇ ਆ। ਸੋ ਆਈ ਥਿੰਕ ਇਨਫੋਰਸਮੈਂਟ ਤਾਂ ਕਾਫੀ ਹੈਗੀ, ਪਰ ਐਜੂਕੇਸ਼ਨ ਜੇ ਆਪਾਂ ਨਾ ਆਪਣੇ ਆਪ ਨੂੰ ਪ੍ਰੀਵੈਂਟ ਕਰ ਲਈਏ, ਆਪਣੇ ਆਪ ਨੂੰ ਇਹੋ ਜਿਹਾ ਬਿਹੇਵੀਅਰ ਥੋੜ੍ਹਾ ਜਿਹਾ ਚੇਂਜ ਕਰ ਲਈਏ ਕਿ ਅਸੀਂ ਆਪਣੇ ਆਪ ਨੂੰ ਬਚਾਉਣਾ, ਅਸੀਂ ਆਪਣੇ ਨਾਲ ਦੇ ਜਿਹੜੇ ਮੇਰੇ ਪਿਆਰੇ ਵਾਲੇ ਆ, ਮੇਰੇ ਰਿਸ਼ਤੇਦਾਰ ਹੈ ਉਹਨਾਂ ਨੂੰ ਬਚਾਉਣਾ, ਅਤੇ ਫਿਰ ਜ਼ਰੂਰ ਇਹ ਕੰਮ ਹੋ ਜਾਏ। ਕਿਉਂਕਿ ਮੈਂ ਜਿੰਨਿਆਂ ਕੁ ਨਾਲ ਗੱਲ ਕਰ ਰਿਹਾ, ਆਮ ਸ਼ੋਰ ਕਿ ਤੁਸੀਂ ਆਪਣੇ ਜਿੰਨੇ ਵੀ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਦੇਖੋ, ਜੇ ਉਹਨਾਂ ਨੂੰ ਕਹੋ ਵੀ ਤੁਸੀਂ ਇੱਥੇ ਆਪਣਾ ਪ੍ਰੋਗਰਾਮ ਹੋਣਾ ਆ ਮਜਬੂਰੀ ਆ ਅਤੇ ਅਸੀਂ ਬੁਲਾ ਨਹੀਂ ਰਹੇ, ਉਹ ਮੰਨ ਜਾਂਦੇ ਆ, ਸਾਰੇ ਆਪ ਕਹਿ ਦਿੰਦੇ ਹਾਂ ਠੀਕ ਹੈ ਜੀ, ਚੰਗਾ ਕੀਤਾ ਤੁਸੀਂ। ਸੋ ਆਈ ਥਿੰਕ ਆਪਾਂ ਨੂੰ ਥੋੜ੍ਹੀ ਜਿਹਾ ਸਟੈਪ ਲੈਣ ਦੀ ਲੋੜ ਆ, ਮਾੜਾ ਜਿਹਾ ਰੋਲ ਮਾਡਲ ਬਣਨ ਦੀ ਲੋੜ ਆ ਕਿ ਉਹ ਨਹੀਂ ਅਸੀਂ ਇਹ ਕੰਮ ਨਹੀਂ ਹੋਣਾ ਕਿਉਂਕਿ ਆਹ ਪ੍ਰੋਬਲਮ ਹੈਗੀ ਆ, ਉਹ ਸਾਰੇ ਮੰਨ ਜਾਂਦੇ ਆ। ਸੋ ਆਪਾਂ ਨੂੰ ਹਰੇਕ ਘਰ ਦੇ ਵਿੱਚ ਇੱਕ ਰੋਲ ਮਾਡਲ ਚਾਹੀਦਾ, ਅਤੇ ਹਰ ਇੱਕ ਜਿਹੜੇ ਤੁਹਾਡੇ ਬਬਲ ਦੇ ਵਿੱਚ ਉਹਨਾਂ ਵਿੱਚ ਹਰ ਇੱਕ ਬੰਦੇ ਨੂੰ ਰੋਲ ਮਾਡਲ ਬਣ ਜਾਏ ਤਾਂ ਇਹ ਕੰਮ ਠੀਕ ਹੋ ਸਕਦਾ। ਸੋ ਆਈ ਥਿੰਕ ਪੈਨਿਕ ਹੋਣ ਦੀ ਲੋੜ ਨਹੀਂ, ਜਿਸ ਤਰ੍ਹਾਂ ਬੋਨੀ ਹੈਨਰੀ ਕਹਿੰਦੀ ਸਟੇ ਕਾਮ ਅਤੇ ਸਟੇ ਸੇਫ, ਇੱਦਾਂ ਰਹਿਣ ਦੀ ਲੋੜ ਹੈਗੀ, ਪਰ ਡਿਸਿਪਲਿਨ 'ਚ ਰਹਿ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਉਹਦੇ ਨਾਲ ਦੇ ਨੂੰ ਪ੍ਰੋਟੈਕਟ ਕਰੋ। ਹੁਣ ਤੁਸੀਂ ਇਹ ਦੇਖੋ ਵੱਡੀ ਪ੍ਰੋਬਲਮ ਇਹ ਹੈਗੀ ਆ ਕਿ ਕੰਮ ਦੇ ਉੱਤੇ ਫਸ ਗਿਆ। ਤੁਸੀਂ ਭੈਣ ਜੀ ਨੂੰ ਦੱਸਿਆ ਕਿ ਜੇ ਤੁਸੀਂ ਚਲੇ ਜਾਂਦੇ ਹੋ, ਤੁਹਾਨੂੰ ਪਤਾ ਵੀ ਸਿੰਪਟਮਸ ਹੈਗੇ ਆ, ਤੁਸੀਂ ਆਪਣੇ ਆਪ ਹੀ ਨਹੀਂ, ਤੁਹਾਡਾ ਸਾਰਾ ਕੰਮ ਵੀ ਬੰਦ ਹੋ ਸਕਦਾ ਕੱਲ੍ਹ ਨੂੰ, ਤੁਹਾਡੀ ਇਨਕਮ ਵੀ ਖਰਾਬ ਹੋ ਜਾਓ, ਬਿਜ਼ਨਸ ਤਾਂ ਖਤਮ ਹੋਣਾ ਹੀ ਹੋਣਾ ਨਾ। ਸੋ ਆਈ ਥਿੰਕ ਤੁਸੀਂ ਸਾਰਿਆਂ ਦਾ ਜੇ ਸੋਚੋ ਉਹ ਬੈਟਰ ਹੈ ਕਿ ਤੁਸੀਂ ਇੱਕ ਦਿਨ ਘਰ ਬਹਿ ਲਓ। ਫੈਡਰਲ ਗੌਰਮੈਂਟ ਨੇ ਇਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਸਿੱਖ ਬੈਨੀਫਿਟ 10 ਦਿਨ ਦਾ ਦੇ ਦਿੱਤਾ ਆ, ਉਹ ਬੈਨੀਫਿਟ ਵੀ ਮਿਲ ਸਕਦੇ ਆ, ਹੋਰ ਬੈਨੀਫਿਟ ਵੀ ਹੈਗੇ, ਕਈ ਤਾਂ ਯੂਨੀਅਨਾਈਜ਼ ਕੰਪਨੀਆਂ ਵਿੱਚ ਹੈਗੇ ਬੈਨੀਫਿਟ, ਸਿੱਖ ਬੈਨੀਫਿਟ। ਘਰ ਬੈਠ ਲਓ, ਪ੍ਰੀਵੈਂਸ਼ਨ ਬੈਟਰ ਆ ਬਾਅਦ ਦੇ ਜਿਹੜੇ ਆ ਕਿਉਰ ਨਾਲੋਂ। ਸਰਾਜ ਸਾਹਿਬ, ਕੀ ਲੱਗਦਾ ਤੁਹਾਨੂੰ ਇਹ ਸਖਤੀ ਵਾਲੇ ਮਾਮਲੇ 'ਚ? ਜਦੋਂ ਪਹਿਲਾਂ ਬਾਰਡਰ ਬੰਦ ਕੀਤੇ ਸੀ, ਕਈ ਲੋਕ ਕਹਿੰਦੇ ਸੀ ਵੀ ਇਹ ਕਾਫੀ ਦੇਰ ਪਹਿਲਾਂ ਬੰਦ ਕਰ ਦਿੰਦੇ ਤਾਂ ਬਚਾਅ ਹੋ ਸਕਦਾ ਸੀ। ਹੁਣ ਤੁਸੀਂ ਦੱਸਿਆ ਵੀ ਉੱਧਰੋਂ ਤਾਂ ਬਹੁਤ ਘੱਟ ਜਿਹੜਾ ਇਨਫੈਕਸ਼ਨ ਫੈਲ ਰਹੀ ਹੈ। ਹੋਰ ਕੀ ਸਖਤੀ ਹੋ ਸਕਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਵੀ ਸਖਤੀ ਦੇ ਨਾਲ ਹੀ ਲੋਕ ਮੰਨਦੇ ਆ ਭਾਵੇਂ ਉਹਨਾਂ ਦੇ ਭਲੇ ਦੀ ਗੱਲ ਹੋਵੇ? ਦੇਖੋ, ਕੋਈ ਵੀ ਸਰਕਾਰ ਸਖਤੀ ਕਰਨਾ ਚਾਹੁੰਦੀ ਨਹੀਂ, ਖਾਸ ਕਰਕੇ ਆਪਾਂ ਕੈਨੇਡੀਅਨ ਸੋਸਾਇਟੀ 'ਚ ਅਸੀਂ ਆਨਰ ਸਿਸਟਮ ਨੂੰ ਹਮੇਸ਼ਾ ਪਹਿਲ ਦਿੰਦੇ ਹਾਂ। ਆਪਾਂ ਡਰੰਕ ਡਰਾਈਵਿੰਗ ਕਿਉਂ ਨਹੀਂ ਕਰਦੇ, ਇਹ ਨਹੀਂ ਸਾਨੂੰ ਚਾਹੀਦਾ ਕਿ ਵੀ ਮੇਰਾ ਲਾਇਸੈਂਸ ਲੈ ਜਾਣਾ ਜਾਂ $500 ਦਾ ਫਾਈਨ ਆ, ਪਰ ਇਹ ਆਪਣੇ ਮਨ ਦੇ ਵਿੱਚ ਚਾਹੀਦਾ। ਔਰ ਉਹ ਬੱਚਿਆਂ ਨੂੰ 2-2, 3-3 ਦੀ ਦੂਜੀ ਤੀਜੀ ਗ੍ਰੇਡ ਤੋਂ ਸ਼ੁਰੂ ਕਰ ਦਿੰਦੇ ਕਿ ਡਰੰਕ ਡਰਾਈਵਿੰਗ ਕਾਹਦੇ ਮਾੜੀ ਹੁੰਦੀ ਕਿ ਤੁਹਾਡੇ ਕੋਲ ਪੂਰੀ ਹੋਸ਼ ਨਹੀਂ ਹੁੰਦੀ, ਤੁਹਾਡੀ ਕਾਰ ਵੱਜ ਸਕਦੀ ਆ, ਇਕੱਲੇ ਤੁਸੀਂ ਨਹੀਂ ਇਕੱਲੇ ਮਰ ਸਕਦੇ, ਦੂਸਰਾ ਵੀ ਮਰ ਸਕਦਾ। ਇਸ ਕਰਕੇ
ਪਰਹੇਜ਼ ਲਓ, ਟੈਕਸੀ ਲਓ, ਤਾਂ ਬੱਚੇ ਆਪਣੇ ਆਪ ਹੀ ਮਾਪੇ ਨੂੰ ਹੁਣ ਕਰਨ ਲੱਗ ਪੈਂਦੇ ਆ। ਔਰ ਜਿਹੜੇ ਨੈਕਸਟ ਜਨਰੇਸ਼ਨ ਉਹ ਆਪਣੇ ਆਪ ਹੀ ਜਦੋਂ ਫਰਾਈਡੇ ਨਾਈਟ ਜਾਂ ਸੈਟਰਡੇ ਨਾਈਟ ਜਾਂਦੇ ਨਹੀਂ ਕਰਦੇ ਆ। ਇਸੇ ਤਰ੍ਹਾਂ ਸੀਟ ਬੈਲਟ ਆ, ਉਹ ਤੁਹਾਨੂੰ ਦੱਸਦੇ ਆ ਕਿ ਤੁਸੀਂ ਪਾਓ ਸੀਟ ਬੈਲਟ। ਇਹ ਨਹੀਂ ਕਿ $150 ਦੀ ਟਿਕਟ ਆ ਜੇ ਤੁਸੀਂ ਨਹੀਂ ਪਾਓ, ਕਿਉਂਕਿ ਤੁਹਾਡਾ ਬਚਾਅ ਆ ਕਿ ਜੇ ਤੁਹਾਡਾ ਐਕਸੀਡੈਂਟ ਹੋਇਆ ਤੁਸੀਂ ਵਿੰਡਸ਼ੀਲਡ ਦੇ ਵਿੱਚੋਂ ਬਾਹਰ ਨਹੀਂ ਜਾ ਕੇ ਡਿੱਗੋਗੇ, ਤੁਹਾਡਾ ਬਚਾਅ ਵਿੱਚ ਸੀਟ ਦੇ ਵਿੱਚ ਰਹੂਗਾ ਔਰ ਉਹਦੀ ਐਕਸਪੈਕਟੈਂਸੀ ਹੋਊਗੀ। ਆਪਾਂ ਕਈ ਵਾਰੀ ਯੰਗ ਏਜ ਦੇ ਵਿੱਚ ਇਹ ਵੀ ਸੋਚ ਲੈਂਦੇ ਵੀ ਮੈਨੂੰ ਕੋਵਿਡ ਕੁਛ ਨਹੀਂ ਹੋਣਾ, ਫਲਾਣੇ ਨੂੰ ਹੋਇਆ ਸੀ, ਉਹ 10-15 ਦਿਨ ਬਿਮਾਰ ਹੋ ਕੇ ਠੀਕ ਹੋ ਗਿਆ, ਮੈਂ ਠੀਕ। ਪਰ ਆਪਾਂ ਇਹ ਭੁੱਲ ਜਾਂਦੇ, ਖਾਸ ਕਰਕੇ ਸਾਊਥ ਏਸ਼ੀਅਨ ਪਰਿਵਾਰਾਂ ਦੇ ਵਿੱਚ, ਆਪਾਂ ਪੰਜਾਬੀ ਪਰਿਵਾਰਾਂ ਆਪਣੇ ਜੁਆਇੰਟ ਫੈਮਲੀਜ਼ ਆ, ਬਜ਼ੁਰਗ ਆਪਣੇ ਘਰ 'ਚ ਆ, ਅਸੀਂ ਯੰਗਰ ਤਾਂ ਇਹਨੂੰ ਵਿਦਸਟੈਂਡ ਈਜ਼ੀ ਕਰ ਸਕਦੇ। ਜਿਵੇਂ ਆਪਣੇ ਅਮਰੀਕ ਸਿੰਘ ਨੇ ਹੁਣੀ ਕਿਹਾ, ਫਾਰਮਾਸਿਸਟ ਉਹਨਾਂ ਨੇ, ਕਿ ਜਿਹੜਿਆਂ ਦੇ ਇਮਿਊਨ ਸਿਸਟਮ ਵੀਕ ਆ, ਜਿਹੜੇ ਸਿਆਣੇ ਆ, ਜਿਹੜੇ ਬਜ਼ੁਰਗ ਆ ਤੁਹਾਡੇ ਘਰ, ਤੁਹਾਨੂੰ ਜੇ ਲੱਗ ਗਿਆ ਤੁਸੀਂ ਉਹਨਾਂ ਨੂੰ, ਉਹ 70, 75, 80 ਸਾਲ ਦੇ ਹੈਗੇ ਆ, ਉਹਨਾਂ ਦੇ ਇਮਿਊਨ ਸਿਸਟਮ ਕੋ ਨਹੀਂ ਵਿਦਸਟੈਂਡ ਕਰਨਾ। ਉਹਨਾਂ ਨੂੰ ਵੈਂਟੀਲੇਟਰ ਦੇ ਵੀ ਜੇ ਕਿਤੇ ਪਾਇਆ ਜਾਵੇ, ਉਹ ਵੀ ਬਹੁਤ ਉਹਨਾਂ ਨੂੰ ਰਿਕਵਰੀ ਉਸ ਤੋਂ ਬਾਅਦ ਉਹਨਾਂ ਦਾ ਪੋਸਟ ਜਿਹੜਾ ਡੈਮੇਜ ਹੋ ਜਾਂਦਾ ਲੰਗਸ 'ਤੇ। ਸੋ ਕਈ ਵਾਰੀ ਅਸੀਂ ਆਪ 18, 20, 40 ਸਾਲ ਦੀ ਉਮਰ ਵੀ ਬੰਦੇ ਸੋਚਦੇ ਵੀ ਅਸੀਂ ਠੀਕ ਆ, ਪਰ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਰਿਸਕ ਜਿਹੜਾ ਜਦੋਂ ਤੁਸੀਂ ਘਰ ਵਾਪਸ ਹੋਣਾ, ਆਪਣੀ ਮਾਤਾ ਨੂੰ ਤੁਸੀਂ ਦੇ ਸਕਦੇ, ਆਪਣੇ ਪਿਤਾ ਜੀ ਨੂੰ ਦੇ ਸਕਦੇ, ਤੁਹਾਡੇ ਬਜ਼ੁਰਗਾਂ ਨੂੰ ਦੇ ਸਕਦੇ। ਸੋ ਜੇ ਤੁਸੀਂ ਆਪਣੇ ਲਈ ਨਹੀਂ ਕਰਨਾ, ਐਟਲੀਸਟ ਉਹ ਬਜ਼ੁਰਗਾਂ ਵਾਸਤੇ, ਤੁਹਾਡੇ ਐਕਸਟੈਂਡਡ ਫੈਮਿਲੀ ਵਾਸਤੇ ਖਿਆਲ ਰੱਖਣਾ ਚਾਹੀਦਾ। ਔਰ ਜਿਵੇਂ ਸਾਰਿਆਂ ਨੇ ਤਕਰੀਬਨ ਕਿਹਾ ਕਿ ਜੇ ਅਸੀਂ ਪਰਹੇਜ਼ ਰੱਖ ਕੇ ਕਰੀਏ, ਮਾਸਕ ਪਾ ਕੇ ਕਰੀਏ, ਹੱਥ ਵਾਸ਼ ਕਰਕੇ, ਅਸੀਂ ਵਿਆਹ ਵੀ ਕਰ ਸਕਦੇ ਹਾਂ, ਅਸੀਂ ਫਿਊਨਰਲ ਵੀ ਅਟੈਂਡ ਕਰ ਸਕਦੇ, ਅਸੀਂ ਰੈਸਟੋਰੈਂਟ 'ਚ ਵੀ ਜਾ ਸਕਦੇ, ਅਸੀਂ ਮਾਲ ਦੇ ਵਿੱਚ ਸ਼ਾਪ ਵੀ ਕਰ ਸਕਦੇ, ਟਰੱਕ ਵੀ ਚਲਾ ਸਕਦੇ, ਅਸੀਂ ਗਰੋਸਰੀ ਸਟੋਰ 'ਚ ਕੰਮ ਵੀ ਕਰ ਸਕਦੇ। ਔਰ ਸਕਾਈ ਟ੍ਰੇਨਾਂ ਦੇਖੋ, ਆਪਾਂ ਬੱਸਾਂ ਦੇ ਵਿੱਚ ਭਰ ਕੇ ਜਾਂਦੀਆਂ, ਲੋਕ ਮਾਸਕ ਪਾ ਕੇ ਜਾਂਦੇ। ਆਪਾਂ ਕਿਤੇ ਨਹੀਂ ਇਸ ਵੇਲੇ ਸੁਣ ਰਹੇ ਕਿ ਬਹੁਤ ਸਪਰੈਡ ਹੋਈ ਆ ਸਕਾਈ ਟ੍ਰੇਨ ਦੇ ਉੱਤੇ, ਬਹੁਤ ਸਪਰੈਡ ਹੋਈ ਆ BC ਟ੍ਰਾਂਜ਼ਿਟ 'ਤੇ। ਕਿਉਂ ਨਹੀਂ? ਕਿਉਂਕਿ ਲੋਕ ਪਰਹੇਜ਼ ਦੇ ਨਾਲ ਉੱਤੇ ਜਾਂਦੇ, ਨਾਲੇ ਨਾਲ ਹੀ ਰਹਿੰਦੇ ਆ, ਪਰ ਉਹ ਆਪਣਾ ਮਾਸਕ ਪਰਹੇਜ਼ ਸਾਰਾ ਪਾ ਕਰਕੇ ਕਰਦੇ। ਸੋ ਜੇ ਅਸੀਂ ਥੋੜ੍ਹੀ ਜਿਹੀ ਇਹ ਡਿਸਕੰਫਰਟ ਜਿਹੜਾ ਲੱਗਦਾ ਜ਼ਰੂਰ ਆ ਜਦੋਂ ਮਾਸਕ ਪਾਉਂਦੇ ਆ, ਸਾਹ ਨੂੰ ਆਪਾਂ ਨੋਰਮਲੀ ਅਕਸਟਮ ਨਹੀਂ ਹੈਗੇ, ਪਰ ਜਿਵੇਂ ਬੰਦਾ ਐਨਕਾਂ ਪਾਉਂਦਾ, ਜਿਹਨੂੰ ਨਿਗਾਹ ਵਾਸਤੇ ਲੋੜ ਆ, ਉਹਨੂੰ ਵੀ ਡਿਸਕੰਫਰਟ ਪਹਿਲਾਂ ਹੁੰਦਾ। ਆਪਾਂ ਐਡਜਸਟ ਹੋ ਕੇ ਇਹ ਕਰੀਏ ਤਾਂ ਪਰਹੇਜ਼ ਦੇ ਨਾਲ ਅਸੀਂ ਸਾਰਿਆਂ ਦਾ ਬਚਾਅ ਕਰ ਸਕਦੇ, ਇਕੱਲੇ ਆਪਣਾ ਨਹੀਂ। ਸੋ ਇਹ ਜ਼ਰੂਰ ਮਾਈਂਡ ਦੇ ਵਿੱਚ ਆਪਾਂ ਕਰੀਏ ਕਿ ਅਸੀਂ ਇਕੱਲਾ ਆਪਣੀ ਰਕਸ਼ਾ ਨਹੀਂ ਰੱਖਣੀ। ਜਿਵੇਂ ਭਾਈ ਸਾਹਿਬ ਨੇ ਕਿਹਾ ਹੋਣੀ ਇੱਥੇ ਪਹਿਲਾਂ ਕਿ ਕਈ ਸੋਚਦੇ ਕਿ ਉਹਨੂੰ ਹੋਊਗਾ ਤਾਂ ਉਹ ਲਾ ਲਵੇ, ਮੈਨੂੰ ਨਹੀਂ ਕੋਈ ਹੈਗਾ। ਆਪਾਂ ਨੂੰ ਇਹ ਥਿੰਕਿੰਗ ਦੇ ਨਾਲ ਕਰਨੀ ਚਾਹੀਦੀ ਆ ਕਿ ਮੈਨੂੰ ਹੋਵੇ ਜਾਂ ਨਾ ਹੋਵੇ, ਮੈਂ ਕਿਤੇ ਟ੍ਰਾਂਸਮਿਟ ਨਾ ਕਰ ਦੇਵਾਂ ਕਿਸੇ ਨੂੰ, ਜਿਹਦਾ ਇਮਿਊਨ ਸਿਸਟਮ, ਕਿਸੇ ਨੂੰ ਆਜ਼ਮਾ ਜਾਂ ਬਜ਼ੁਰਗ ਆ, ਤਾਂ ਉਹਨਾਂ ਨੂੰ ਨੁਕਸਾਨ ਹੋ ਸਕੇ। ਜਿਸ ਕਾਰਨ ਜੀ ਇੱਕਦਮ ਦੱਸਦਾ ਕਿ ਇੱਕ ਆਪਣੇ ਭੁਲੇਖਾ ਜਿਹਾ ਕਮਿਊਨਿਟੀ ਵਿੱਚ ਆ ਗਿਆ, ਸਾਰੀਆਂ ਕਮਿਊਨਿਟੀਆਂ ਦੇ ਵਿੱਚ ਆ ਗਿਆ ਕਿ ਯੰਗਰ ਜਨਰੇਸ਼ਨ ਨੂੰ ਇਹਦਾ ਅਸਰ ਘੱਟ ਹੁੰਦਾ। ਇਹ ਠੀਕ ਆ, ਮੈਡੀਕਲੀ ਇਹ ਗੱਲਾਂ ਬਹੁਤ ਹੋਈਆਂ, ਪਰ ਅੱਜ ਜਿੰਨੇ ਕੇਸ ਆ ਰਹੇ ਉਹ ਯੰਗਰ ਜਨਰੇਸ਼ਨ 'ਚ ਬਹੁਤ ਆ ਰਹੇ। ਸੋ ਆਈ ਥਿੰਕ ਉਹ ਫਿਰ ਗਾਹਾਂ ਜਾ ਕੇ, ਜਿਸ ਤਰ੍ਹਾਂ ਰਣਦੀਪ ਨੇ ਕਿਹਾ, ਉਹ ਫਿਰ ਘਰਾਂ 'ਚ ਜਾਂਦੇ ਆ, ਅਤੇ ਫਿਰ ਆਪਣੇ ਜਿਹੜੇ ਉਹਨਾਂ ਦੇ ਸਿਆਣੇ ਰਿਲੇਟਿਵ ਹੈਗੇ ਉਹਨਾਂ ਨੂੰ ਦੇ ਦਿੰਦੇ ਆ। ਜੇ ਉਹ ਆਪ ਠੀਕ ਹੋ ਜਾਂਦੇ ਤਾਂ ਉਹ ਜਿਹੜੇ ਦੂਸਰੇ ਆ ਉਹਨਾਂ ਨੂੰ ਠੀਕ ਹੋਣਾ ਹੋਰ ਜ਼ਿਆਦਾ ਔਖਾ ਹੋ ਜਾਂਦਾ। ਸੋ ਇਸ ਵੇਲੇ ਅਣਗਹਿਲੀ ਜ਼ਿਆਦਾ ਲੱਗ ਰਹੀ ਆ ਕਿ ਯੰਗਰ ਜਨਰੇਸ਼ਨ ਕਰ ਰਹੀ ਆ। ਸੋ ਆਈ ਥਿੰਕ ਉਹਨਾਂ ਨੂੰ ਇਸੇ ਕਰਕੇ ਉਹ ਜ਼ਿਆਦਾ ਇਹਦੇ ਨਾਲ ਇਨਫੈਕਟਡ ਹੋ ਰਹੇ ਆ। ਸੋ ਆਈ ਥਿੰਕ ਯੰਗਰ ਜਨਰੇਸ਼ਨ ਨੂੰ ਬਹੁਤ ਜ਼ਿਆਦਾ ਸਾਡੀ ਰਿਕੁਐਸਟ ਹੈਗੀ ਆ ਕਿ ਤੁਸੀਂ ਆਪ ਡਿਸਿਪਲਿਨ 'ਚ ਰਹੋ, ਆਪਣੇ ਨੂੰ ਪ੍ਰੋਟੈਕਟ ਕਰੋ, ਅਤੇ ਆਪਣੇ ਫਿਰ ਤੁਸੀਂ ਆਪਣੇ ਮਾਂ ਪਿਓ ਅਤੇ ਆਪਣੇ ਬਾਬਾ ਦਾਦੀ ਅਤੇ ਨਾਨਾ ਨਾਨੀ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਟੈਕਟ ਕਰ ਸਕਦੇ ਹੋ। ਸੋ ਜੇ ਪਾਰਟੀਆਂ 'ਤੇ ਜਾਣਾ ਤੁਸੀਂ, ਅਤੇ ਪਹਿਲਾਂ ਤਾਂ ਜਾਓ ਨਾ, ਜੇ ਜਾਣਾ ਤਾਂ ਫਿਰ ਆਪਣੇ ਆਪ ਨੂੰ ਬਿਲਕੁਲ ਸਾਵਧਾਨੀ ਦੇ ਨਾਲ ਪ੍ਰੋਟੈਕਟ ਹੋ ਕੇ ਜਾਓ, ਕਿਉਂਕਿ ਤੁਸੀਂ ਕਿਸੇ ਨਾ ਕਿਸੇ ਦੀ ਜਾਨ ਖਤਰੇ 'ਚ ਪਾਓਗੇ, ਉਹ ਵੀ ਤੁਹਾਡੇ ਜਿਹੜੇ ਪਿਆਰ ਕਰਨ ਵਾਲਿਆਂ ਦੀ। ਬਿਲਕੁਲ। ਇੱਕ ਹੋਰ ਗੱਲ ਬਲਜਿੰਦਰ ਜੀ ਤੁਹਾਡੇ ਨਾਲ ਹੀ ਕਰਨਾ ਚਾਹੁੰਦਾ, ਸਾਰਿਆਂ ਨਾਲ ਹੀ ਵੈਸੇ ਤਾਂ। ਕਈ ਵਾਰੀ ਨਾ ਜਿਹੜਾ ਬੰਦਾ ਖਿਆਲ ਰੱਖਦਾ ਵੀ ਉਹ ਮਾਸਕ ਪਾਉਂਦਾ, ਜਾਂ ਉਹ ਕਹਿੰਦਾ ਮੈਂ ਹੱਥ ਨਹੀਂ ਮਿਲਾਉਣਾ, ਮੈਂ ਜੱਫੀ ਨਹੀਂ ਪਾਉਣੀ, ਉਹਨੂੰ ਵੈਸੇ ਹੀ ਮਜ਼ਾਕ ਉਡਾਉਂਦੇ, ਹਾਂ ਕਰੋਨਾ ਇਹਨੂੰ ਕਿੱਥੋਂ ਹੋ ਜਾਣਾ, ਇਹ ਤਾਂ ਐਵੇਂ ਹੀ ਖਿਆਲ ਰੱਖੀ ਜਾਂਦਾ, ਹੋਰ ਹੀ ਡਰੀ ਜਾਂਦਾ। ਇਹ ਤਾਂ ਜਿਹੜਾ ਬੰਦਾ ਜਾਂ ਕੋਈ ਧੱਕੇ ਨਾਲ ਹੀ ਜ਼ਬਰਦਸਤੀ ਤੁਹਾਡੇ ਨਾਲ ਆ ਕੇ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦਾ, ਤੁਸੀਂ ਮਿਲਾਉਣਾ ਨਹੀਂ ਚਾਹੁੰਦੇ ਉਹਦੇ ਨਾਲ, ਜਾਂ ਜੱਫੀ ਪਾਉਣ ਦੀ ਕੋਸ਼ਿਸ਼ ਕਰਦਾ, ਔਰ ਜਿਹੜਾ ਬਾਰ-ਬਾਰ ਸੈਨੀਟਾਈਜ਼ ਕਰਦਾ, ਥੋੜ੍ਹਾ ਜਿਹਾ ਦੂਰ ਹੋ ਕੇ ਖੜਾ ਹੁੰਦਾ, ਘਰਾਂ ਦੇ ਵਿੱਚ ਬਹੁਤ ਪ੍ਰੋਬਲਮ ਆ। ਜਿਹੜੇ ਬੱਚੇ ਆ ਉਹ ਬਹੁਤ ਸਟ੍ਰਿਕਟ ਹੋਏ ਆ ਇਸ ਮਾਮਲੇ ਦੇ ਵਿੱਚ। ਉਹ ਬਜ਼ੁਰਗਾਂ ਨੂੰ ਕਹਿੰਦੇ ਨਹੀਂ ਜਾਣਾ ਬਾਹਰ ਤੁਸੀਂ ਬਿਨਾਂ ਲੋੜ ਤੋਂ ਸਟੋਰ ਦੇ ਵਿੱਚ, ਉਹ ਕਹਿੰਦੇ ਜੀ ਇਹ ਤਾਂ ਜ਼ਿਆਦਾ ਹੀ ਮਤਲਬ ਉਹ ਸਾਵਧਾਨੀ ਵਰਤ ਰਹੇ ਆ, ਪਰ ਕੁਛ ਲੋਕ ਉਹਨਾਂ ਦਾ ਹੀ ਮਜ਼ਾਕ ਉਡਾ ਰਹੇ ਆ। ਉਸ ਚੀਜ਼ ਨੂੰ ਕਿੱਦਾਂ ਹੈਂਡਲ ਕੀਤਾ ਜਾਵੇ ਜੀ? ਆਈ ਥਿੰਕ ਜੇ ਕੋਈ ਤੁਹਾਡਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਦਾ, ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਤੁਹਾਡੀ ਪਰਸਨਲ ਹੈਲਥ ਹੈ। ਹੈਲਥ ਐਂਡ ਸੇਫਟੀ ਤੁਹਾਡੀ ਵੀ ਹੈ ਅਤੇ ਤੁਹਾਡੇ ਆਲੇ ਦੁਆਲੇ ਵਾਲਿਆਂ ਦੀ ਵੀ ਹੈ। ਐਂਡ ਉਹਨਾਂ ਨੂੰ ਤਾਂ ਜਿਹੜੇ ਤੁਹਾਡਾ ਮਜ਼ਾਕ ਉਡਾ ਰਹੇ, ਉਹਨਾਂ ਨੂੰ ਡੈਫੀਨੇਟਲੀ ਆਪਣਾ ਮਾਈਂਡਸੈਟ ਚੇਂਜ ਕਰਨ ਦੀ ਲੋੜ ਹੈ। ਪਰ ਜਿੱਥੇ ਤੱਕ ਯੰਗਰ ਜਨਰੇਸ਼ਨ ਦਾ ਸਵਾਲ ਆਉਂਦਾ, ਮੇਰੇ ਵੀ ਯੰਗ ਬੱਚੇ ਨੇ, ਮੈਂ ਦੇਖਦੀ ਹਾਂ ਕਿ ਉਹਨਾਂ ਨੇ ਆਪਣੇ ਕੋਲ ਤਾਂ ਹੈਂਡ ਸੈਨੀਟਾਈਜ਼ਰਸ ਰੱਖੇ ਹੁੰਦੇ ਨੇ, ਸਾਡੀਆਂ ਪਾਕਟਸ ਵਿੱਚ ਵੀ ਪਾਏ ਹੁੰਦੇ ਨੇ। ਬਿਲਕੁਲ।
ਜਦੋਂ ਵੀ ਮੈਂ ਘਰੋਂ ਬਾਹਰ ਆਉਂਦੀ ਹਾਂ, ਹੁਣ ਵੀ ਮੈਂ ਘਰੋਂ ਬਾਹਰ ਆਈ ਹਾਂ, ਮਾਈ ਡਾਟਰ ਮੇਕ ਇਟ ਸ਼ੋਰ ਕਿ ਮੇਰੇ ਕੋਲ ਹੈਂਡ ਸੈਨੀਟਾਈਜ਼ਰ ਮੇਰੀ ਪਾਕਟ ਦੇ ਵਿੱਚ ਪਾਇਆ ਹੋਇਆ ਸੀ, ਮੇਰੀ ਕਾਰ ਵਿੱਚ ਹੈਂਡ ਸੈਨੀਟਾਈਜ਼ਰ ਹੈਗਾ, ਡਿਫਰੈਂਟ ਮਾਸਕਸ। ਹੁਣ ਤਾਂ ਫੈਸ਼ਨ ਬਣ ਗਿਆ, ਇਹਨੂੰ ਤਾਂ ਆਪਾਂ ਫੈਸ਼ਨ ਵਜੋਂ ਵੀ ਅਪਣਾ ਸਕਦੇ ਹਾਂ। ਤੁਸੀਂ ਮੈਚਿੰਗ ਮਾਸਕ ਪਾ ਸਕਦੇ ਹੋ, ਤੁਸੀਂ ਆਪਣੇ ਲਈ ਮਾਸਕ ਆਰਡਰ ਵੀ ਕਰ ਸਕਦੇ ਹੋ। ਜੇ ਤੁਸੀਂ ਇਹਨੂੰ ਫਨ ਦੀ ਤਰ੍ਹਾਂ ਵੀ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਤੇ ਨਾਲ ਆਪਣੀ ਪਰਸਨਲ ਸੇਫਟੀ ਵੀ ਕਰਨਾ ਚਾਹੁੰਦੇ ਹੋ, ਹੁਣ ਹਰ ਸਟੋਰ ਮਾਸਕ ਵੇਚ ਰਿਹਾ। ਹਰ ਥਾਂ ਦੇ ਉੱਤੇ, ਜਿਵੇਂ ਅੱਗੇ ਜੁਰਾਬਾਂ ਵੇਚੀਆਂ ਜਾਂਦੀਆਂ ਸੀ, ਹੋਰ ਚੀਜ਼ਾਂ ਵੇਚੀਆਂ ਜਾਂਦੀਆਂ ਸੀ, ਹੁਣ ਨਾਲ ਨਾਲ ਉਵੇਂ ਮਾਸਕਸ ਦੀ ਵੀ ਮਾਰਕੀਟ ਵੱਧ ਰਹੀ ਹੈ। ਸੋ ਆਈ ਥਿੰਕ ਯੰਗਰ ਜਨਰੇਸ਼ਨ ਕੇਅਰਫੁਲ ਹੈਗੀ ਆ, ਸਾਡੇ ਨਾਲੋਂ ਵੀ ਜ਼ਿਆਦਾ ਕੇਅਰਫੁਲ ਆ। ਉਹ ਕਿਸੇ ਨਾਲ ਹੈਂਡਸ਼ੇਕ ਵੀ ਨਹੀਂ ਕਰਦੇ, ਆਪਣਾ ਪੂਰੀ ਇhtiyਾਤ ਵਰਤਦੇ ਨੇ, ਡਿਸਟੈਂਸ ਵੀ ਰੱਖਦੇ ਨੇ। ਪਰ ਕਈ ਥਾਵਾਂ ਦੇ ਉੱਤੇ, ਜਿਵੇਂ ਹੈਰੀ ਬੈਂਸ ਉਹਨਾਂ ਨੇ ਕਿਹਾ ਕਿ ਯੰਗਰ ਜਨਰੇਸ਼ਨ ਦੇ ਵਿੱਚ ਕੇਸਿਸ ਆ ਰਹੇ ਨੇ। ਇਹ ਪਰਸਨਲੀ ਮੈਂ ਵੀ ਸੋਚਦੀ ਹੁੰਦੀ ਹਾਂ ਕਿ ਉਦੋਂ ਜਦੋਂ ਅਸੀਂ ਇਕੱਠੇ ਬਹਿ ਕੇ ਕਈ ਵਾਰੀ ਡਰਿੰਕਸ ਸ਼ੇਅਰ ਕਰਨ ਲੱਗ ਪੈਂਦੇ ਹਾਂ ਤਾਂ ਅਸੀਂ ਆਪਣੀ ਐਬਿਲਿਟੀ ਨੂੰ ਖੋ ਬੈਠਦੇ ਹਾਂ। ਸਾਨੂੰ ਇੱਕਦਮ 2-3 ਡਰਿੰਕਸ ਲੈ ਕੇ ਇਹ ਖਿਆਲ ਮਨੋਂ ਨਿਕਲ ਜਾਂਦਾ ਕਿ ਅਸੀਂ ਇੱਕ ਦੂਸਰੇ ਦੀ ਗਲਾਸ ਨੂੰ ਹੱਥ ਨਹੀਂ ਲਾਉਣਾ, ਜਾਂ ਅਸੀਂ ਡਰਿੰਕਸ ਨੂੰ ਸ਼ੇਅਰ ਨਹੀਂ ਕਰਨਾ, ਜਾਂ ਅਸੀਂ ਉੱਥੇ ਬੈਠ ਕੇ ਇੱਕ ਦੂਜੇ ਦੇ ਨਾਲ ਅਸੀਂ ਜੱਫੀ ਪਾ ਲੈਂਦੇ ਹਾਂ, ਜਾਂ ਫਿਰ ਅਸੀਂ ਇੱਕ ਦੂਸਰੇ ਦੇ ਬਹੁਤ ਨੇੜੇ ਆ ਜਾਂਦੇ ਹਾਂ, ਜਿਹਦੇ ਨਾਲ ਜਲਦੀ ਇਹ ਡਿਜ਼ੀਜ਼ ਜਿਹੜੀ ਹੈ ਟਰਾਂਸਮਿਟ ਹੋ ਸਕਦੀ ਹੈ। ਸੋ ਜਿੱਥੇ ਯੰਗਰ ਜਨਰੇਸ਼ਨ ਕੇਅਰਫੁਲ ਵੀ ਹੈਗੀ ਆ, ਥੋੜ੍ਹੀ ਜਿਹੀ ਇਸ ਗੱਲ ਤੋਂ ਵੀ ਉਹਨਾਂ ਨੂੰ ਬਚਾ ਕਰਨਾ ਚਾਹੀਦਾ ਕਿ ਜੇ ਉਹਨਾਂ ਨੂੰ ਹੈਗਾ ਵੀ, ਉਹਨਾਂ ਨੇ ਡਰਿੰਕਸ ਲੈਣੀਆਂ ਵੀ ਨੇ ਤਾਂ ਉਹ ਪ੍ਰੀਕਾਸ਼ਨ ਦੇ ਨਾਲ ਲੈਣ। ਜੇ ਨਹੀਂ ਵੀ ਪ੍ਰੀਕਾਸ਼ਨ ਦੇ ਨਾਲ ਲੈਣੀਆਂ ਤਾਂ ਉਹਨਾਂ ਦੇ ਘਰ ਹੈਗੇ ਨੇ, ਘਰਾਂ ਦੇ ਵਿੱਚ ਬੈਠ ਕੇ ਲੈ ਸਕਦੇ ਨੇ, ਪਰ ਪਾਰਟੀਜ਼ ਦੇ ਵਿੱਚ ਸਪੈਸ਼ਲੀ ਉਹਨਾਂ ਨੂੰ ਪ੍ਰੀਕਾਸ਼ਨ ਯੂਜ਼ ਕਰਨੀ ਚਾਹੀਦੀ ਹੈ। ਪਰ ਜਿੱਥੇ ਤੱਕ ਮੈਂ ਦੇਖਿਆ, ਬਜ਼ੁਰਗਾਂ ਨੂੰ ਵੀ ਦੇਖਿਆ, ਮੈਂ ਸਰੀ ਦੇ ਬਿਜ਼ਨੈਸਿਸ ਨੂੰ ਵੀ ਦੇਖਿਆ, ਈਵਨ ਕਈ ਰੈਸਟੋਰੈਂਟਸ 'ਤੇ ਵੀ ਆਈ ਫੀਲ ਪ੍ਰਾਊਡ ਕਿ ਉਹ ਕਿੰਨਾ ਸਾਫ਼ ਸੁਥਰਾ ਖਾਣਾ ਸਰਵ ਕਰ ਰਹੇ ਨੇ, ਕਿੰਨੀ ਸਾਫ਼ ਸੁਥਰੀ ਟੇਕ ਆਊਟ ਆ ਉਹਨਾਂ ਦੀ, ਜਿਹੜੀ ਸੀਟਿੰਗ ਆ, ਡਾਈਨ ਇਨ ਸੀਟਿੰਗ ਆ, ਉਹ ਵੀ ਉਹਨਾਂ ਨੇ ਪੂਰੇ ਡਿਸਟੈਂਸ ਦੇ ਨਾਲ ਰੱਖੀ ਹੈ। ਗੋਰਿਆਂ ਦੇ ਰੈਸਟੋਰੈਂਟਸ ਦੇ ਵਿੱਚ ਵੀ ਉਹਨਾਂ ਨੇ ਬੜਾ ਇਸ ਚੀਜ਼ ਦਾ ਇhtiyਾਤ ਵਰਤਦੇ ਨੇ, ਤੁਹਾਡੀ ਟੈਂਪਰੇਚਰ ਚੈੱਕ ਕਰਦੇ ਆ, ਤੁਹਾਡੇ ਨਾਂ ਲੈਂਦੇ ਆ, ਸਾਰਾ ਕੁਝ ਕਰਦੇ ਨੇ। ਪਰ ਇਹ ਇਕੱਲੇ ਦੀ ਜ਼ਿੰਮੇਵਾਰੀ ਨਹੀਂ, ਸਾਡੀ ਸੁਸਾਇਟੀ ਦੀ ਜ਼ਿੰਮੇਵਾਰੀ ਹੈ। ਜਿੱਥੇ ਸੁਸਾਇਟੀ ਦੇ ਵਿੱਚ ਬਹੁਤ ਲੋਕ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉੱਥੇ ਕਈ ਥਾਵਾਂ ਦੇ ਉੱਤੇ ਅਣਗਹਿਲੀ ਵੀ ਹੈਗੀ ਹੈ। ਪਰ ਜਿਹੜੇ ਵੀ ਅਣਗਹਿਲੀ ਵਰਤਦੇ ਨੇ, ਉਹਨਾਂ ਅੱਗੇ ਆਪਾਂ ਇਹ ਗੁਜ਼ਾਰਿਸ਼ ਕਰ ਸਕਦੇ ਹਾਂ, ਉਹਨਾਂ ਨੂੰ ਐਜੂਕੇਸ਼ਨ ਹੀ ਦੇ ਸਕਦੇ ਹਾਂ ਕਿ ਉਹਨਾਂ ਨੂੰ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਬੀ ਓਨੈਸਟ ਵਿਦ ਯੋਰਸੈਲਫ, ਕਿਉਂਕਿ ਇਹ ਇਕੱਲਾ ਤੁਹਾਡੇ ਲਈ ਨਹੀਂ, ਸਾਡੀ ਸੁਸਾਇਟੀ ਦੇ ਲਈ ਖਤਰਨਾਕ ਹੈ। ਐਂਡ ਜੇ ਸਾਡੇ ਬਿਜ਼ਨਸਿਸ ਨੂੰ ਅਫੈਕਟ ਪੈਂਦਾ, ਜੇ ਸਾਡੇ ਕੰਮਾਂ ਨੂੰ ਅਫੈਕਟ ਪੈਂਦਾ, ਸਾਡੀ ਇਕੋਨਮੀ ਨੂੰ ਅਫੈਕਟ ਪੈਂਦਾ, ਤੇ ਅਸੀਂ ਕੱਲ੍ਹ ਨੂੰ ਸਾਡਾ ਸਰਵਾਈਵਲ ਰੇਟ ਕੀ ਹੈ, ਇੱਥੋਂ ਹੀ ਅਸੀਂ ਡਾਊਨ ਹਿਲ ਜਾ ਸਕਦੇ ਹਾਂ। ਐਂਡ ਹੈਲਥ ਇਜ਼ ਵੈਲਥ, ਜੇ ਸਾਡੀ ਹੈਲਥ ਹੀ ਹੈ ਨਹੀਂ ਗੀ, ਅਸੀਂ ਹਸਪੀਟਲਸ ਤਾਂ ਅੱਗੇ ਫੁੱਲ ਪਏ ਨੇ, ਹਸਪੀਟਲਸ ਕੋਲ ਤਾਂ ਅੱਗੇ ਜਗ੍ਹਾ ਹੈ ਨਹੀਂ ਗੀ, ਤੇ ਫਿਰ ਅਸੀਂ ਕਿੱਥੇ ਜਾਣਾ, ਇਲਾਜ ਕਿੱਥੋਂ ਕਰਾਉਣਾ? ਬਿਲਕੁਲ ਸੁਰਿੰਦਰ ਦੂੜਾ ਜੀ, ਇਹ ਗੱਲ ਬਹੁਤ ਜ਼ਿਆਦਾ ਆ, ਇਹ ਫੈਕਟਰ ਸਾਡੇ ਆਲੇ ਦੁਆਲੇ, ਕਿ ਇਹਦੇ ਨਾਲ ਕੁਝ ਨਹੀਂ ਹੋਣਾ, ਜਾਂ ਇਹ ਤਾਂ ਐਵੇਂ ਰੌਲਾ ਰੱਪਈਆ ਇੰਨੇ ਚਿਰ ਦਾ ਪਈ ਜਾਣਾ। ਜਿਹੜਾ ਧਿਆਨ ਰੱਖਿਆ ਜਾ ਸਕਦਾ ਸੌਖਾ, ਜਾਂ ਉਹ ਵੀ ਨਹੀਂ ਰੱਖਿਆ ਜਾਂਦਾ, ਜਾਂ ਜ਼ਬਰਦਸਤੀ। ਸਾਨੂੰ ਪਤਾ ਆ, ਘੱਟੋ ਘੱਟ ਆਪਾਂ ਅੱਜ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਆ, ਕਿਸੇ ਨੂੰ ਮਿਲਦੇ ਹੋ ਨਾ ਮਿਲੋ, ਉਹਨੂੰ ਨਾ ਜਾਓ ਉਹਦੇ ਨੇੜੇ, ਦੂਰ ਖੜੇ ਹੋ ਕੇ ਗੱਲ ਕਰ ਲਓ, ਫਿਰ ਵੀ ਨਹੀਂ ਲੋਕਾਂ ਕੋਲੋਂ ਹਟਿਆ ਜਾਂਦਾ। ਉਹਨਾਂ ਨੂੰ ਕੀ ਕੀਤਾ ਜਾਵੇ, ਕਿੱਦਾਂ ਸਿੱਖਿਅਤ ਕੀਤਾ ਜਾਵੇ, ਜਾਂ ਉਹਨਾਂ ਤੋਂ ਆਪ ਪਰੇ ਰਿਹਾ ਜਾਵੇ? ਅਜੇ ਚੱਕਰ ਇਹ ਆ ਵੀ ਆਪਾਂ ਜਿਉਂ ਬੋਰਨ ਹੋਏ ਆ, ਇਹੋ ਜਿਹੀ ਆਪਾਂ ਨੂੰ ਆਦਤ ਹੀ ਹੈ ਨਹੀਂ। ਇਹ ਪਹਿਲੀ ਵਾਰ ਹੋਇਆ। ਪਹਿਲਾਂ ਆਪਣੇ ਬਜ਼ੁਰਗ ਪੰਜਾਬ ਦੇ ਵਿੱਚ ਪਸ਼ੂਆਂ ਦੇ ਜਿਨ੍ਹਾਂ ਦੇ ਨਾਲ ਆਪਣੇ ਹਲ ਵਾਹੁੰਦੇ ਹੁੰਦੇ ਸੀ, ਉਹਨਾਂ ਦੇ ਛਿੱਕਲੀਆਂ ਲਾਉਂਦੇ ਹੁੰਦੇ ਸੀਗੇ। ਬਿਲਕੁਲ, ਹੈ ਨਾ, ਮੂੰਹ ਨਾ ਮਾਰ। ਹੁਣ ਉਹ ਆਪਣੇ ਲੱਗ ਗਈਆਂ ਕੁਦਰਤੀ, ਰੱਬ ਵੱਲੋਂ ਹੀ। ਹੁਣ ਅਸੀਂ ਹਾਲੇ ਉਹਨੂੰ ਆਪਣਾ ਇਹ ਨਹੀਂ ਕਰਦੇ ਵੀ ਇਹੋ ਜਾਣੀ ਲਾਉਣੀ ਹੀ ਪੈਣਾ, ਸਾਨੂੰ ਇਹੋ ਮਾਸਕ ਪਾਉਣਾ ਹੀ ਪੈਣਾ ਆ। ਹਾਲੇ ਵੀ ਸਾਡੇ ਉਹ ਮਨ ਦੇ ਵਿੱਚ ਜਿਹੜਾ ਆ ਨਾ ਵੀ ਇਹ ਤਾਂ ਐਵੇਂ 2-4 ਦਿਨ ਦਾ ਇਹ ਰੌਲਾ ਸੀਗਾ ਵੀ ਹੁਣ ਲੋੜ ਨਹੀਂ ਹੈਗੀ ਇਹਦੀ। ਤੇ ਜੇ ਕਿਤੇ ਲੋੜ ਪੈਂਦੀ ਵੀ ਆ, ਉੱਥੇ ਵੀ ਆਪਾਂ ਉਨਾ ਕੁ ਚਿਰ ਹੀ ਲਾਉਂਦੇ ਆ, ਉਹ ਤੋਂ ਬਾਅਦ ਤਾਂ ਦਵਾ ਸੱਟ ਜਾਏ ਥੱਲੇ। ਕਦੀ ਤਾਂ ਉਹ ਲਾ ਕੇ ਇੱਥੇ ਧੌਣ ਦੇ ਕੋਲ ਲਮਕਦਾ ਹੁੰਦਾ, ਕਈਆਂ ਦੇ, ਕਿਸੇ ਦੇ ਕਿਸੇ ਉਹ ਇੱਧਰ ਇੱਕ ਕੰਨ ਦੇ ਵਿੱਚ ਟੰਗਿਆ ਹੁੰਦਾ, ਹੈ ਨਾ। ਮਤਲਬ ਉਹ ਇੱਕ ਮਜਬੂਰੀ ਹਾਲੇ ਸਮਝਦੇ ਆ, ਹਾਲੇ ਉਹਨੂੰ ਇਹ ਨਹੀਂ ਸਮਝਦੇ ਵੀ ਇਹ ਹਾਲੇ ਲਾਉਣਾ ਸਾਡੇ ਨੂੰ। ਜੇ ਬਚਣਾ ਆ, ਆਪਣਾ ਆਪ ਬਚਾਅ ਕਰਨਾ, ਕਿਸੇ ਦਾ ਬਚਾਅ ਕਰਨਾ, ਤਾਂ ਸਾਨੂੰ ਇਹੋ ਲਾਉਣਾ ਹੀ ਪੈਣਾ। ਅਮਰੀਕ ਸਿੰਘ ਜੀ, ਇਹ ਕਿੱਦਾਂ ਸਹੀ ਲਾਉਣਾ ਚਾਹੀਦਾ? ਵਾਕਈ ਇਹਨਾਂ ਨੇ ਗੱਲ ਕਿ ਕਈ ਵਾਰੀ ਤੇ ਉਹਨੂੰ ਠੀਕ ਕਰਨ ਲਈ ਹੱਥ ਜ਼ਿਆਦਾ ਵਾਰੀ ਮੂੰਹ ਨੂੰ ਲੱਗ ਜਾਂਦਾ, ਉੱਦਾਂ ਸ਼ਾਇਦ ਅਸੀਂ ਨਾ ਲਾਈਏ। ਇਹਨੂੰ ਕਿਹੜੇ ਤਰੀਕੇ ਨਾਲ ਪਾਉਣਾ ਚਾਹੀਦਾ? ਜਾਂ ਕਈ ਲੋਕ ਕਹਿੰਦੇ ਸਾਡੇ ਗੁਆਂਢੀ ਮੁਲਕ ਦੇ ਵਿੱਚ ਰੌਲਾ ਪੈਂਦਾ, ਕਈ ਲੋਕ ਕਹਿੰਦੇ ਪਾਉਣਾ ਹੀ ਨਹੀਂ ਚਾਹੀਦਾ, ਇਹਦਾ ਤਾਂ ਵੀ ਨੁਕਸਾਨ ਹੁੰਦਾ। ਲੋਕਾਂ ਨੇ ਪ੍ਰੋਟੈਸਟ ਕੀਤੇ ਕਈ ਥਾਵਾਂ ਦੇ ਉੱਤੇ, ਤੁਸੀਂ ਕੀ ਕਹਿੰਦੇ ਆ ਜੀ?
ਜੀ ਐਜ਼ ਪਰ ਜਿਹੜੀਆਂ ਵਰਕ ਸੇਫ ਦੀਆਂ ਗਾਈਡਲਾਈਨ ਨੇ ਉਹਨਾਂ ਦੇ ਵਿੱਚ ਜਿਹੜਾ ਮਾਸਕ ਆ ਉਹ ਭਾਵੇਂ ਲਾਸਟ ਡਿਫੈਂਸ ਆ ਇਹ ਨਾ, ਮਾਸਕ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ, ਬਟ ਜੇ ਤੁਸੀਂ ਇਹਨੂੰ ਅਪਣਾਓ ਤਾਂ ਇਹ ਸਭ ਤੋਂ ਇਫੈਕਟਿਵ ਆ ਇਹ, right? ਅੱਛਾ ਜੀ। ਤੇ ਤੁਸੀਂ ਜੇ ਦੇਖੋ ਕਿ ਵਾਇਰਸ ਟਰਾਂਸਮਿਟ ਹੋਣ ਦਾ ਜਿਹੜਾ ਹੈ ਮੇਨ ਮੋਡ ਹੀ ਇਹ ਹੈ ਕਿ ਤੁਸੀਂ ਕਿਸੇ ਦੇ ਕੰਟੈਕਟ ਵਿੱਚ ਆਉਂਦੇ ਹੋ। ਜੇ ਸੋਸ਼ਲ ਡਿਸਟੈਂਸਿੰਗ ਹੈਗੀ ਆ ਤੇ ਦੈਟ ਇਜ਼ ਨਾਟ ਦੇਅਰ। ਜਿੱਥੇ ਤੁਹਾਨੂੰ ਸੋਸ਼ਲ ਡਿਸਟੈਂਸ ਨਹੀਂ ਕਰ ਸਕਦੇ ਤੁਸੀਂ, ਤੇ ਉੱਥੇ ਮਾਸਕ ਰეკਮੈਂਡੇਸ਼ਨ ਜਿੱਦਾਂ ਹੁਣ ਜਿਹੜੀਆਂ ਰეკਮੈਂਡੇਸ਼ਨ ਇਹੀ ਨੇ, ਭਾਵੇਂ ਕੋਈ ਵੀ ਸਰਜੀਕਲ ਮਾਸਕ ਆ ਜਾਂ ਭਾਵੇਂ ਕਲੋਥ ਦਾ ਮਾਸਕ ਆ, ਕੋਈ ਵੀ ਤੁਸੀਂ ਪਾਓ। ਕੋਈ ਵੀ ਸਿਕਰੀਸ਼ਨ ਜਿਹੜੀਆਂ ਤੁਹਾਡੇ ਜੇ ਤੁਸੀਂ ਸਨੀਜ਼ ਕਰਦੇ ਆ ਜਾਂ ਵੈਸੇ ਕੋਈ ਵੀ ਸਿਕਰੀਸ਼ਨ ਆ ਉਹ 'ਚ ਟਰੈਪ ਹੋ ਜਾਣ, ਐਟਲੀਸਟ ਉਹ ਤਾਂ ਟਰੈਪ ਹੋ ਜਾਣ, ਕਿਉਂਕਿ ਵਾਇਰਸ ਦਾ ਸਾਈਜ਼ ਭਾਵੇਂ ਛੋਟਾ ਬਟ ਐਟਲੀਸਟ ਉਹ ਸਿਕਰੀਸ਼ਨ ਤਾਂ ਟਰੈਪ ਹੋ ਸਕਦੀਆਂ ਨੇ। ਕਿਸੇ ਵੀ ਤਰ੍ਹਾਂ ਦਾ ਮਾਸਕ ਪਾਓ, ਬਟ ਇਹ ਹੈ ਕਿ ਜੇ ਤੁਸੀਂ ਸੋਸ਼ਲ ਡਿਸਟੈਂਸ ਕਰ ਸਕੋ ਉਹ ਸਭ ਤੋਂ ਵਧੀਆ ਜੀ। ਜੇ ਮਾਸਕ ਦੇ ਲਈ ਵੀ ਅਗੇਨ ਉਹਨੂੰ ਤੁਸੀਂ ਆਪਣੇ ਪ੍ਰੋਪਰ ਮੂੰਹ ਨੂੰ ਢੱਕ ਕੇ ਰੱਖੋ, ਜਿੱਦਾਂ ਉਹਨਾਂ ਨੇ ਕਿਹਾ ਜੀ ਕਿ ਗਲੇ 'ਚ ਨਹੀਂ ਪਾ ਲੈਣਾ ਜਾਂ ਉਹਨੂੰ ਸਾਈਡ 'ਤੇ ਨਹੀਂ ਟੰਗ ਲੈਣਾ, ਜਾਂ ਅੱਧੇ ਮਿੰਟ ਲਈ ਤੁਸੀਂ ਪਾਇਆ, ਦੇਖ ਲਿਆ ਇੱਧਰ ਕੋਈ ਨਹੀਂ ਹੈਗਾ ਜੀ, ਓਕੇ ਲਾ ਲਓ ਇਹਨੂੰ ਤੁਸੀਂ, ਹੁਣ ਦੈਟਸ ਫਾਈਨ, ਰਾਈਟ। ਇਹਨੂੰ ਤਾਂ ਤੁਸੀਂ ਹੈਬਿਟ ਬਣਾਉਣੀ ਪੈਣੀ ਹੈ ਇੱਕ, ਕਿ ਹਾਂਜੀ ਜਦੋਂ ਘਰੋਂ ਤੁਸੀਂ ਨਿਕਲਦੇ ਹੋ ਤੁਸੀਂ ਪਾ ਕੇ ਨਿਕਲਣਾ, ਅਤੇ ਜਿੰਨਾ ਚਿਰ ਪੋਸੀਬਲ ਹੋ ਸਕੇ ਥੋੜ੍ਹਾ ਡਿਸਕੰਫਰਟ ਆ ਦੈਟਸ ਓਕੇ, ਬਟ ਉਹਨੂੰ ਬਚਾਉਣ ਦੇ ਲਈ ਉਹ ਕਾਰਗਰ ਸਾਬਿਤ ਹੋ ਸਕਦਾ ਜੀ। ਬੈਂਸ ਸਾਹਿਬ ਇਹਨੂੰ ਮੈਂਡੇਟਰੀ ਕੀਤਾ ਜਾ ਸਕਦਾ ਜੀ, ਮਾਸਕ ਨੂੰ ਵੀ ਜ਼ਰੂਰੀ ਹੋ ਜਾਵੇ, ਜਿੱਦਾਂ ਟਰਾਂਸਲਿੰਕ ਦੇ ਵਿੱਚ ਹੈਗਾ ਵੀ ਹਰ ਜਗ੍ਹਾ ਹੀ ਹੋ ਜਾਵੇ? ਦੇਖੋ ਇਹ ਤਾਂ ਸਾਇੰਸ ਬੇਸ ਤੇ ਐਕਸਪਰਟ ਹੀ ਡਿਸਾਈਡ ਕਰ ਸਕਦੇ ਆ। ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਡਾਕਟਰ ਬੌਨੀ ਹੈਨਰੀ ਵਰਗੇ ਐਕਸਪਰਟ ਸਾਡੇ ਕੋਲ ਹੈਗੇ ਆ। ਉਹ ਮੋਨੀਟਰ ਕਰਦੇ ਐਵਰੀ ਡੇ, ਉਹ ਟਰੇਸ ਕਰਦੇ ਆ ਵੀ ਕਿੱਥੋਂ ਕੇਸਿਸ ਆ ਰਹੇ ਆ ਤੇ ਕਿਹੋ ਜਿਹੀ ਜਗ੍ਹਾ ਤੋਂ ਆ ਰਹੇ ਆ, ਤੇ ਫਿਰ ਉਹਨਾਂ ਦੇ ਮੁਤਾਬਿਕ ਫਿਰ ਉਹ ਡਿਸੀਜਨ ਬਣਾਉਂਦੇ, ਜਿਹੜਾ ਸਾਇੰਸ ਤੇ ਡਾਟਾ ਉਹਨਾਂ ਦੇ ਕੋਲ ਹੈਗਾ। ਪਰ ਆਈ ਥਿੰਕ ਆਪਾਂ ਇਹਨੂੰ ਕਾਬੂ ਪਾ ਸਕਦੇ ਹਾਂ ਜਿੱਦਾਂ ਅੱਗੇ ਪਹਿਲਾਂ ਪਾਇਆ ਸੀਗਾ। ਆਈ ਥਿੰਕ ਮੈਜੋਰਿਟੀ ਪੀਪਲ ਹਾਲੇ ਵੀ ਇਹਨੂੰ ਸੀਰੀਅਸਲੀ ਲੈਂਦੇ ਆ, ਡਿਸਿਪਲਿਨ 'ਚ ਰਹਿ ਕੇ ਕੰਮ ਕਰੀ ਜਾਂਦੇ ਆ। ਭੈਣ ਜੀ ਨੇ ਦੱਸਿਆ ਕਿ ਬੱਚੇ ਸਾਨੂੰ ਬਹੁਤ ਵਾਰਨਿੰਗ ਦੇ ਰਹੇ ਆ ਕਿ ਨਹੀਂ ਤੁਸੀਂ ਕਰਨਾ। ਮੇਰੀ ਗ੍ਰੈਂਡ ਡਾਟਰ ਹੈਗੀ ਆ 13 ਸਾਲ ਦੀ, ਘਰ ਦੇ ਵਿੱਚ ਉਹ ਵਾਰ-ਵਾਰ ਸਾਨੂੰ ਦੱਸਦੀ ਆ ਕਿ ਤੁਸੀਂ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਹੈਂਡ ਸੈਨੀਟਾਈਜ਼ ਕਰਨ ਵਾਸਤੇ ਤੇ ਸਾਡੇ ਤੇ ਦਰਵਾਜ਼ੇ ਜਿੱਥੋਂ ਅਸੀਂ ਟੱਚ ਕਰਦੇ ਉਹਨਾਂ ਨੂੰ ਸੈਨੀਟਾਈਜ਼ ਕਰਨ ਦੀ ਕੋਸ਼ਿਸ਼ ਕਰਦੇ, ਹਮੇਸ਼ਾ ਜਿੰਨੀ ਵੱਧ ਤੋਂ ਵੱਧ ਹੋਵੇ। ਪਰ ਜਿਹੜੀਆਂ ਗੱਲਾਂ ਕੁਛ ਜਗ੍ਹਾ ਹੈਗੀਆਂ ਜਿੱਥੇ ਕਿ ਅਸੀਂ ਥੋੜ੍ਹੀ ਜਿਹੀ ਅਣਗਹਿਲੀ ਫਿਰ ਕਰ ਜਾਂਦੇ ਹਾਂ, ਉਹ ਜਿਸ ਤਰ੍ਹਾਂ ਕਿ ਵੈਡਿੰਗਸ ਦੇ ਵਿੱਚ ਆ, ਉਹਦੇ ਵਿੱਚ ਸਾਡੀਆਂ ਜਾਂ ਗੋਰਿਆਂ ਦੀਆਂ ਵੈਡਿੰਗਸ ਦੇ ਵਿੱਚ ਵੀ ਜੇ ਤੁਸੀਂ ਜ਼ਿਆਦਾ ਐਕਸਾਈਟ ਹੋ ਕੇ ਜ਼ਿਆਦਾ ਵਧਾਈਆਂ ਦਿੰਦੇ ਹੋ, ਖੁਸ਼ੀ ਜ਼ਿਆਦਾ ਹੁੰਦੀ ਆ, ਇੱਕ ਦੇ ਲਾਗੇ ਹੋ ਕੇ ਬੋਲਦੇ ਹੋ, ਤੁਸੀਂ ਮਾਸਕ ਨਹੀਂ ਪਾਈ ਹੁੰਦੀ, ਸੋ ਆਈ ਥਿੰਕ ਉਹ ਚਾਂਸਸ ਵੱਧ ਜਾਂਦੇ ਆ। ਫਿਰ ਜਿਸ ਤਰ੍ਹਾਂ ਕਿ ਭੈਣ ਜੀ ਨੇ ਹੋਰ ਵੀ ਦੱਸਿਆ ਕਿ ਜਿਹੜੇ ਸਾਡੇ ਯੰਗਰ ਜਨਰੇਸ਼ਨ, ਜਿਹਨੂੰ ਯੰਗਰ ਜਨਰੇਸ਼ਨ ਆਪਾਂ ਕਹਿੰਦੇ, ਜਿਹੜੇ 20 ਸਾਲ ਤੋਂ ਉੱਪਰ 30 ਸਾਲ ਦੇ ਜਿਹੜੇ ਬੱਚੇ ਹੈਗੇ ਆ, ਬਾਹਰ ਜਾਂਦੇ ਆ, ਪਾਰਟੀਆਂ 'ਚ ਕਰਦੇ ਆ, ਬੈਠੇ ਆ, ਡਰਿੰਕ ਵੀ ਪੀਂਦੇ ਆ, ਉਦੋਂ ਫਿਰ ਉਹ ਥੋੜ੍ਹੀ ਦੇਰ ਬਾਅਦ ਉਹ ਫਿਰ ਭੁੱਲ ਜਾਂਦੇ ਆ ਕਿਸ ਤਰ੍ਹਾਂ ਆਪਣੇ ਆਪ ਨੂੰ ਉਹਨਾਂ ਨੇ ਪ੍ਰੋਟੈਕਟ ਕਰਨਾ। ਆਈ ਥਿੰਕ ਉਹਨਾਂ ਨੂੰ ਥੋੜ੍ਹੀ ਜਿਹੀ ਐਜੂਕੇਟ ਕਰਨ ਦੀ ਲੋੜ ਹੈਗੀ ਆ। ਜਿੰਨਾ ਉਹ ਸਾਡਾ ਧਿਆਨ ਦਿੰਦੇ ਆ ਜਦੋਂ ਉਹ ਘਰ 'ਚ ਹੁੰਦੇ ਆ, ਇੰਨਾ ਧਿਆਨ ਉਹ ਆਪ ਕਰ ਲੈਣ ਤੇ ਉਹਨਾਂ ਨਾਲ ਬਹੁਤ ਹੀ ਫਾਇਦਾ ਹੋ ਸਕਦਾ। ਫਿਰ ਉਹੀ ਗੱਲ ਆ, ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹਾਂ, ਇਸੇ ਤਰ੍ਹਾਂ ਜਦੋਂ ਵਿਆਹ ਸ਼ਾਦੀ ਹੋਣੀ ਆ, ਅਸੀਂ ਪਹਿਲਾਂ ਤਾਂ ਕਰਾਊਡ ਬਿਲਕੁਲ ਛੋਟਾ ਕਰ ਲਈਏ, ਨਹੀਂ ਤਾਂ ਪੋਸਟਪੋਨ ਕਰ ਲਈਏ, ਤਾਂ ਸਾਰਾ ਤਾਂ ਵਧੀਆ ਗੱਲ ਹੈਗੀ ਆ। ਅਤੇ ਫਿਰ ਅਸੀਂ ਜਿਸ ਤਰ੍ਹਾਂ ਆਪਣੀ ਫੈਮਿਲੀ ਦੇ ਬਾਹਰ ਵੱਧ ਤੋਂ ਵੱਧ 5-6 ਬੰਦੇ ਹੋਰ ਲੈ ਆਓ, ਅਤੇ ਫਿਰ ਵੀ ਜਿਹੜਾ ਸੋਸ਼ਲ ਡਿਸਟੈਂਸ ਰੱਖ ਸਕੀਏ ਨਾ, ਉਹ ਵਧੀਆ ਗੱਲ ਹੈਗੀ ਆ। ਹੱਥ ਨਾ ਮਿਲਾਓ, ਹੱਥ ਮਿਲਾ ਲਿਆ ਤਾਂ ਵਾਸ਼ ਕਰ ਲਓ ਜ਼ਰੂਰੀ, ਔਰ ਸਾਰੇ ਬੰਦੇ ਅਪਰੀਸ਼ੀਏਟ ਕਰਨਗੇ ਤੁਸੀਂ ਵਾਸ਼ ਕਰਦੇ ਹੋ, ਤਾਂ ਤੂੰ ਫਿਰ ਦੋਨਾਂ ਲਾਗੇ ਜਾਣੇ, ਫਿਰ ਲਾਗੇ ਹੋ ਕੇ ਬੋਲੋ ਨਾ ਉਹਨਾਂ ਦੇ, ਦੂਰ ਰਹਿ ਕੇ ਬੋਲੋਗੇ ਤਾਂ ਫਿਰ ਹੋਰ ਵੀ ਪ੍ਰੋਟੈਕਸ਼ਨ ਹੋ ਜਾਂਦੀ ਆ। ਜੇ ਨਹੀਂ ਰਹਿ ਸਕਦੇ ਤਾਂ ਫਿਰ ਮਾਸਕ ਪਾਉਣੀ ਜ਼ਰੂਰੀ ਹੋ ਜਾਂਦੀ ਆ। ਹਾਂਜੀ, ਸੋ ਇਹੋ ਜਿਹੀਆਂ ਜੇ ਪ੍ਰੀਕਾਸ਼ਨ ਕਰ ਲਈਏ ਤੇ ਆਪਾਂ ਨੇ ਤੇ ਕਾਬੂ ਫਿਰ ਦੁਬਾਰਾ ਪਾ ਸਕਦੇ ਹਾਂ। ਜਿਹੜੀ ਸਖਤੀ ਵਾਲੀ ਗੱਲ ਹੈਗੀ ਆ, ਰੂਲਸ ਬਣਾਉਣ ਦੀ ਗੱਲ ਹੈ, ਕਈ ਵਾਰੀ ਉਹਨਾਂ ਨੂੰ ਬਣਾਉਣੇ ਪੈਂਦੇ ਆ ਬੇਸਡ ਔਨ ਸਾਇੰਸ ਤੇ ਡਾਟਾ, ਹੈ ਨਾ। ਉਹ ਫਿਰ ਜਦੋਂ ਬਣਾਉਣਗੇ ਤਾਂ ਫਿਰ ਆਪਾਂ ਨੂੰ ਮੰਨਣੇ ਪੈਣੇ ਆ। ਪਰ ਬੈਟਰ ਇਹ ਹੈਗਾ ਕਿ ਅਸੀਂ ਪਹਿਲਾਂ ਹੀ ਜੇ ਆਪਣੇ ਆਪ ਨੂੰ ਪ੍ਰੀਵੈਂਸ਼ਨ 'ਤੇ ਜ਼ੋਰ ਦੇ ਦਈਏ, ਜਿਹੜਾ ਕਿ ਅੱਜ ਸਾਨੂੰ ਵਾਰ-ਵਾਰ ਹਦਾਇਤ ਆ ਰਹੀ ਹੈ, ਜਿੱਦਾਂ ਪਹਿਲਾਂ ਆਪਾਂ ਕਰਦੇ ਰਹੇ ਹਾਂ ਸ਼ੁਰੂ ਦੇ ਵਿੱਚ ਉਹਨਾਂ ਨੂੰ ਦੱਸਿਆ। ਤਾਂ ਆਈ ਥਿੰਕ ਆਪਾਂ ਇਹ 'ਤੇ ਮੁੜ ਕੇ ਦੁਬਾਰਾ ਕਾਬੂ ਕਰ ਸਕਦੇ ਹਾਂ। ਆਪਾਂ BC ਦੇ ਵਿੱਚ ਕਾਫੀ ਵਧੀਆ ਦੇਖ ਚੁੱਕੇ ਹਾਂ ਲੋਕਾਂ ਦਾ ਧਿਆਨ ਅਤੇ ਲੋਕਾਂ ਦਾ ਬਿਹੇਵੀਅਰ। ਜੇ ਉੱਦਾਂ ਦਾ ਮੁੜ ਕੇ ਲੈ ਆਈਏ ਤਾਂ ਆਮ ਸ਼ੋਰ ਵੀ ਆਪਾਂ ਇਹ 'ਤੇ ਕਾਬੂ ਦੁਬਾਰਾ ਫਿਰ ਪਾ ਸਕਦੇ ਹਾਂ। ਸਰਾਜ ਸਾਹਿਬ, ਜਿਹੜੀ ਸੋਸ਼ਲ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਗਈ, ਉਹਦੀ ਕੀ ਹਾਲਤ ਆ ਜੀ ਹੁਣ ਚੱਲ ਰਹੀ ਆ? ਜੇ ਸੈਕੰਡ ਵੇਵ ਆਉਂਦੀ, ਕੀ ਸਰਕਾਰ ਇਹਦੇ ਲਈ ਉਹਦੇ ਕੋਲੇ ਪੈਸਾ ਧੇਲਾ ਜਿਹੜਾ ਹੈਗਾ ਹੈ?
ਦੇਖੋ ਅਸੀਂ ਜਿਹੜਾ ਸਭ ਤੋਂ ਪਹਿਲਾਂ ਆਮ ਵਿਅਕਤੀ ਜਿਹੜਾ ਹੈਗਾ, ਜਿਹੜਾ ਮਜ਼ਦੂਰ ਹੈ, ਜਿਹੜੇ ਕੰਮ ਕਰਦੇ ਆ, ਉਹਨਾਂ ਵਾਸਤੇ ਕੀਤਾ ਸੀ ਸਰਵ ਬੈਨੀਫਿਟ। ਉਹਨੂੰ ਹੁਣ ਟ੍ਰਾਂਜੀਸ਼ਨ ਕਰਕੇ ਅਨਐਮਪਲੋਇਮੈਂਟ ਨੂੰ ਰਿਫਾਈਨ ਕਰਤਾ ਕਿ ਸੇਮ ਆਲਮੋਸਟ ਕੁਆਲੀਫਿਕੇਸ਼ਨ ਦੇ ਨਾਲ ਤੁਸੀਂ ਲੈ ਸਕਦੇ ਹੋ। ਔਰ ਅਸੀਂ ਉਹ ਆਉਣ ਵਾਲੇ ਸਮੇਂ ਤੱਕ ਅਸੀਂ ਚਲਾਵਾਂਗੇ। ਆਲਮੋਸਟ ਸਾਰੇ ਜਿਹੜੇ ਪ੍ਰੋਗਰਾਮ ਨੇ ਨੈਕਸਟ ਜੂਨ ਤੱਕ ਕੀਤਾ ਗਿਆ। ਇਸੇ ਤਰ੍ਹਾਂ ਜਿਹੜੇ ਕੰਮ ਕਰਦੇ ਆ, ਵੇਜ ਸਬਸਿਡੀ ਆ, ਉਹਨਾਂ ਦੇ ਬਿਜ਼ਨਸ ਸ਼ਾਇਦ ਪ੍ਰੋਫਿਟ ਨਹੀਂ ਬਣਾ ਰਿਹਾ ਜਾਂ ਪ੍ਰੋਫਿਟ ਬਹੁਤ ਘੱਟ ਕਰ ਰਿਹਾ, ਉਹਨਾਂ ਨੂੰ ਹਜੇ ਵੀ ਵੇਜ ਸਬਸਿਡੀ ਲੋੜ ਅਨੁਸਾਰ ਉਹ ਸਕੇਲ ਦੇ ਹਿਸਾਬ ਦੇ ਨਾਲ ਦਿੱਤੀ ਜਾਊਗੀ ਅਗਲੇ ਜੂਨ ਤੱਕ। ਸੋ ਜੇ ਉਹ ਆਬਵੀਅਸਲੀ ਉਹਨਾਂ ਦੀ ਸੇਲਸ ਮੈਚ ਹੋ ਗਈ ਕੋਵਿਡ ਤੋਂ ਪ੍ਰੀ ਟਾਈਮ ਤੋਂ, ਉਹਨਾਂ ਦਾ ਫਿਰ ਬੰਦ ਹੋ ਜਾਏਗੀ। ਪਰ ਜਿਨ੍ਹਾਂ ਦਾ ਹਜੇ ਵੀ ਘਾਟ ਹੈਗੀ ਆ, ਸੇਲ ਘੱਟ ਆ, ਉਹਨਾਂ ਨੂੰ ਅਸੀਂ ਸਹਾਇਤਾ ਕਰਕੇ ਤਾਂ ਕਿ EMPLOYEEਆਂ ਨੂੰ ਆਸ ਹੋਊਗੀ ਕਿ ਅਸੀਂ ਕੰਮ ਸਾਡਾ ਹੈਗਾ। ਇਸੇ ਤਰ੍ਹਾਂ ਜਿਹੜੇ ਪਬਲਿਕ ਸੇਫਟੀ ਕਰਕੇ, ਪਬਲਿਕ ਹੈਲਥ ਕਰਕੇ ਬੰਦ ਕੀਤੇ ਗਏ, ਉਹਨਾਂ ਵਾਸਤੇ ਕਿਰਾਇਆ ਵਾਸਤੇ ਜਾਂ ਉਹਨਾਂ ਦੀ ਮੋਰਗੇਜ ਪੇਮੈਂਟ ਵਾਸਤੇ ਵੀ ਅਪ ਟੂ 90% ਉਹਨਾਂ ਨੂੰ ਸਹਾਇਤਾ ਦਿੱਤੀ ਜਾਊਗੀ ਤਾਂ ਕਿ ਉਹ ਵੀ ਨਾ ਅੰਡਰ ਹੋਣ। ਹੋਰ ਵੀ ਅਗਲੇ ਜੂਨ ਤੱਕ ਕੀਤੀ ਜਾਊਗੀ। ਔਰ ਜਿਹੜੇ ਅੱਜ ਸੁਣ ਰਹੇ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਉਹ ਅਗਲੇ 2 ਦਿਨ ਤੱਕ ਉਹਦੀ ਡੈਡਲਾਈਨ ਉਹ ਜ਼ਰੂਰ ਅਪਲਾਈ ਕਰ ਦੇਣ। ਸੋ ਇਸ ਤਰ੍ਹਾਂ ਦੀ ਸਹਾਇਤਾ ਸਾਡੇ ਪ੍ਰਧਾਨ ਮੰਤਰੀ ਔਰ ਕੈਬਨਿਟ ਔਰ ਜਿੰਨੀ ਗਵਰਨਮੈਂਟ ਆ, ਉਹਨੇ ਇਹ ਵਾਅਦਾ ਕੀਤਾ ਕਿ ਅਸੀਂ ਕੈਨੇਡੀਅਨਸ ਨੂੰ ਹਮੇਸ਼ਾ ਸਭ ਤੋਂ ਪਹਿਲਾਂ ਇਹਨਾਂ ਦੀ ਪਹਿਲ ਰੱਖਾਂਗੇ, ਇਹਨਾਂ ਨੂੰ ਸੁਰੱਖਿਅਤ ਰੱਖਾਂਗੇ ਤਾਂ ਕਿ ਐਂਗਜ਼ਾਇਟੀ ਤੇ ਪੈਨਿਕ ਨਾ ਹੋਊਗਾ। ਪਰ ਇਹ ਕਲੈਕਟਿਵ ਚੀਜ਼ ਆ, ਇਹ ਸਾਰਿਆਂ ਦੀ ਜ਼ਿੰਮੇਵਾਰੀ ਦੇ ਨਾਲ ਹੀ ਆ। ਜੇ ਆਪਣੀ ਇਕਨੋਮੀ ਨਾਲ ਚੱਲਦੀ ਹੋਊਗੀ ਤਾਂ ਅਸੀਂ ਸਪੋਰਟ ਕਰ ਸਕਦੇ। ਜੇ ਅਸੀਂ ਇਕਨੋਮੀ ਨੂੰ ਐਂ ਡੈਡ ਕਰ ਦਈਏ ਤਾਂ ਇਹ ਜਿਹੜਾ ਖਜ਼ਾਨਾ ਵੀ ਉਸੇ ਤਰ੍ਹਾਂ ਮੁੱਕ ਜੂਗਾ। ਸੋ ਸਾਡੀ ਕੋਸ਼ਿਸ਼ ਹੈ ਕਿ ਸਾਰੇ ਆਪਣਾ ਆਪਣਾ ਹਿੱਸਾ ਕਰਨ। ਜਿੱਥੇ ਸਰਕਾਰ ਨੂੰ ਕਰਨ ਨਾਲ ਵਾਲਾ ਹੈਗਾ ਫਰਜ਼ ਬਣਦਾ, ਜਿਹੜਾ ਲੋੜਵੰਦ ਆ, ਜਿਹਦੇ ਕੋਲ ਨਹੀਂ ਚਾਰਾ ਹੈਗਾ, ਚਾਹੇ ਉਹਨੂੰ ਸਰਕਾਰ ਨੇ ਬੰਦ ਕੀਤਾ ਹੈ ਕਿਉਂਕਿ ਸੇਫਟੀ ਰੀਜ਼ਨ ਖਾਤਰ, ਚਾਹੇ ਉਹਨੂੰ ਬਿਲਕੁਲ ਹੀ ਉਸ ਬਿਜ਼ਨਸ ਡੈਡ ਹੋ ਗਿਆ, ਉਹ ਨਹੀਂ ਚੱਲ ਸਕਦਾ ਕੋਵਿਡ ਵੇਲੇ, ਉਹਦੇ ਵਾਸਤੇ ਅਸੀਂ ਹੈਗੇ ਆ। ਪਰ ਬਾਕੀਆਂ ਨੂੰ ਜਿਹੜੇ ਹੈਗੇ ਆ, ਉਹਨਾਂ ਨੂੰ ਆਪਣੇ ਅਸੂਲ ਮੰਨ ਕੇ, ਸੇਫਟੀ ਪ੍ਰੀਕਾਸ਼ਨ ਲੈ ਕੇ ਇਹ ਜਿਹੜਾ ਆਉਣ ਵਾਲਾ 6 ਮਹੀਨੇ ਸਾਲ ਦਾ ਸਮਾਂ ਹੈਗਾ, ਇਹ ਨਿਭਾਉਣਾ ਚਾਹੀਦਾ। ਸਰਕਾਰ ਸਟੇਬਲ ਆ ਜੀ? ਪਿੱਛੇ ਜੇ ਗੱਲਾਂ ਚੱਲਣ ਲੱਗ ਪਈਆਂ ਸੀ ਇਲੈਕਸ਼ਨ ਹੋ ਸਕਦੀ ਹੈ ਫੈਡਰਲ ਲੈਵਲ ਦੇ ਉੱਤੇ, ਕੀ ਪੋਜੀਸ਼ਨ ਹੈ ਜੀ ਇਸ ਵੇਲੇ? ਦੇਖੋ, ਇਹ ਸਰਕਾਰ ਅਸੀਂ ਰਲ ਕੇ ਚਲਾ ਰਹੇ। ਜਿੰਨੇ ਵੀ ਤਕਰੀਬਨ ਬਿੱਲ ਕੋਵਿਡ ਦੇ ਹੋਏ ਸੀ, ਸਾਰੇ ਸਰਬਸੰਮਤੀ ਦੇ ਨਾਲ ਜਿੰਨੇ ਵੀ ਫਾਈਨੈਂਸ਼ੀਅਲ ਮੈਜਰਸ ਹੋਏ ਆ, ਥੋੜਾ ਬਾੜਾ ਕਈ ਵਾਰੀ ਹੁਣ ਕ੍ਰਿਟਿਸਿਜ਼ਮ ਹੋ ਜਾਂਦਾ, ਇੱਕ ਪਾਰਟੀ ਇੱਕ ਐਂਗਲ ਜ਼ਿਆਦਾ ਮੰਗਦੀ, ਦੂਸਰੇ ਪੱਖੋਂ ਮੰਗਦੀ, ਕੋਈ ਆਪਣਾ ਸਿਰਫ ਸੂਬੇ ਬਾਰੇ ਕੇਅਰ ਕਰਦੀ ਹੈ। ਸੋ ਉਹ ਪੋਲੀਟਿਕਸ, ਸਿਆਸਤ ਚੱਲਦੀ ਰਹਿੰਦੀ ਆ। ਪਰ ਆਈ ਥਿੰਕ ਓਵਰਆਲ ਸਾਰਿਆਂ ਨੂੰ ਪਤਾ ਕਿ ਅਸੀਂ ਜੇ ਇਸ ਵੇਲੇ ਇਲੈਕਸ਼ਨ ਦਾ ਟਾਈਮ ਨਹੀਂ ਹੈਗਾ, ਇਸ ਵੇਲੇ ਲੋਕਾਂ ਨੂੰ ਉਹਨਾਂ ਦੀ ਜੌਬਸ, ਉਹਨਾਂ ਦੀ ਸੇਫਟੀ, ਉਹਨਾਂ ਦੀ ਸਿਕਿਉਰਿਟੀ ਵਾਸਤੇ ਜ਼ਿੰਮੇਵਾਰੀ ਸਰਕਾਰ ਦੀ ਸਾਂਝੀ ਦਿੱਤੀ ਗਈ। ਇਲੈਕਟੋਰਲ ਜਿਹੜੇ ਸਾਡੇ ਵੋਟਰਸ ਆ, ਉਹਨੇ ਵੋਟਾਂ ਹੀ ਇਸ ਤਰ੍ਹਾਂ ਪਾਈਆਂ ਕਿ ਇਹ ਮਿਨੋਰਟੀ ਗਵਰਨਮੈਂਟ ਹੈ, ਵੀ ਤੁਸੀਂ ਰਲ ਕੇ ਚੱਲੋ। ਔਰ ਅਸੀਂ ਰਲ ਕੇ ਉਹ ਚੱਲਣ ਦਾ ਫੈਸਲਾ ਲਿਆ। ਪਰ ਜੇ ਇਲੈਕਸ਼ਨ ਕਰਨੀ ਪਵੇ, ਅਸੀਂ ਤਿਆਰ ਹੈਗੇ ਇਲੈਕਸ਼ਨ ਕਰਨ ਵਾਸਤੇ। ਪਰ ਕੋਈ ਚਾਹੁੰਦਾ ਨਹੀਂ ਹੈਗਾ ਇਲੈਕਸ਼ਨ। ਅਸੀਂ ਚਾਹੁੰਦੇ ਇਹੀ ਆ ਕਿ ਇਸੇ ਤਰ੍ਹਾਂ ਅਸੀਂ ਔਖੇ ਸਮੇਂ ਤੋਂ ਕੱਢ ਕੇ, ਜਿਵੇਂ ਅਸੀਂ ਵਰਲਡ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕੀਤਾ ਕਿ ਵਨ ਆਫ ਦ ਬੈਸਟ ਕੰਟਰੀਜ਼ ਆ ਔਰ ਬੈਸਟ ਸੂਬਾ ਜਿੱਥੇ ਤੁਸੀਂ ਰਹਿ ਸਕਦੇ ਆ, ਔਰ ਜਿੱਥੇ ਨਾਟ ਓਨਲੀ ਕੋਵਿਡ ਇਨਫੈਕਸ਼ਨ ਰੇਟ ਲੋ ਆ, ਮੋਰਟੈਲਿਟੀ ਰੇਟ ਵੀ ਲੋ ਆ, ਪਰ ਆਲਸੋ ਤੁਹਾਡਾ ਫਾਈਨੈਂਸ਼ੀਅਲ ਸਟੇਬਿਲਿਟੀ ਜਿੰਨਾ ਹੈਗਾ, ਉਹ ਸਾਰੇ ਤੁਹਾਨੂੰ ਆ ਕੇ ਈਵਨ ਤੁਹਾਡੇ ਕ੍ਰਿਟਿਕ ਵੀ ਕਹਿੰਦੇ ਆ ਕਿ ਇਹ ਅਸੀਂ ਮੰਨਦੇ ਜੋ ਕੈਨੇਡਾ ਨੇ ਆਮ ਵਿਅਕਤੀ ਵਾਸਤੇ ਔਰ ਸਮਾਲ ਬਿਜ਼ਨਸ ਵਾਸਤੇ ਕੀਤਾ, ਉਹ ਹੋਰ ਕਿਤੇ ਵੀ ਨਹੀਂ ਕੀਤਾ। ਸੋ ਉਹਦੇ ਕਰਕੇ ਅਸੀਂ ਇਸੇ ਤਰ੍ਹਾਂ ਸਪੋਰਟ ਕਰਦੇ ਰਹਾਂਗੇ ਤੇ ਆਸ ਕਰਦੇ ਕਿ ਦੂਸਰੀਆਂ ਪਾਰਟੀਆਂ ਵੀ ਇਸ ਦੇ ਨਾਲ, ਹਾਂ ਠੀਕ ਹੈ, ਉਹਨਾਂ ਦਾ ਜ਼ਿੰਮੇਵਾਰੀ ਹੈਗੀ ਕ੍ਰਿਟਿਕ ਕਰਨਾ, ਬਿੱਲ ਨੂੰ ਰਿਫਾਈਨ ਕਰਨਾ, ਸਾਡੇ ਕੋਲ ਵੀ ਗਲਤੀ ਹੋ ਸਕਦੀ, ਉਹਨੂੰ ਬੈਟਰ ਬਣਾਉਣ ਵਾਸਤੇ ਉਹ ਜ਼ਿੰਮੇਵਾਰੀ ਆਪੋਜੀਸ਼ਨ ਦੀ, ਪਰ ਅਸੀਂ ਇਸੇ ਤਰ੍ਹਾਂ ਚਲਾਵਾਂਗੇ। ਜਿਹੜੀ ਸਰਬ ਪਹਿਲਾਂ ਕਹਿੰਦੀ ਸੀ ਬਹੁਤ ਸਾਰੇ ਲੋਕ ਜਿਹਨਾਂ ਦਾ ਹੱਕ ਬਣਦਾ ਨਹੀਂ ਸੀ ਉਹ ਲੈ ਗਏ, ਤੇ ਤੁਸੀਂ ਕਿਹਾ ਸੀ ਵੀ ਇਹਨੂੰ ਬਾਅਦ ਦੇ ਵਿੱਚ ਦੇਖਾਂਗੇ, ਉਹਦੇ ਲਈ ਕੋਈ ਕਾਰਵਾਈ ਹੋ ਰਹੀ ਹੈ? ਦੇਖੋ, ਜਿਹੜੇ ਬਹੁਤ ਲੋਕਾਂ ਨੇ ਤਾਂ ਜੇ ਨਹੀਂ ਇੱਕ ਗਲਤੀ ਨਾਲ ਲੈ ਲਿਆ ਜਾਂ ਭੁਲੇਖੇ ਨਾਲ ਲੈ ਲਿਆ, ਚਾਹੇ ਬਾਅਦ ਚ ਮਨ ਉਹਨਾਂ ਦਾ ਹੋ ਗਿਆ ਕਿ ਮੈਂ ਨਹੀਂ ਸੀ ਲੈਣਾ ਚਾਹੀਦਾ, ਉਹ ਨਹੀਂ ਮੋੜ ਦਿੱਤੇ। ਕਾਫੀ ਵਿਅਕਤੀਆਂ ਨੇ ਮੋੜ ਦਿੱਤੇ ਆ। ਬਾਕੀ ਜਿਹੜਾ ਹੈਗਾ ਇਹ CRA ਦੇ ਜਿਹੜੇ ਅਸੂਲ ਦੇ ਮੁਤਾਬਕ ਆਡੀਟਰ ਜਿਹੜੇ ਹੁੰਦੇ ਆ, ਇਹ ਯੂਜਲੀ ਰਾਈਟ ਵੇ ਨਹੀਂ ਜਾਂਦੇ ਹੁੰਦੇ ਉਸ ਇੰਡਸਟਰੀ। ਮਗਰ ਪਹਿਲੀ ਗੱਲ ਤਾਂ ਕੋਵਿਡ ਕਰਕੇ ਇਹ ਨਹੀਂ ਕਿਸੇ ਨੂੰ ਅਸੀਂ ਪਰੇਸ਼ਾਨ ਕਰਨ ਦਾ ਨਹੀਂ ਪ੍ਰੋਬਲਮ ਕੋਸ਼ਿਸ਼ ਕਰਨੀ। ਉਹਨੂੰ ਜਦੋਂ ਠੰਡਾ ਹੋ ਗਿਆ, ਲੋਕ ਬੈਕ ਟੂ ਵਰਕ ਹੋ ਗਏ, ਫਿਰ ਉਹ ਆਡਿਟ ਕਰਨਗੇ ਕਿ ਕਿਹੜੇ ਲੋਕ ਨੇ ਗਲਤ ਲਈ ਆ, ਕਿਹੜੇ ਨਹੀਂ ਐਲੀਜੀਬਲ ਸੀਗੇ, ਉਹਨਾਂ ਵਾਸਤੇ ਫਿਰ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ ਔਰ ਉਹ ਹੋਣੀ ਵੀ ਚਾਹੀਦੀ ਹੈ। ਸੋ ਜਿਨ੍ਹਾਂ ਨੇ ਵੀ ਕਿਸੇ ਨੇ ਮਿਸਯੂਜ਼ ਕੀਤਾ, ਕਿਉਂਕਿ ਉਹ ਸਰਕਾਰ ਦਾ ਪੈਸਾ, ਉਹ ਆਮ ਵਿਅਕਤੀ ਦਾ ਪੈਸਾ, ਉਹ ਨਹੀਂ ਸੀ ਮਿਸਯੂਜ਼ ਕਰਨਾ ਚਾਹੀਦਾ, ਉਹਨਾਂ ਤੇ ਹੋਊਗੀ। ਪਰ ਉਹ ਇਮੀਡੀਏਟਲੀ ਇਹ ਨਹੀਂ, ਡੰਡਾ ਪਹਿਲਾਂ ਨਹੀਂ ਵਰਤਿਆ ਜਾਊਗਾ, ਉਹ ਪਹਿਲਾਂ ਹਰ ਇੱਕ ਦੀ ਸਹਾਇਤਾ ਕੀਤੀ ਜਾਊਗੀ। ਤਦੇ ਅਸੀਂ ਸਿੰਪਲ ਕੀਤਾ। ਹੁਣ ਮੁੜ ਕੇ ਅਨਐਮਪਲੋਇਮੈਂਟ ਟਾਈਪ ਕਰਤਾ, ਜਿਹਦੇ ਵਿੱਚ ਤੁਹਾਨੂੰ ਰਿਪੋਰਟ ਕਰਨਾ ਪੈਂਦਾ ਕਿ ਮੈਂ
ਕੋਸ਼ਿਸ਼ ਕੀਤੀ ਜੌਬ ਲੈਣ ਵਾਸਤੇ, ਮੈਨੂੰ ਨਹੀਂ ਮਿਲੀ ਇਸ ਵੀਕ, ਐਵਰੀ ਵੀਕਲੀ ਰਿਪੋਰਟਿੰਗ ਹੋ ਗਈ, ਉਹ ਮੁੜ ਕੇ ਨਾਰਮਲ ਸਿਸਟਮ ਚੱਲ ਪਿਆ। ਪਰ ਪਹਿਲਾਂ ਸਾਡਾ ਫਰਜ਼ ਸੀ ਕਿ ਜਿੰਨਾ ਸਖਾਲੇ ਤੋਂ ਸਖਾਲਾ ਅਸੀਂ ਪੈਸਾ ਦਈਏ ਔਰ ਲੋੜਵੰਦ ਤੱਕ ਪਹੁੰਚੇ, ਤਾਂ ਕਿ ਉਹ ਇਹ ਨਾ ਪਰੇਸ਼ਾਨ ਹੋਵੇ ਕਿ ਮੈਨੂੰ ਤਾਂ ਉਹ 18 ਪੇਜ ਦੀ ਐਪਲੀਕੇਸ਼ਨ ਸੀ, ਮੈਨੂੰ ਭਰਨ ਵਾਸਤੇ ਐਮਪਲੋਇਰ ਕੋ ਜਾਣਾ ਪੈਣਾ ਸੀ, ਐਮਪਲੋਇਰ ਕੋਵਿਡ ਕਰਕੇ ਬੰਦ ਆ, ਉਹ ਰੈਕਡ ਆਫ ਐਮਪਲੋਇਮੈਂਟ ਦੇ ਨਹੀਂ ਰਿਹਾ, ਮੈਨੂੰ ਪੈਸੇ ਨਹੀਂ ਮਿਲ ਰਹੇ, ਮੇਰਾ ਕਿਰਾਏਦਾਰ ਕਹਿੰਦਾ ਕਿ ਮੈਨੂੰ ਰੈਂਟ ਦੇ, ਮੇਰੀ ਬੈਂਕ ਕਹਿੰਦੀ ਮੈਨੂੰ ਪੇਮੈਂਟ ਦੇ। ਅਸੀਂ ਉਸ ਕਰਕੇ ਕਾਫੀ ਈਜ਼ੀ ਪ੍ਰੋਗਰਾਮ ਕੀਤਾ ਸੀ, ਜਿਹਦੇ ਵਿੱਚ ਯੈਸ ਮਿਸਯੂਜ਼ ਹੋ ਸਕਦਾ, ਪਰ ਉਹਨਾਂ ਦੇ ਉੱਤੇ ਆਡਿਟ ਬਾਅਦ ਕੀਤਾ ਜਾਊਗਾ ਤਾਂ ਕਾਰਵਾਈ ਚੱਲੂਗੀ। ਬੈਸ ਸਾਹਿਬ, ਜਿਹੜੀ ਪ੍ਰੋਵਿੰਸ਼ਨਲ ਸਰਕਾਰ ਆ ਇਹਨੇ ਵੀ ਲੋਕਾਂ ਦੀ ਸਹਾਇਤਾ ਕੀਤੀ ਸੀ, ਔਰ ਜਦੋਂ ਹੁਣ ਤੁਸੀਂ ਪੂਰੇ ਆਪਣੇ ਉਹਦੇ ਵਿੱਚ ਸਰਕਾਰ ਦੇ ਵਿੱਚ ਪੂਰੀ ਸਰਕਾਰ ਚੱਲਣ ਲੱਗ ਜਾਂਦੀ ਹੈ, ਕੀ ਪ੍ਰੋਵਿੰਸ ਕੋਲ ਹੈਗੀ ਆ ਇਹ ਪਲਾਨ ਜਾਂ ਫਾਈਨੈਂਸਿਸ ਕਿ ਉਹ ਕਿਸੇ ਤਰ੍ਹਾਂ ਲੋਕਾਂ ਦੀ ਸਹਾਇਤਾ ਕਰ ਸਕਣ ਜੇ ਇਹ ਹਾਲਤ ਹੋਰ ਵਿਗੜ ਜਾਂਦੀ ਹੈ ਤਾਂ? ਜੀ ਆਈ ਥਿੰਕ ਆਪਾਂ ਨੇ ਸੁਣਿਆ ਜਦੋਂ ਇਲੈਕਸ਼ਨ ਚੱਲ ਰਹੀ ਸੀ ਉਹਦੇ ਪਲੇਟਫਾਰਮ ਦੇ ਵਿੱਚ ਕਲੀਅਰਲੀ ਸੀਗਾ ਕਿ ਫੈਮਿਲੀ ਜਿਹੜੀ ਟਾਰਗੇਟਡ ਉਹ ਜਿਹੜੀ ਸਹਾਇਤਾ ਹੈਗੀ ਆ ਵੀ ਜਿਹੜੇ ਲੋੜਵੰਦ ਹੈਗੇ ਆ। ਸੋ ਜੇ ਫੈਮਿਲੀ ਦੀ 1,25,000 ਤੋਂ ਘੱਟ ਦੀ ਇਨਕਮ ਹੈਗੀ ਆ ਤਾਂ ਉਹ $1,000 ਮਿਲੂਗਾ, ਤੇ ਜੇ ਸਿੰਗਲ ਪਰਸਨ ਹੈਗਾ ਉਹਦੀ 62,000 ਤੋਂ ਘੱਟ ਦੀ ਇਨਕਮ ਹੈ ਉਹਨੂੰ $500 ਮਿਲੇਗਾ। ਸੋ ਆਈ ਥਿੰਕ ਇਹੋ ਜਿਹੇ ਪ੍ਰੋਗਰਾਮ ਹੈਗੇ ਆ। ਅਸੀਂ ਫੈਡਰਲ ਸਰਕਾਰ ਦੇ ਨਾਲ ਰਲ ਕੇ ਜਿੱਦਾਂ ਪਹਿਲਾਂ ਜਿਹੜੇ ਕੰਮਾਂ 'ਤੇ ਕੰਮ ਕਰਦੇ ਹੈਗੇ ਆ, ਵੇਜ ਸਬਸਿਡੀ ਦੀ ਗੱਲ ਕਰਦੀ ਆ, ਉਹ ਵੀ ਇਹਨਾਂ ਨਾਲ ਰਲ ਕੇ ਕਰ ਰਹੇ ਆ। ਸੋ ਕਾਫੀ ਪ੍ਰੋਗਰਾਮ ਫੈਡਰਲ ਸਰਕਾਰ ਨਾਲ ਰਲ ਕੇ ਚੱਲ ਰਹੇ ਆ। ਕੁਛ ਇਹ ਜਿਹੜਾ ਅਸੀਂ ਅਨਾਊਂਸ ਕੀਤੇ ਦਾ ਇਹ ਹੈਗੇ ਆ। ਸੋ ਆਈ ਥਿੰਕ ਮੇਨ ਮਕਸਦ ਦਾ ਇਹ ਸਾਡਾ ਇਹ ਆ, ਆਈ ਐਮ ਹੈਪੀ ਕਿ ਫੈਡਰਲ ਸਰਕਾਰ ਵੀ ਬਹੁਤ ਵਧੀਆ ਸਾਡਾ ਕੋਆਪਰੇਟ ਕਰ ਰਹੀ ਆ ਕਿ ਲੋਕਾਂ ਦੀ ਹੈਲਥ ਐਂਡ ਸੇਫਟੀ ਨੂੰ ਪ੍ਰੋਟੈਕਟ ਕਰੀਏ, ਅਤੇ ਜਦੋਂ ਉਹਨਾਂ ਨੂੰ ਹੁਣ ਲੋੜ ਹੈਗੀ ਆ ਉਹ ਵੀ ਟਾਰਗੇਟਡ ਜਿਹੜੇ ਲੋਕ ਜਿਹੜਾ ਲੋੜਵੰਦ ਹੈਗੇ ਆ ਉਹਨਾਂ ਨੂੰ ਜ਼ਰੂਰ ਪੈਸੇ ਮਿਲਣ, ਤਾਂ ਕਿ ਉਹਨਾਂ ਕੋਲ ਪੈਸੇ ਹੋਣਗੇ ਤਾਂ ਉਹ ਆਪਣੇ ਲੋਕਲ ਬਿਜ਼ਨਸ ਦੇ ਵਿੱਚ ਇਨਵੈਸਟ ਕਰਨਗੇ। ਇੱਕ ਉਹਨਾਂ ਦੀ ਆਪਣੀ ਜ਼ਿੰਦਗੀ ਚੰਗੀ ਸੁਖਾਲੀ ਹੁੰਦੀ ਹੈ ਅਤੇ ਦੂਸਰਾ ਬਿਜ਼ਨਸ ਨੂੰ ਫਾਇਦਾ ਹੁੰਦਾ, ਅਤੇ ਉਹਨਾਂ ਬਿਨ ਫਿਰ ਇਕੋਨਮੀ ਵੀ ਚੱਲਦੀ ਆ, ਗੌਰਮੈਂਟ ਕੋਲ ਵੀ ਟੈਕਸ ਜਾਂਦੇ ਆ। ਸੋ ਆਈ ਥਿੰਕ ਮੁੜ ਕੇ ਉਹ ਜਿਹੜਾ ਮਨੀ ਸਰਕੂਲੇਟ ਹੁੰਦੀ ਆ ਤਾਂ ਸਾਰਿਆਂ ਨੂੰ ਫਾਇਦਾ ਹੈਗਾ। ਸੋ ਆਈ ਥਿੰਕ ਇਹਦੇ ਨਾਲ ਇਹੋ ਜਿਹੇ ਪ੍ਰੋਗਰਾਮ ਹੈਗੇ ਆ, ਅਤੇ ਇਹ ਮੇਨ ਗੱਲ ਹੈਗੀ ਆ। ਸਰ ਜੌਨ ਹੋਰਗਨ ਨੇ ਕਿਹਾ ਸੀ ਕਿ ਇਹ ਸਾਡੀ ਸ਼ੁਰੂਆਤ ਹੈਗੀ ਆ, ਪਹਿਲਾਂ ਬਹੁਤ ਕੁਝ ਕਰ ਚੁੱਕੇ ਹਾਂ, ਆਪਾਂ ਨੂੰ ਸਾਰਿਆਂ ਨੂੰ ਪਤਾ, ਪਹਿਲਾਂ ਆਪਾਂ ਗੱਲਾਂ ਕਰ ਚੁੱਕੇ ਹਾਂ ਇੱਥੇ, ਅਤੇ ਲੋੜ ਪੈਣ 'ਤੇ ਜਿੱਦਾਂ ਜਿੱਦਾਂ ਕੰਮ ਚੱਲੀ ਜਾਂਦਾ ਉਹੋ ਜਿਹੇ ਡਿਸੀਜਨ ਆਉਣ ਵਾਲੇ ਸਮੇਂ ਵਿੱਚ ਬਣਾਏ ਜਾਣਗੇ। ਦੋੜਾ ਸਾਹਿਬ, ਤੁਹਾਨੂੰ ਕੀ ਲੱਗਦਾ ਜਾਂ ਤੁਹਾਡੀ ਸਰਕਾਰ ਤੋਂ ਕੋਈ ਮੰਗ ਇਸ ਵੇਲੇ ਸਾਨੂੰ ਚੈਨਲ ਪੰਜਾਬੀ ਦੇ ਉੱਤੇ ਪੰਜਾਬੀ ਕਮਿਊਨਿਟੀ ਦੇਖ ਰਹੀ ਹੈ, ਸਾਰੇ ਦਰਸ਼ਕ, ਉਹਨਾਂ ਨੂੰ ਕੋਈ ਅਪੀਲ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਨੁਕਤਾ ਆਉਂਦਾ ਵੀ ਇੱਦਾਂ ਕਰ ਦਿਓ ਤਾਂ ਰੁਕ ਸਕਦਾ, ਤਾਂ ਕੀਤਾ ਜਾ ਸਕਦਾ? ਗੱਲਾਂ ਸਾਰੀਆਂ ਹੋ ਗਈਆਂ ਸਾਡੀਆਂ, ਇੱਦਾਂ ਕਰਨਾ ਚਾਹੀਦਾ, ਮਾਸਕ, ਸਾਰੀਆਂ ਗੱਲਾਂ ਆਪਾਂ ਸਾਰਿਆਂ ਨੂੰ ਪਤਾ ਜਿਹੜੀਆਂ ਕੀਤੀਆਂ, ਪਹਿਲਾਂ ਵੀ ਪਤਾ ਸੀ। ਤੁਹਾਡੇ ਦਿਮਾਗ 'ਚ ਕਿਹੜਾ ਨੁਕਤਾ ਆਉਂਦਾ ਜਾਂ ਕੀ ਲੱਗਦਾ ਤੁਹਾਨੂੰ? ਇੱਕ ਚਲੋ ਉਹ ਨੁਕਤੇ ਦੀ ਤਾਂ ਗੱਲ ਆਪਾਂ ਸਾਰਿਆਂ ਨੇ ਕੀਤੀ ਆ, ਸਾਰੇ ਮਾਹਰ ਵੀ ਬੈਠੇ ਆ, ਸਾਰੀਆਂ ਸਰਕਾਰਾਂ ਦੇ ਵਿੱਚੋਂ ਵੀ ਆਪਣੇ ਨੁਮਾਇੰਦੇ ਬੈਠੇ ਆ। ਜੀ ਜੀ। ਇੱਕ ਮੈਂ ਸਰਾਏ ਸਾਹਿਬ ਨੂੰ ਇੱਕ ਨਾਲ ਲੱਗਦਾ ਕੁਐਸਚਨ ਤਾਂ ਨਹੀਂ, ਸਲਾਹ ਹੀ ਦਿੰਨਾ ਕਿ ਟਰੂਡੋ ਸਾਹਿਬ ਨੇ ਸਾਰਿਆਂ ਦੀਆਂ ਝੋਲੀਆਂ ਭਰ ਦਿੱਤੀਆਂ ਆਪਣੇ ਸਰਬ ਦੇ ਨਾਲ, ਪਰ ਜਿਨ੍ਹਾਂ ਨੇ ਟਰੱਕਾਂ ਵਾਲਿਆਂ ਨੇ, ਟੈਕਸੀਆਂ ਵਾਲਿਆਂ ਨੇ, ਜਾਂ ਆਪਣੇ ਨਰਸਾਂ ਨੂੰ ਵੀ, ਚਲੋ ਉਹਨਾਂ ਨੂੰ ਵੀ ਥੋੜ੍ਹੇ ਬਹੁਤ ਪੈਸੇ ਇਹਨਾਂ ਨੇ ਉਹਦੇ ਵਿੱਚ ਪੇ ਦੇ ਵਿੱਚ ਵਧਾਏ ਆ ਓਨੇ ਟਾਈਮ ਦੇ ਵਿੱਚ, ਜਾਂ ਜਿਹੜੇ ਸੀਨੀਅਰ ਸਿਟੀਜ਼ਨ ਨੂੰ ਸਾਂਭਦੀਆਂ ਕੁੜੀਆਂ, ਜਾਂ ਜਿਹੜੇ ਵੀ ਨਰਸਾਂ ਜਾਂ ਉਹ ਜੀ ਹਾਂਜੀ ਹਾਂਜੀ, ਪਰ ਇਹਨਾਂ ਨੂੰ ਹੁਣ ਟਰੱਕਾਂ ਵਾਲਿਆਂ ਨੇ 24 ਘੰਟੇ ਚੱਲੇ ਆ ਇਹਦੇ ਵਿੱਚ ਕੋਵਿਡ-19 ਦੇ ਵਿੱਚ। ਟਰੱਕਾਂ ਵਾਲੇ, ਟੈਕਸੀਆਂ ਵਾਲੇ ਆਪਣੇ ਆਪ ਨੂੰ ਮਤਲਬ ਦਾਅ 'ਤੇ ਲਾ ਕੇ ਉਹਨਾਂ ਨੇ ਸਾਰਾ ਕੰਮ ਕੀਤਾ। ਕੋਰੀਅਰ ਵਾਲੇ ਸੀਗੇ, ਉਹਨਾਂ ਦੀ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਹਾਲੇ ਤੱਕ। ਤੇ ਦੂਜਾ ਮੈਨੂੰ ਆਪਣੇ ਹੈਰੀ ਸਾਹਿਬ, ਮੈਨੂੰ ਇਹ ਨਹੀਂ ਪਤਾ ਕਿਹਨਾਂ ਦੇ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ, ਇੱਕ ਸਾਡੇ ਟਰੱਕਾਂ ਵਾਲਿਆਂ ਦੀ ਬਹੁਤ ਵੱਡੀ ਇੱਕ ਮੰਗ ਆ, ਜਿਨ੍ਹਾਂ ਦੇ ਵੀ ਆਉਂਦਾ ਹੋਇਆ ਉਹ ਆਪਣੇ ਗਾਂਹ ਅੱਗੇ ਪਹੁੰਚਾਓ, ਕਿ ਜਿਹੜੇ DOT ਵਾਲੇ ਆ ਇਹ ਹਮੇਸ਼ਾ ਡਰਾਈਵਰਾਂ ਦੇ ਤਾਂ ਗਲ ਨੂੰ ਪਾ ਲੈਂਦੇ ਆ ਹੱਥ। ਕੋਈ ਵੀ ਨਿੱਕੀ ਜਿਹੀ ਵੀ ਗਲਤੀ ਹੁੰਦੀ, ਗਲਤੀ ਹਾਲੇ ਕੰਪਨੀ ਵਾਲਿਆਂ ਦੀ ਹੁੰਦੀ ਆ ਤਾਂ ਉਹਨਾਂ ਦੇ ਹੱਥ ਪਾ ਲੈਂਦੇ, ਪਰ ਇਹ ਕਿਉਂ ਨਹੀਂ ਕੰਪਨੀ ਵਾਲਿਆਂ ਨੂੰ ਉਹ ਜੁਰਮਾਨਾ ਵਗੈਰਾ ਕਰਦੇ? ਕਿਹੜੇ ਮਾਮਲੇ ਦੇ ਵਿੱਚ ਜੀ? ਵੈਸੇ ਕਿਹੜੇ ਮਾਮਲੇ ਦੀ ਗੱਲ ਕਰ ਰਹੇ ਹੋ? ਕੁਛ ਵੀ ਹੁੰਦਾ ਆ, ਇਹ ਟਰੱਕ ਵਾਲੇ ਨੂੰ ਘੇਰ ਲੈਂਦੇ ਆ, ਟਰੱਕ ਵਾਲੇ ਨੂੰ ਟਿਕਟ ਦੇਣੀ ਉਹਦੇ ਹੀ ਆਪਣੇ ਉਹਦੇ 'ਤੇ ਜਾਂਦੀ ਆ, ਦੂਸਰੇ 'ਤੇ ਲਾਇਸੈਂਸ 'ਤੇ। ਜੇ ਉਹ ਕੰਪਨੀ ਨੂੰ ਕਹਿੰਦਾ ਆ ਤਾਂ ਕੰਪਨੀ ਵਾਲੇ ਮੂਹਰਿਓਂ ਕਹਿੰਦੇ ਵੀ ਚਾਬੀ ਰੱਖ ਦੇ, ਉਹਦੇ ਕੋਲ ਜੋਬ ਜਾਂਦੀ ਲੱਗਦੀ ਆ। ਵੇਟ ਵੀ ਜ਼ਿਆਦਾ ਹੁੰਦਾ ਕਈ ਵਾਰ ਕਈ ਆਪਣੇ ਇਹੋ ਜਿਹੇ ਕੰਮ। ਤੁਹਾਡੀ ਗੱਲ ਵਾਜਬ ਆ ਬਿਲਕੁਲ, ਪਰ ਆਪਾਂ ਇਹਦੇ ਇਸ ਮੁੱਦੇ ਤੇ ਫੇਰ ਮੁੱਦੇ ਤੇ ਨਹੀਂ ਕਿ ਮੈਂ ਵਿੱਚ ਜ਼ਰੂਰ ਆਪਾਂ ਇਹਨਾਂ ਨੂੰ ਬੁਲਾ ਕੇ ਗੱਲ ਕਰਾਂਗੇ, ਇਹਨਾਂ ਨੇ ਆਪਣੇ ਕੋਲ ਹੀ ਰਹਿਣਾ। ਸਾਨੂੰ ਇੱਕ ਵਾਰੀ ਦੱਸਿਓ ਕਿ ਕੋਵਿਡ ਦੇ ਉੱਤੇ ਤੁਹਾਡੇ ਕੋਲੇ ਕੋਈ ਨੁਕਤਾ ਹੈ ਕਿ ਕੀ ਕੀਤਾ ਜਾਵੇ? ਸਾਵਧਾਨੀ ਆ ਜੀ ਸਭ ਤੋਂ ਵੱਡੀ ਮੇਰੇ ਹਿਸਾਬ ਨਾਲ, ਬਾਕੀ ਸਾਰੇ ਜਾਣੇ ਬੈਠੇ ਆ ਉਹਨਾਂ ਦੀ ਆਪਣੀ ਸਲਾਹ ਹੋ ਸਕਦੀ। ਜਿੰਨੀ ਸਾਵਧਾਨੀ ਆਪਾਂ ਵਰਤ ਲਵਾਂਗੇ ਓਨਾ ਹੀ ਬਚਾਅ ਹੋਊਗਾ, ਚਾਹੇ ਉਹ ਆਪ ਵਰਤੀਏ
ਚਾਹੇ ਨਾਲ ਦਾ ਆਪਣਾ ਸਾਥੀ ਵਰਤੇ ਤਾਂ ਚਾਹੇ ਆਪਣੇ ਪਰਿਵਾਰ ਵਰਤੇ। ਜੇ ਇੱਥੋਂ ਸ਼ੁਰੂ ਹੋਵਾਂਗੇ ਤੇ ਅੱਗੇ ਤੋਂ ਅੱਗੇ ਪਬਲਿਕ ਦੇ ਵਿੱਚ ਵੀ ਜਾਵਾਂਗੇ ਤੇ ਉਹ ਸਾਰੇ ਜਾਣੇ ਸਾਵਧਾਨੀ ਵਰਤਣਗੇ ਤਾਂ ਬਚਾਅ ਹੋ ਜਾਊਗਾ। ਇਹ ਨਹੀਂ ਵੀ ਕਿ ਹੋਣਾ ਨਹੀਂ, ਮਤਲਬ ਦੂਸਰਾ ਕੋਵਿਡ ਹੋਣਾ ਨਹੀਂਗਾ, ਹੋਊਗਾ ਪਰ ਫਿਰ ਵੀ ਬਹੁਤ ਘੱਟ ਹੋਊਗਾ। ਹਾਂਜੀ ਬਲਜਿੰਦਰ ਜੀ, ਤੁਹਾਨੂੰ ਕੀ ਲੱਗਦਾ, ਸਰਕਾਰ ਤੋਂ ਕੋਈ ਮੰਗ, ਤੁਹਾਡਾ ਸਲਾਹ ਲੋਕਾਂ ਨੂੰ ਕਿ ਆਹ ਕੀਤਾ ਜਾਵੇ, ਜਾਂ ਜੋ ਸਾਨੂੰ ਪਤਾ ਆ ਉਹਨੂੰ ਅਸੀਂ ਅਪਲਾਈ ਕਿੱਦਾਂ ਕਰ ਸਕੀਏ? ਆਈ ਥਿੰਕ ਸਰਕਾਰਾਂ ਨੇ ਤੇ ਜੋ ਕਰਨਾ ਸੀ ਕਰ ਲਿਆ, ਔਰ ਬਹੁਤ ਸੋਹਣੇ ਤਰੀਕੇ ਨਾਲ ਕੀਤਾ। ਇਸ ਤੋਂ ਵਧੀਆ ਤਰੀਕੇ ਨਾਲ ਕੀਤਾ ਵੀ ਨਹੀਂ ਜਾ ਸਕਦਾ। ਪਰ ਮੇਰੀ ਇੱਕ ਗੁਜ਼ਾਰਿਸ਼ ਲੋਕਾਂ ਤੱਕ ਇਹ ਜ਼ਰੂਰ ਹੈ ਕਿ ਜਿਨ੍ਹਾਂ ਨੇ ਇਹਦਾ ਗਲਤ ਤੌਰ ਦੇ ਉੱਤੇ ਇਹਨੂੰ ਵਰਤਿਆ ਜਾਂ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਜਿਹੜੇ ਫੰਡਸ ਦਿੱਤੇ ਨੇ, ਉਹਨਾਂ ਨੂੰ ਵੀ ਇਹਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ। ਜੇ ਲੋਕਾਂ ਨੂੰ ਕੰਮ ਮਿਲਦਾ ਤਾਂ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਅੱਗੇ ਵੀ ਕੰਮ ਕਰਦੇ ਸੀ। ਸਰਕਾਰ ਦਾ ਪੈਸਾ ਜਿਹੜਾ ਉੱਥੇ ਹੀ ਵਰਤਣਾ ਚਾਹੀਦਾ ਜਿੱਥੇ ਜ਼ਰੂਰਤ ਹੋਵੇ, ਕਿਉਂਕਿ ਖਜ਼ਾਨਾ ਵੀ ਖਾਲੀ ਹੋ ਜਾਂਦਾ ਜੇ ਤੁਸੀਂ ਖਜ਼ਾਨੇ ਨੂੰ ਲੋੜ ਤੋਂ ਵੱਧ ਵਰਤੋਗੇ। ਕਿਸਮਤ ਵਾਲੇ ਆ ਕਿ ਸਾਡੇ ਕੋਲ ਪ੍ਰੋਵਿੰਸ਼ੀਅਲ ਫੈਡਰਲ ਦੋਨੋਂ ਸਰਕਾਰਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਬਹੁਤ ਜ਼ੋਰ ਜਾਨ ਦੇ ਕੇ ਇੰਨਾ ਸਾਥ ਜਿਹੜਾ ਉਹ ਲੋਕਾਂ ਦਾ, ਸਿਟੀਜ਼ਨਸ ਦਾ ਦਿੱਤਾ। ਸੱਚੀ ਗੱਲ ਹੈ। ਦੂਸਰੀ ਗੱਲ ਹੈ ਕਿ ਸਾਵਧਾਨੀ ਤਾਂ ਵਰਤਣੀ ਹਰ ਇੱਕ ਨੂੰ ਚਾਹੀਦੀ, ਔਰ ਹਰ ਇੱਕ ਨੂੰ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਹਰ ਇੱਕ ਦਾ ਇਹ ਫੰਡਾਮੈਂਟਲ ਡਿਊਟੀ ਹੋਈ ਹੈ ਸਾਰਿਆਂ ਦੀ ਕਿ ਅਸੀਂ ਇੱਕ ਆਪਣਾ ਬਚਾਅ ਜਿਹੜਾ ਕਿਵੇਂ ਕਰਨਾ। ਅਸੀਂ ਘਰਾਂ 'ਚ ਵੀ ਕਰੀਏ। ਤੁਸੀਂ ਦੇਖੋ, ਇੱਕ ਨਵੀਂ, ਮੈਨੂੰ ਤੇ ਮੇਰੇ ਤੇ ਬੱਚੇ ਛੋਟੇ ਨਹੀਂ, ਪਰ ਮੈਂ ਛੋਟੇ ਬੱਚਿਆਂ ਵਾਲਿਆਂ ਕੋਲੋਂ ਅੱਜ ਕੱਲ੍ਹ ਇਹ ਬਹੁਤ ਸੁਣਦੀ ਹਾਂ ਕਿ ਬੱਚਿਆਂ ਨੂੰ ਫਲੂ ਨਹੀਂ ਹੋ ਰਿਹਾ ਕਿਉਂਕਿ ਮਾਸਕਸ ਪਾਏ ਹੁੰਦੇ ਬੱਚਿਆਂ ਨੇ, ਸਕੂਲਾਂ ਦੇ ਵਿੱਚ ਵੀ ਮਾਸਕਸ ਪਾਏ ਆ। ਸੋ ਇਹਦਾ ਮਤਲਬ ਇਹ ਟਰਾਂਸਮਿਟ ਘੱਟ ਹੋ ਰਿਹਾ। ਅੱਗੇ ਛੋਟੇ ਬੱਚੇ ਹੁੰਦੇ ਸੀ, ਜਦੋਂ ਅਸੀਂ ਵੀ ਪਾਲੇ ਸੀ ਬੱਚੇ ਛੋਟੇ, ਤਾਂ ਬੱਚੇ ਸਾਨੂੰ ਵੀ ਬਿਮਾਰ ਕਰ ਦਿੰਦੇ ਹੁੰਦੇ ਸੀ। ਫਲੂ ਪਹਿਲੇ ਦਿਨ ਹੀ ਜਾਣਾ ਤਾਂ ਕੋਈ ਨਾ ਕੋਈ ਚੀਜ਼ ਘਰ ਲੈ ਕੇ ਆਉਂਦੇ ਹੁੰਦੇ ਸੀ। ਪਰ ਆਈ ਹਰਡ ਫਰੋਮ ਪੇਰੈਂਟਸ ਕਿ ਅੱਗੇ ਨਾਲੋਂ ਬਹੁਤ ਘੱਟ ਹੈ। ਸੋ ਇਹਦਾ ਮਤਲਬ ਕਿ ਮਾਸਕ ਕੰਮ ਕਰਦੇ ਨੇ। ਜੇ ਮਾਸਕ ਕੰਮ ਕਰਦੇ ਨੇ ਤੇ ਸਾਨੂੰ ਉਹਨਾਂ ਨੂੰ ਹਮੇਸ਼ਾ ਆਪਣੀ ਪਾਕਟ 'ਚ ਰੱਖਣਾ ਚਾਹੀਦਾ। ਇੱਕ ਦੀ ਥਾਂ ਤੇ ਦੋ ਰੱਖਣੇ ਚਾਹੀਦੇ ਨੇ, ਤਾਂ ਕਿ ਅਸੀਂ ਜਿੱਥੇ ਵੀ ਬਾਹਰ ਨਿਕਲੀਏ ਉਹਨਾਂ ਨੂੰ ਪਾ ਕੇ ਨਿਕਲੀਏ। ਅਸੀਂ ਆਪਣੇ ਹੱਥਾਂ ਨੂੰ ਬਾਰ-ਬਾਰ ਸੈਨੀਟਾਈਜ਼ ਕਰੀਏ। ਮੈਂ ਕਹਿੰਦੀ ਹਾਂ ਕਿ ਇਹਦੇ ਨਾਲ ਸਾਡੇ ਖਰਚੇ ਵਧੇ ਨੇ। ਸਾਨੂੰ ਹੈਂਡ ਸੈਨੀਟਾਈਜ਼ਰਸ ਬਾਏ ਕਰਨੇ ਪੈਂਦੇ ਨੇ, ਸਾਨੂੰ ਮਾਸਕਸ ਬਾਏ ਕਰਨੇ ਪੈਂਦੇ ਨੇ, ਹੋਰ ਚੀਜ਼ਾਂ ਬਾਏ ਕਰਨੀਆਂ ਪੈਂਦੀਆਂ। ਪਰ ਇਹ ਥੋੜ੍ਹਾ ਜਿਹਾ ਵਕਤ ਹੈ। ਜੇ ਅਸੀਂ ਥੋੜ੍ਹੇ ਵਕਤ ਦੇ ਵਿੱਚ ਆਪਣੇ ਆਪ ਨੂੰ ਔਖੇ ਹੋ ਕੇ ਇਹਨਾਂ ਚੀਜ਼ਾਂ ਨੂੰ ਵਰਤ ਲਾਂਗੇ, ਅਸੀਂ ਹੋਰ ਸਾਵਧਾਨੀਆਂ ਨੂੰ ਵਰਤਾਂਗੇ। ਦੇਖੋ ਤੁਸੀਂ ਇਸ ਵੇਲੇ ਕਿੰਨਾ ਔਖਾ ਟਾਈਮ ਹੈ। ਜੇ ਅਸੀਂ ਸਾਵਧਾਨੀ ਨਹੀਂ ਵਰਤਦੇ, ਸਾਡੇ ਬੱਚੇ ਘਰਾਂ 'ਚ ਬੈਠੇ ਨੇ, ਯੂਨੀਵਰਸਿਟੀਜ਼ ਅਜੇ ਤੱਕ ਨਹੀਂ ਚੱਲ ਰਹੀਆਂ, ਯੂਨੀਵਰਸਿਟੀਜ਼ ਨਹੀਂ ਚੱਲ ਰਹੀਆਂ। ਕਿੰਨੀ ਆਨਲਾਈਨ ਐਜੂਕੇਸ਼ਨ, ਤੁਸੀਂ ਕਹਿੰਦੇ ਹੋ ਕਿ ਇਹ ਵੀ ਸਰਕਾਰਾਂ ਦੀ, ਮੈਂ ਕਹਿੰਦੀ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਬੱਚਿਆਂ ਦੀ ਐਜੂਕੇਸ਼ਨ ਬੰਦ ਨਹੀਂ ਕੀਤੀ, ਆਨਲਾਈਨ ਐਜੂਕੇਸ਼ਨ ਚੱਲ ਰਹੀ ਹੈ। ਪਰ ਜਿਹੜੀ ਆਨਲਾਈਨ ਐਜੂਕੇਸ਼ਨ ਹੈ, ਇਟਸ ਅ ਚੈਲੰਜ ਇਨ ਇਟਸੈਲਫ। ਇਹ ਇੰਨੀ ਸੌਖੀ ਨਹੀਂ ਹੈਗੀ। ਇਟਸ ਆਈ ਥਿੰਕ ਇਹ ਵੀ ਇੱਕ ਡਿਫਰੈਂਟ ਟੌਪਿਕ ਆ। ਈਵਨ ਅਸੀਂ ਵੀ ਕੰਮਾਂ ਦੇ ਉੱਤੇ ਆਨਲਾਈਨ ਕੰਮ ਕਰ ਰਹੇ ਹਾਂ ਬਹੁਤ, ਔਰ ਆਨਲਾਈਨ ਕੰਮ ਦੇ ਨਾਲ ਹਰ ਵੇਲੇ ਤੁਹਾਡੇ ਦਿਮਾਗ ਦੇ ਉੱਤੇ ਬਰਡਨ ਰਹਿੰਦਾ, ਕਿਉਂਕਿ ਤੁਸੀਂ ਟੈਕਨੋਲੋਜੀ ਦੇ ਉੱਤੇ ਡਿਪੈਂਡੈਂਟ ਹੈ। ਪਤਾ ਨਹੀਂ ਤੁਹਾਨੂੰ ਕਿਹੜੇ ਵੇਲੇ ਕੰਪਿਊਟਰ ਬੰਦ ਹੋ ਜਾਣਾ। ਬੱਚਿਆਂ ਦੀ ਆਪਸ ਦੇ ਵਿੱਚ ਇੰਟਰੈਕਸ਼ਨ ਬੰਦ ਹੋ ਗਈ, ਸੀਨੀਅਰਸ ਦੀ ਆਪਸ ਦੇ ਵਿੱਚ ਇੰਟਰੈਕਸ਼ਨ ਬੰਦ ਹੋ ਗਈ। ਅਸੀਂ ਇੱਕ ਸੋਸ਼ਲ ਬਬਲ ਜਿਹੜਾ ਸੀ ਉਹਦੇ ਤੋਂ ਬਾਹਰ ਨਿਕਲ ਕੇ ਆਈਸੋਲੇਸ਼ਨ 'ਚ ਜ਼ਿੰਦਗੀ ਜੀ ਰਹੇ ਹਾਂ। ਜੇ ਅਸੀਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ। ਤੇ ਜਿਹੜੀਆਂ ਸਾਨੂੰ ਚੀਜ਼ਾਂ ਸਾਡੇ ਤੋਂ ਸਰਕਾਰ ਨੇ ਮੰਗ ਕੀਤੀ ਹੈ, ਸਾਡੇ ਤੋਂ ਸਾਨੂੰ ਪਤਾ ਲੱਗਦਾ ਕਿ ਸਾਨੂੰ ਕਰਨੀਆਂ ਚਾਹੀਦੀਆਂ, ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ, ਅਪਣਾਉਣੀਆਂ ਚਾਹੀਦੀਆਂ। ਅਮਰੀਕ ਸਿੰਘ ਜੀ, ਤੁਹਾਡੀ ਕੀ ਸਲਾਹ ਆ? ਗੱਲਾਂ ਉਹੀ ਨੇ ਬਾਰ-ਬਾਰ, ਸਾਰਿਆਂ ਨੂੰ ਪਤਾ ਆ, ਪਰ ਇਹ ਵੀ ਸਾਨੂੰ ਪਤਾ ਆ ਕਿ ਸਾਡੇ ਆਲੇ ਦੁਆਲੇ ਕੋਵਿਡ ਬਹੁਤ ਫੈਲ ਰਿਹਾ। ਇਸ ਵੇਲੇ ਅਸੀਂ ਹੁਣ ਤੱਕ ਦੇ ਸਭ ਤੋਂ ਮਾੜੇ ਸਮੇਂ ਵਿੱਚੋਂ ਲੰਘ ਰਹੇ ਹਾਂ। ਫਰੇਜ਼ਰ ਹੈਲਥ ਇੱਧਰ ਵਾਲਾ ਏਰੀਆ ਜਿੱਥੇ ਅਸੀਂ ਰਹਿ ਰਹੇ ਹਾਂ, ਕੀ ਨੁਕਤਾ ਹੈ, ਕੀ ਕਰਨਾ ਚਾਹੀਦਾ ਜਾਂ ਕੀ ਰਾਏ ਹੈ ਜੀ? ਇਹ ਤਾਂ ਜਿਵੇਂ ਸਾਰਿਆਂ ਨੇ ਕਿਹਾ ਜੀ, ਸਾਵਧਾਨੀ ਜਿਹੜੀ ਆ ਕਿ ਤੁਸੀਂ ਰੈਗੂਲੇਸ਼ਨਸ ਨੂੰ ਫੋਲੋ ਕਰੋ। ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਇਹ ਬਹੁਤ ਇੰਪੋਰਟੈਂਟ ਨੇ, ਇਹਨੂੰ ਤੁਸੀਂ ਲਓ। ਬਿਕੋਜ਼ ਮੈਂ ਕਈਆਂ ਤੋਂ ਸੁਣਿਆ, ਕਈ ਲੋਕ ਇਸ ਆਸ 'ਤੇ ਚੱਲ ਰਹੇ ਨੇ ਜੀ ਕਿ ਇਹਦੀ ਵੈਕਸੀਨ ਬਣ ਜਾਣੀ ਹੈ। ਹਾਂ, ਇੱਕ ਇਹ ਵੀ ਗੱਲ ਆ। ਹਾਂ, ਕਈਆਂ ਦੇ ਮਨ ਦੇ ਵਿੱਚ ਇਹ ਹੈ ਕਿ ਇਹਦੀ ਵੈਕਸੀਨ ਜੀ ਮੇ ਬੀ ਅਗਲੇ ਹਫਤੇ ਆ ਜਾਏ ਜਾਂ ਅਗਲੇ ਮਹੀਨੇ ਆ ਜਾਏ, ਰਾਈਟ। ਬਟ ਉਹ ਅਜੇ ਉਹ ਸਟੇਜ ਅਜੇ ਦੂਰ ਆ। ਕਈ ਕੰਟਰੀਆਂ ਦੇ ਵਿੱਚ ਚੱਲ ਰਹੇ ਨੇ ਕਲੀਨਿਕਲ ਟਰਾਇਲ, 3rd ਫੇਜ਼ 'ਚ ਨੇ ਵੀ ਉਹਨਾਂ ਨੇ ਹੈਲਥੀ ਵਲੰਟੀਅਰ ਨੂੰ ਦੇਣੀ ਸ਼ੁਰੂ ਕਰ ਦਿੱਤੀ ਆ। ਬਟ ਅਗੇਨ ਉਹਦਾ ਜੇ ਰਿਜ਼ਲਟ ਆਉਣਾ ਵਾਪਸ, ਉਸ ਡਾਟਾ ਨੂੰ ਕੰਪਾਈਲ ਕਰਨਾ, ਉਹ ਹੈਲਥ ਅਥਾਰਟੀਜ਼ ਅੱਗੇ ਉਹਨੂੰ ਪੇਸ਼ ਕਰਨਾ, ਫਿਰ ਉਹਦੀ ਅਪਰੂਵਲ ਮਿਲਣੀ, ਉਸ ਤੋਂ ਬਾਅਦ ਡਿਸਟ੍ਰੀਬਿਊਸ਼ਨ ਜਿਹੜਾ ਉਹ ਬਹੁਤ ਵੱਡਾ ਇੱਕ ਕੰਮ ਆ। ਸੋ ਉਸ ਚੀਜ਼ ਦੇ ਵਿੱਚ ਅਜੇ ਬਹੁਤ ਜ਼ਿਆਦਾ ਟਾਈਮ ਆ। ਸੋ ਆਪਾਂ ਫਿਊਚਰ ਦੇ ਆਪਾਂ ਉਹਨੂੰ ਦੇਖ ਕੇ ਆਪਣਾ ਪ੍ਰੈਜ਼ੈਂਟ ਨਾ ਖਰਾਬ ਕਰੀਏ ਕਿ ਹਾਂਜੀ ਵੈਕਸੀਨ ਆ ਜਾਏਗੀ ਉਹਦੇ ਨਾਲ ਠੀਕ ਹੋ ਜਾਣਾ। ਸੋ ਇਹ ਜਿੰਨੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਰੈਗੂਲੇਸ਼ਨਸ, ਉਹਨਾਂ ਨੂੰ ਫੋਲੋ ਕਰਨਾ
ਸੋਸ਼ਲ ਡਿਸਟੈਂਸਿੰਗ ਤੇ ਮਾਸਕ ਅਗੇਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਤੁਸੀਂ ਆਪਣੇ ਹੈਂਡ ਵਾਸ਼ ਕਰੋ, ਬਹੁਤ ਜ਼ਰੂਰੀ ਆ, ਫੇਸ ਤੇ ਨਾ ਲਗਾਓ ਤੇ ਅਗੇਨ ਜਿਹੜਾ ਆਪਣਾ ਬਬਲ ਆ ਉਹਨੂੰ ਜਿੰਨਾ ਛੋਟਾ ਹੋ ਸਕੇ ਉਨਾ ਰੱਖੋ। ਤੇ ਇਹ ਕੁਝ ਕੁ ਚੀਜ਼ਾਂ ਨੂੰ ਫੋਲੋ ਕਰਕੇ ਆਪਾਂ ਦੇਖੀਏ 4 ਵੀਕ ਬੈਕ ਜਾਈਏ ਤਾਂ ਕਿੰਨੀ ਜ਼ਿਆਦਾ ਇਨਫੈਕਸ਼ਨ ਜਿਹੜੀ ਸੀ ਘਟ ਗਈ ਸੀ। ਬਿਲਕੁਲ ਬਿਲਕੁਲ। ਸੋ ਉਹ ਜਦੋਂ ਥੋੜਾ ਜਿਹਾ ਆਪਾਂ ਅਣਗਹਿਲੀ ਕੀਤੀ ਤੇ ਦਿਸ ਇਜ਼ ਦਾ ਰਿਜ਼ਲਟ। ਸੋ ਆਪਾਂ ਅਗੇਨ ਉਹ ਚੀਜ਼ਾਂ ਨੂੰ ਸਟ੍ਰਿਕਟ ਕਰਕੇ ਉਹ ਫੋਲੋ ਕਰਕੇ ਸੇਮ ਉੱਥੇ ਲਿਆ ਸਕਦੇ ਹਾਂ ਆਪਾਂ। ਇਹ ਇੰਪੋਸੀਬਲ ਨਹੀਂ ਹੈ ਜੀ ਇਹ। ਸਰਾਜ ਸਾਹਿਬ ਤੁਸੀਂ ਕੀ ਕਹਿੰਦੇ ਹੋ ਜੀ ਇਸ ਵੇਲੇ, ਕੀ ਤੁਹਾਡੀ ਰਾਏ ਆ, ਸਲਾਹ ਆ ਜਾਂ ਦਰਸ਼ਕਾਂ ਨੂੰ ਬੇਨਤੀ ਹੈ? ਜੇ ਆਪਾਂ ਦੇਖੋ ਜਿਹੜੀਆਂ ਮੈਂਡੇਟੋਰੀ ਚੀਜ਼ਾਂ ਉਹਦੇ ਵਿੱਚ ਅਸੀਂ ਐਕਚੁਅਲੀ ਕਾਫੀ ਵਧੀਆ ਪਰਹੇਜ਼ ਕਰ ਲਿਆ। ਜਿੱਥੇ ਆਪਾਂ ਕੰਮ ਤੇ ਜਾਂਦੇ ਆ ਇਨਫੈਕਸ਼ਨ ਰੇਟ ਇਸ ਵੇਲੇ ਬਹੁਤ ਲੋ ਆ, ਜਿੰਨਾ ਵੀ ਪਬਲਿਕ ਸੇਫਟੀ ਅਨੁਸਾਰ। ਜਦੋਂ ਆਪਾਂ ਟਰਾਂਸਪੋਰਟੇਸ਼ਨ ਆਪਾਂ ਬੱਸ ਤੇ ਜਾਂਦੇ ਆ ਜਾਂ ਸਕਾਈ ਟ੍ਰੇਨ ਤੇ ਜਾਂਦੇ ਆ, ਇਨਫੈਕਸ਼ਨ ਰੇਟ ਬਹੁਤ ਲੋ ਆ। ਸੋ ਰੀਲੀ ਜਿਹੜੀਆਂ ਆਪਣੀਆਂ ਚੀਜ਼ਾਂ ਕੰਸਟਰਕਸ਼ਨ ਸਾਈਟਾਂ ਤੇ ਵੀ ਬਹੁਤ ਲੋ ਆ। ਸਾਡੇ ਕੰਸਟਰਕਸ਼ਨ ਵੀਰ ਭੈਣ ਜਿੰਨੇ ਵੀ ਕੰਮ ਕਰਦੇ ਬਹੁਤ ਲੋ ਆ। ਟਰੱਕਾਂ ਦੇ ਵਿੱਚ ਵੀ ਜਿਹੜੇ ਕੰਮ ਕਰਦੇ ਆ ਟੂ ਐਂਡ ਫਰਮ ਵੇਅਰ ਹਾਊਸਾਂ ਦੇ ਕਰਦੇ, ਉਹਨਾਂ ਦਾ ਵੀ ਟਰਾਂਸਮਿਸ਼ਨ ਰੇਟ ਬਹੁਤ ਲੋ ਆ। ਜਿੱਥੇ ਬਾਰਡਰ ਦੀ ਗੱਲ ਕੀਤੀ ਜਾਂ ਇੰਟਰਨੈਸ਼ਨਲ ਟਰੈਵਲ, ਉਹ ਵੀ ਬਹੁਤ ਓਨਲੀ 3% ਹੈ। ਸੋ ਰਹਿ ਕਿੱਥੇ ਗਈ ਸਾਡਾ ਜਿਹੜਾ ਵੋਲੰਟਰੀ ਸਟਾਫ ਆ ਨਾ। ਸੋ ਵੋਲੰਟਰੀ ਸਟਾਫ ਜਿਹੜਾ ਹੈਗਾ ਵਿਆਹ ਸ਼ਾਦੀ, ਫਿਊਨਰਲ ਜਾਂ ਪਾਰਟੀਆਂ, ਫਿਊਨਰਲ ਵੀ ਆਪਣੇ ਮੇਰੇ ਖਿਆਲ ਘੱਟ ਹੀ ਆ, ਮੋਸਟਲੀ ਸਾਡੀ ਸੈਲੀਬ੍ਰੇਸ਼ਨਾਂ ਦੇ ਵਿੱਚ ਅਸੀਂ ਇਹ ਸਪਰੈਡ ਕਰ ਰਹੇ ਹਾਂ। ਸੋ ਸਾਨੂੰ ਉੱਥੇ ਪਰਹੇਜ਼ ਰੱਖਣਾ ਚਾਹੀਦਾ। ਸੋ ਇਹ ਚੀਜ਼ਾਂ ਆਪਸ਼ਨਲ ਆ, ਇਹ ਵੋਲੰਟਰੀ ਆ। ਇਹਦੇ ਵਿੱਚ ਸਾਡੇ ਕੋਲ ਬਹੁਤ ਸਾਧਨ ਹੈਗੇ ਆ। ਕੋਈ ਕੰਪਲਸਰੀ ਨਹੀਂ ਚੀਜ਼ ਹੈਗੀ ਕਿ ਅਸੀਂ ਇਸੇ ਤਰ੍ਹਾਂ ਕਰਨਾ। ਤੁਸੀਂ ਮਾਸਕ ਪਾ ਸਕਦੇ, ਤੁਸੀਂ ਆਪਣੇ ਟੇਬਲ 'ਤੇ ਬਹਿ ਸਕਦੇ, ਨਹੀਂ ਦੂਸਰੇ ਟੇਬਲਾਂ 'ਤੇ ਜਾਣ ਦੀ ਤੁਹਾਨੂੰ ਲੋੜ ਹੈਗੀ ਆ। ਤੁਸੀਂ ਦੂਰੋਂ ਸਤਿ ਸ੍ਰੀ ਅਕਾਲ ਬੁਲਾ ਸਕਦੇ ਆ, ਤੁਸੀਂ ਦੂਰੋਂ ਪਿਆਰ ਥੈਂਕ ਯੂ ਕੰਗ੍ਰੈਚੁਲੇਟ ਵੀ ਕਰ ਸਕਦੇ ਆ। ਤੁਸੀਂ ਕਹਿ ਸਕਦੇ ਕਿ ਸਾਡਾ ਇੱਕ ਵਿਅਕਤੀ ਚੱਲ ਜਾਵੇ ਵਿਆਹ ਤੇ ਸਾਰਾ ਟੱਬਰ ਨੂੰ ਨਹੀਂ ਜਾਣ ਦੀ ਲੋੜ, ਉੱਥੇ ਕੋਈ ਨਹੀਂ, ਸਾਡੀ ਉਹਦੀ ਹਾਜ਼ਰੀ ਸਮਝ ਲਓ। ਇਸ ਤਰ੍ਹਾਂ ਦੇ ਤੁਹਾਡੇ ਕੋਲ ਬਹੁਤ ਆਪਸ਼ਨਸ ਹੈਗੇ ਆ। ਸੈਨੀਟਾਈਜ਼ ਕਰਕੇ ਅੰਦਰ ਜਾਓ, ਸੈਨੀਟਾਈਜ਼ ਇੱਕ ਵਾਰੀ ਫਿਰ ਉੱਥੇ ਕਰ ਲਓ ਹੱਥ, ਮਾਸਕ ਪਾ ਕੇ ਫਿਰ ਉੱਥੇ ਬੈਠੋ ਤੁਸੀਂ। ਇਹ ਚੀਜ਼ਾਂ ਦੇ ਨਾਲ ਟਰਾਂਸਮਿਸ਼ਨ ਬਹੁਤ ਲੋ ਹੋ ਸਕਦਾ। ਸੋ ਇਹ ਸਾਬਤ ਕਰਦਾ ਕਿ ਜਿੱਥੇ ਅਸੀਂ ਮੈਂਡੇਟੋਰੀ ਚੀਜ਼ਾਂ ਤੇ ਅਸੀਂ ਕਰਦੇ, ਸਾਡੇ ਬੱਚਿਆਂ ਨੇ ਈਵਨ ਸਕੂਲਾਂ 'ਚ ਵੀ ਇਹ ਓਨਲੀ ਅਦਰ ਪਲੇਸ ਜਿੱਥੇ ਥੋੜ੍ਹਾ ਜਿਹਾ ਫੈਲ ਰਿਹਾ ਉਹ ਸਕੂਲਾਂ 'ਚ ਹੈ। ਕਿਉਂਕਿ ਸਕੂਲਾਂ 'ਚ ਫਿਰ ਵੀ ਬੱਚੇ ਆਪਾਂ ਕਹਿ ਸਕਦੇ ਕਿ ਇੱਕ ਉਹ ਨਹੀਂ ਅਜੇ ਸਟਾਰਟ ਹੀ ਕੀਤਾ, ਕਿ ਮਾਰਚ ਦੇ ਵਿੱਚ ਸਕੂਲ ਬੰਦ ਹੋ ਗਿਆ ਸੀ। ਉਹ ਅਜੇ ਉਹਨਾਂ ਦਾ ਅਜੇ ਟਰਾਇਲ ਰਨ ਹੀ ਆ, ਅਜੇ 3-4 ਹਫ਼ਤੇ ਹੋਏ ਆ, 5 ਹਫ਼ਤੇ ਹੋਏ ਆ, ਉਹਨਾਂ ਨੂੰ ਅਜੇ ਸਿੱਖ ਰਿਹਾ ਕਿਵੇਂ ਉਹ ਨਹੀਂ ਕਰਨਾ। ਪਰ ਜਿਵੇਂ ਭੈਣ ਜੀ ਨੇ ਕਿਹਾ, ਉਹ ਵਾਕਿਆ ਹੀ ਉਹ ਹੁਣ ਜਦੋਂ ਘਰ ਆਉਂਦੇ ਅੱਗੇ ਤੁਸੀਂ ਜਿੰਨਾ ਮਰਜ਼ੀ ਬੱਚੇ ਨੂੰ ਕਹਿ ਦੋ ਵੀ ਹੱਥ ਧੋ ਕੇ ਫਿਰ ਬੈਠ ਜਾ ਖਾ, ਕੋਈ ਨਹੀਂ ਸੀ ਧੋਂਦਾ ਹੁੰਦਾ। ਹੁਣ ਉਹ ਆਉਂਦੇ ਸਾਰ ਹੀ ਪਹਿਲਾਂ ਵਾਸ਼ਰੂਮ ਜਾਂਦੇ ਆ, ਉਹਨਾਂ ਨੂੰ ਪਤਾ ਉਹ 30 ਤੱਕ ਕਾਊਂਟ ਕਰਦੇ ਆ, ਆਪਣਾ ਹੱਥ ਵਾਸ਼ ਕਰਦੇ ਆ, ਫਿਰ ਬਹਿ ਕੇ ਖਾਂਦੇ ਆ। ਇਸ ਕਰਕੇ ਉਹਨਾਂ ਦਾ ਜੇ ਵਾਕਿਆ ਹੀ ਫਲੂ ਟ੍ਰਾਂਸਮਿਸ਼ਨ ਵੀ ਸ਼ਾਇਦ ਘਟ ਗਿਆ ਹੋਵੇ ਉਹਦੇ ਕਰਕੇ। ਸੋ ਅਸੀਂ ਇਹ ਚੀਜ਼ਾਂ ਜਿਹੜੀਆਂ ਮਨ ਨੂੰ ਲਾਈਏ, ਜਿਵੇਂ ਅਸੀਂ ਕੰਮ ਤੇ ਆ ਯੂਨੀਫਾਰਮ ਜਾਂ ਰੂਲ ਜਾਂ ਫੋਰਮੈਟ ਦੇ ਨਾਲ ਜਾਣਾ, ਆ ਚੀਜ਼ ਪਹਿਨ ਕੇ ਜਾਣਾ, ਮੈਨੂੰ ਸਕਾਈ ਟ੍ਰੇਨ ਤੇ ਚੜ੍ਹ ਨਹੀਂ ਦੇਣਾ। ਜਦੋਂ ਅਸੀਂ ਇਹ ਸੈਲੀਬ੍ਰੇਸ਼ਨ ਤੇ ਵੀ ਜਾਈਏ ਉਹ ਚੀਜ਼ ਵੀ ਸੋਚ ਕੇ ਕਰੀਏ। ਇੱਕ ਹੋਰ ਗੱਲ ਮੈਂ ਆਪਣੀ ਮਦਰ ਦੀ ਐਗਜ਼ਾਮਪਲ ਦੇ ਦੇਣਾ। ਸਾਡੀ ਮਾਤਾ ਜੀ ਦੀ ਹਮੇਸ਼ਾ ਆਦਤ ਹੁੰਦੀ ਸੀ ਜੇ ਕਿਸੇ ਪ੍ਰਾਹੁਣੇ ਨੇ ਆਉਣਾ, ਕਿਉਂਕਿ ਮੇਰੇ ਫਾਦਰ ਡਾਇਬੈਟਿਕ ਵੀ ਸੀਗੇ ਤੇ ਹਾਰਟ ਪੇਸ਼ੈਂਟ ਵੀ ਸੀਗੇ, ਪਰ ਉਹ ਹਸਪੀਟਲ 'ਚ ਆਪ ਮੇਰੇ ਮਦਰ ਕੰਮ ਕਰਦੇ ਕਰਕੇ ਉਹ ਪਰਹੇਜ਼ ਹਮੇਸ਼ਾ ਉਹ ਪੁੱਛ ਲੈਂਦੇ ਸੀ ਫੋਨ ਤੇ, ਜਿਹੜੇ ਬੰਦੇ ਨੇ ਕਰਨਾ ਹੋਵੇ ਤੁਹਾਡੇ ਆਉਣ ਲੱਗੇ ਕਿਵੇਂ, ਉਹਨੇ ਪਹਿਲਾਂ ਸਾਰਿਆਂ ਦਾ ਹਾਲ ਚਾਲ ਪੁੱਛਦਾ। ਜੇ ਕਿਸੇ ਨੇ ਵੀ ਇੱਕ ਨੇ ਕਹਿਤਾ ਕਿ ਉਹਨੂੰ ਸ਼ੱਕ ਆਉਂਦੀ ਆ, ਉਹ ਅੱਜ ਉਹ ਬੁਖਾਰ ਸੀਗਾ ਸਕੂਲੇ ਨਹੀਂ ਗਿਆ, ਉਹਨੇ ਆਪ ਹੀ ਕਹਿ ਦੇਣਾ ਕਿ ਤੁਸੀਂ ਨਾ ਆਓ ਫਿਰ ਭੈਣ ਜੀ, ਤੁਸੀਂ ਹਫ਼ਤਾ ਰੈਸਟ ਕਰੋ, ਅਗਲੇ ਹਫ਼ਤੇ ਆ ਜਾਓ। ਇਹ ਚੀਜ਼ਾਂ ਹੁਣ ਆਪਾਂ ਨੂੰ ਹੋਰ ਵੀ ਅਪਣਾ ਲੈਣੀਆਂ ਚਾਹੀਦੀਆਂ। ਕਿਸੇ ਨੇ ਤੁਹਾਨੂੰ ਲੱਡੂ ਦੇਣ ਆਉਣਾ ਜਾਂ ਮਠਿਆਈ ਦੇਣ ਆਉਣਾ, ਪਹਿਲਾਂ ਪੁੱਛ ਲਓ ਇਹ ਲੋੜ ਨਹੀਂ, ਜਾਂ ਇਹ ਤੁਸੀਂ ਬਾਹਰ ਹੀ ਰਹਿਣ ਦਿਓ, ਜਾਂ ਤੁਹਾਡਾ ਠੀਕ ਠਾਕ ਹੈਗਾ, ਤੁਹਾਡੀ ਸਿਹਤ ਕਿੱਦਾਂ। ਸੋ ਆਪਾਂ ਬਬਲ ਆਪਾਂ ਕੰਟਰੋਲ ਕਰੀਏ। ਇਹ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਆ। ਇਹ ਨਹੀਂ ਕੋਈ ਕਹਿ ਸਕਦਾ ਕਿ ਸਾਨੂੰ ਆ ਮਜਬੂਰੀ ਦੇ ਵਿੱਚ ਆ। ਅੱਗੇ ਜਦੋਂ ਕੋਵਿਡ ਸਟਾਰਟ ਹੋਇਆ ਸੀ, ਸਾਨੂੰ ਫੋਨ ਆਉਂਦੇ ਸੀ ਕਿ ਮੈਂ ਗੈਸ ਸਟੇਸ਼ਨ ਕੰਮ ਕਰਨ ਤੋਂ ਡਰਦਾ ਆ ਕਿਉਂਕਿ ਮੇਰੇ ਲੋਕਾਂ ਨਾਲ ਇੰਟਰੈਕਸ਼ਨ ਹੋਈ, ਮੈਂ ਰੈਸਟੋਰੈਂਟ ਜਾਣ ਤੇ ਕੰਮ ਕਰਦੇ ਤੋਂ ਡਰਦੀ ਆ ਕਿ ਮੈਨੂੰ ਕੋਵਿਡ। ਹੁਣ ਜਿਹੜੀਆਂ ਪ੍ਰੋਬਲਮ ਜਿੱਥੇ ਆ ਰਹੀਆਂ ਉਹ ਵੋਲੰਟਰੀ ਆ, ਤੁਹਾਡੇ ਆਪ ਦੇ ਹੱਥਾਂ 'ਚ ਹੀ ਆ। ਸੋ ਜੇ ਅਸੀਂ ਪਰਹੇਜ਼ ਕਰ ਲਈਏ, ਤੁਹਾਨੂੰ ਕੋਈ ਸਰਕਾਰ ਦੀ ਕੋਈ ਫਾਈਨ ਦੀ ਨਹੀਂ ਲੋੜ ਹੈਗੀ ਉੱਤੇ, ਨਾ ਤੁਹਾਨੂੰ ਕੋਈ ਹੋਰ ਚੀਜ਼ ਦੀ ਜੁਰਮਾਨੇ ਦੇ ਡਰ ਕਰਕੇ ਕਰਨਾ ਚਾਹੀਦਾ। ਤੁਹਾਨੂੰ ਆਪ ਆਪਣੀ ਸਿਹਤ ਦੀ ਤੇ ਪਰਿਵਾਰ ਦੀ ਸਿਹਤ ਵਾਸਤੇ ਤੁਹਾਨੂੰ ਖਿਆਲ ਰੱਖਣਾ ਚਾਹੀਦਾ। ਮੈਂ ਸਾਹਿਬ ਕੀ ਕਹਿੰਦੇ ਹੋ ਆਖਰ ਦੇ ਵਿੱਚ? ਬਿਲਕੁਲ, ਇਸ ਸਾਰੀ ਸਹਿਮਤੀ ਆ ਆਪਣੇ ਸਾਰਿਆਂ ਦੀ। ਨਾ ਕਿ ਮੈਂ ਨਹੀਂ ਕਹਿੰਦਾ ਵੀ ਸਾਡੀ ਗੱਲ ਸੁਣਨੀ ਚਾਹੀਦੀ ਆ। ਡਾਕਟਰ ਬੋਨੀ ਹੈਨਰੀ ਹੋਣੀ ਜਿਹੜੇ ਕਿ ਐਕਸਪਰਟ ਹੈਗੇ ਆ ਸਾਇੰਸ ਦੇ ਆਧਾਰ 'ਤੇ ਡਾਟਾ ਦੇ ਆਧਾਰ 'ਤੇ, ਉਹ ਸਾਨੂੰ ਹਦਾਇਤਾਂ ਦਿੰਦੇ ਆ ਰੋਜ਼ਾਨਾ, ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਸਾਨੂੰ। ਔਰ ਗੱਲਾਂ ਆਹੀ ਉਹ ਕਹਿੰਦੇ ਆ ਜਿਹੜੀਆਂ ਆਪਾਂ ਅੱਜ ਇੱਥੇ ਦੁਹਰਾ ਰਹੇ ਹਾਂ ਕਿ ਸੈਲਫ ਡਿਸਪਲਿਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ। ਅਸੀਂ ਆਪਣਾ ਦਾਇਰਾ ਬਹੁਤ ਛੋਟਾ ਰੱਖੀਏ, ਖਾਸ ਤੌਰ 'ਤੇ ਹੁਣ ਕਿਉਂਕਿ ਕੇਸ ਬਹੁਤ ਵੱਧ ਰਹੇ ਆ। ਆਪਣੀ ਫੈਮਿਲੀ ਵਿੱਚ ਹੀ ਰਹੀਏ ਤਾਂ ਬਹੁਤ ਠੀਕ ਆ। ਜਿਹੜਾ ਆਪਣਾ ਉਹ ਬਬਲ ਹੈਗਾ ਜਿਹਦੇ ਵਿੱਚ ਰੋਜ਼ਾਨਾ ਤੁਸੀਂ ਰਹਿੰਦੇ ਹੋ, ਅਤੇ ਬਾਹਰਲਿਆਂ ਨੂੰ ਰਲਾਉਣਾ ਤਾਂ ਜਿੱਦਾਂ ਕਿ 2-4 ਬੰਦੇ ਹੋਰ ਆ ਸਕਣ, ਉਹ ਵੀ ਜਿਹੜੇ ਤੁਹਾਡੀ ਤਕਰੀਬਨ ਦਾਇਰੇ ਵਾਲੇ ਹੈਗੇ ਆ।
ਪਰ ਇਹਦੇ ਵਿੱਚ ਵੱਡੀ ਗੱਲ ਆਪਣੇ ਮਨ 'ਚ ਇਹ ਪਾ ਲੈਣੀ ਚਾਹੀਦੀ ਆ, ਅਸੀਂ ਕਿਸੇ ਲਈ ਨਹੀਂ ਕਰ ਰਹੇ, ਅਸੀਂ ਆਪਣੇ ਲਈ ਕਰ ਰਹੇ ਹਾਂ। ਆਪਣੇ ਨਾਲ ਦੇ ਜਿਹੜੇ ਸਾਡੇ ਮਾਂ ਪਿਓ ਹੈਗੇ, ਸਾਡੇ ਨਾਲ ਦੇ ਲਵਡ ਵਨਸ ਹੈਗੇ, ਉਹਨਾਂ ਲਈ ਕਰ ਰਹੇ ਹਾਂ। ਉਸ ਤੋਂ ਬਾਅਦ ਸਾਡੇ ਨੇਬਰ ਆ ਜਾਂਦੇ ਆ, ਕੰਮ ਤੇ ਜਾਂਦੇ ਸਾਡੇ ਵਰਕਰਸ ਆ ਜਾਂਦੇ ਨਾਲ ਦੇ, ਸਾਡੀ ਸੁਸਾਇਟੀ ਐਜ਼ ਅ ਸੁਸਾਇਟੀ ਆ ਜਾਂਦੀ ਹੈ। ਜਦੋਂ ਸੁਸਾਇਟੀ ਸਾਰੀ ਇੰਪੈਕਟਡ ਹੋ ਜਾਏਗੀ ਫਿਰ ਕੰਮ ਵੀ ਬੰਦ ਹੋ ਜਾਣਗੇ, ਮੁੜ ਕੇ ਦੁਬਾਰਾ ਫਿਰ ਘਰਾਂ 'ਚ ਬੈਠਣਾ ਪਊਗਾ। ਸੋ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹਰ ਇੱਕ ਪਾਸਿਓਂ ਹੋਊਗਾ। ਸਿਹਤ ਦਾ ਤਾਂ ਹੋਣਾ ਹੀ ਹੋਣਾ ਆ। ਆਪਣੇ ਤੁਸੀਂ ਦੇਖੋ ਕਿੰਨੀਆਂ ਮੌਤਾਂ ਹੋ ਚੁੱਕੀਆਂ, BC ਦੇ ਵਿੱਚ ਹੀ 250 ਤੋਂ ਉੱਪਰ ਮੌਤਾਂ ਹੋ ਚੁੱਕੀਆਂ। ਇਹ ਇੰਨੀ ਭਿਆਨਕ ਬਿਮਾਰੀ ਹੈਗੀ ਆ, ਇਹਨੂੰ ਇੰਨਾ ਸੀਰੀਅਸ ਲਈਏ ਅਤੇ ਇਹਦੀ ਮਨ ਦੇ ਵਿੱਚ ਫੁੱਲ ਰਿਸਪੈਕਟ ਰੱਖੀਏ ਕਿ ਇਹ ਬਿਮਾਰੀ ਸਾਨੂੰ ਕਦੀ ਵੀ ਸਿੱਟ ਸਕਦੀ ਆ। ਅਤੇ ਅਸੀਂ ਆਪਣੇ ਲਈ, ਆਪਣੇ ਨਾਲ ਦਿਆਂ ਲਈ ਜਿੰਨਾ ਵੀ ਡਿਸਿਪਲਿਨ ਕਰੀਏ। ਪਾਰਟੀਆਂ ਜਾਈਏ ਨਾ, ਅਤੇ ਜਾਣਾ ਤਾਂ ਜਿਹੜਾ ਸੋਸ਼ਲ ਡਿਸਟੈਂਸ ਉਹ ਜ਼ਰੂਰ ਰੱਖੋ, ਅਤੇ ਆਪਣਾ ਹੱਥ ਜਿੰਨੀ ਵੱਧ ਤੋਂ ਵੱਧ ਵਾਰੀ ਹੁੰਦੇ ਧੋ ਲਓ। ਆਪਣੇ ਸੈਨਾਟਾਈਜ਼ ਕਰੋ ਘਰਾਂ ਦੇ ਵਿੱਚ ਵੀ, ਜਦੋਂ ਕੋਈ ਬਾਹਰਲੇ ਦਰਵਾਜ਼ੇ, ਅੰਦਰਲੇ ਦਰਵਾਜ਼ੇ ਜਾਂ ਕੋਈ ਡਿਲੀਵਰੀ ਆਉਂਦੀ ਆ ਉਹ ਕੋਈ ਟੱਚ ਕਰਦੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਵੀ ਇਹ ਆ ਕਿ ਥੋੜ੍ਹਾ ਜਿਹਾ ਡਿਸਿਪਲਿਨ 'ਚ ਹੋ ਕੇ, ਥੋੜ੍ਹਾ ਜਿਹਾ ਅਗਰੈਸਿਵ ਹੋ ਕੇ ਅਸੀਂ ਇਹ ਕੰਮ ਕਰ ਲਈਏ। ਦਿਨ ਦੂਰ ਨਹੀਂ ਜਦੋਂ ਆਪਾਂ ਕਹਿ ਸਕਦੇ ਜਿਹੜਾ ਕਰਵਾ ਵਾਪਸ ਥੱਲੇ ਨੂੰ ਲਿਆ ਰਹੇ ਹਾਂ। ਸੋ ਇਹ ਸਾਡੇ ਸਾਰਿਆਂ ਦੇ ਫਾਇਦੇ ਵਾਲੀ ਗੱਲ ਆ, ਨਾ ਕਿ ਕਿਸੇ ਦੇ ਕਹਿਣ ਦੀ ਗੱਲ ਹੈਗੀ ਆ। ਸੋ ਆਓ ਸਾਰੇ ਹੰਭਲਾ ਮਾਰੀਏ, ਕਿਉਂਕਿ ਆਪਾਂ ਕਲੀਅਰਲੀ ਅੱਗੇ ਕਰ ਚੁੱਕੇ ਹਾਂ। ਬਿਲਕੁਲ ਅਸੀਂ ਕਰ ਚੁੱਕੇ ਹਾਂ, ਅਸੀਂ ਹੁਣ ਵੀ ਕਰ ਸਕਦੇ ਹਾਂ। ਸੋ ਗੱਲ ਹੈਗੀ ਇੱਕ ਵਾਰੀ ਦੁਬਾਰਾ ਆਪਣੇ ਮਨ 'ਚ ਪਾ ਲਈਏ ਕਿ ਬੜੀ ਭਿਆਨਕ ਬਿਮਾਰੀ ਦਾ ਸਾਹਮਣਾ ਕਰ ਰਹੇ ਹਾਂ। ਇਹਦੇ ਵਿੱਚ ਸਾਡੇ ਕਿਸੇ ਨੂੰ ਵੀ ਇਹ ਆ ਸਕਦੀ ਹੈ, ਇਹ ਲੱਗ ਸਕਦੀ ਬਿਮਾਰੀ, ਅਤੇ ਜਾਨ ਵੀ ਜਾ ਸਕਦੀ ਹੈ। ਸੋ ਜੇ ਆਪਾਂ ਇੰਨਾ ਸੀਰੀਅਸਲੀ ਲੈ ਲਈਏ, ਇਹ ਦੇਖ ਕੇ ਅਸੀਂ ਅੱਗੇ ਕਰ ਚੁੱਕੇ ਹਾਂ, ਹੁਣ ਵੀ ਕਰ ਲਈਏ, ਅਤੇ ਮੇਰਾ ਖਿਆਲ ਆ ਆਪਾਂ ਛੇਤੀ ਇੱਥੇ ਕਾਬੂ ਪਾ ਸਕਦੇ ਹਾਂ। ਜੀ ਹਰੀਵੰਸ਼ ਜੀ, ਰਣਦੀਪ ਸਿੰਘ ਸਰਾਏ ਜੀ, ਬਰੀਕ ਸਿੰਘ ਜੀ, ਬਲਜਿੰਦਰ ਕੌਰ ਜੀ, ਸਿੰਧ ਸਿੰਘ ਦੂੜਾ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਸੀਂ ਆਏ, ਸਮਾਂ ਕੱਢਿਆ, ਮਿਹਰਬਾਨੀ। ਦੋਸਤੋ, ਅਸੀਂ ਗੱਲਬਾਤ ਕੀਤੀ ਸਾਰਿਆਂ ਦੇ ਨਾਲ, ਵੱਖ-ਵੱਖ ਜਿਹੜੀਆਂ ਗੱਲਾਂ ਸੀਗੀਆਂ। ਨੁਕਤਾ ਸਾਰੀ ਗੱਲਬਾਤ ਦਾ ਅਸੀਂ ਜਿਹੜਾ ਘੰਟਾ ਸਵਾ ਘੰਟਾ ਕੀਤੀ ਆ, ਇਹੀ ਨਿਕਲਦਾ ਕਿ ਜਿੰਨੀ ਸਾਵਧਾਨੀ ਵਰਤ ਸਕਦੇ ਹੋ ਵਰਤੋ, ਇਹਨੂੰ ਸਖਤੀ ਦੇ ਨਾਲ ਵਰਤੋ। ਕੋਈ ਨਾਰਾਜ਼ ਹੁੰਦਾ ਹੋਣ ਦਿਓ, ਇਹਨੂੰ ਬਿਲਕੁਲ ਵੀ ਲਾਈਟਲੀ ਨਾ ਲਓ। ਜਿਸ ਤਰੀਕੇ ਦੇ ਨਾਲ ਇਹ ਕੇਸ ਵੱਧ ਰਹੇ ਆ, ਆਉਣ ਵਾਲੇ 15 ਦਿਨਾਂ ਦੇ ਵਿੱਚ ਜੇ ਇੱਦਾਂ ਹੀ ਗੈਦਰਿੰਗ ਜਿਹੜੀਆਂ ਪਹਿਲੀਆਂ ਹੁੰਦੀਆਂ ਰਹੀਆਂ, ਇਹ ਇੰਨੇ ਵੱਧ ਜਾਣੇ ਆ ਕਿ ਸੱਚਮੁੱਚ ਸਾਰਾ ਕੁਝ ਬੰਦ ਹੋ ਜਾਣਾ। ਸਰੀ ਬੋਰਡ ਆਫ ਟ੍ਰੇਡਸ ਨੇ ਜਿਹੜਾ ਅੱਜ ਡਰ ਜ਼ਾਹਰ ਕੀਤਾ ਉਹ ਸਹੀ ਆ, ਸਾਰੇ ਬਿਜ਼ਨਸ ਬੰਦ ਹੋ ਸਕਦੇ, ਫਿਰ ਇੱਕ ਅੱਧੇ ਦਾ ਨੁਕਸਾਨ ਨਹੀਂ, ਸਾਰਿਆਂ ਦਾ ਹੀ ਹੋਣਾ। ਅੱਜ ਦਾ ਪ੍ਰੋਗਰਾਮ ਅਸੀਂ ਕੋਈ ਉਪਦੇਸ਼ ਦੇਣ ਲਈ ਜਾਂ ਇਸ ਗੱਲ ਲਈ ਨਹੀਂ, ਤੁਹਾਨੂੰ ਸਾਨੂੰ ਇਹ ਯਾਦ ਕਰਵਾਉਣ ਲਈ ਕੀਤਾ ਕਿ ਸਾਡੇ ਏਰੀਏ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ ਕੋਵਿਡ ਬਹੁਤ ਤੇਜ਼ੀ ਨਾਲ ਫੈਲ ਰਿਹਾ। ਜਿੰਨਾ ਜਲਦੀ ਸਾਵਧਾਨੀ ਵਰਤ ਕੇ ਇਹਨੂੰ ਰੋਕ ਲਾਂਗੇ, ਉਨੇ ਜਲਦੀ ਅਸੀਂ ਸਾਰੇ ਸੁਖੀ ਹੋਵਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।